ਉਸ ਤੋਂ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਬੜਾ ਖੁਸ਼ੀਆਂ ਦਾ ਦਿਨ ਹੈ। ਮਾਲਕਾਂ ਦੇ ਦਰਬਾਰ ਤੇ ਨਿਸ਼ਾਨ ਸਾਹਿਬ ਦੀ ਚੜਾਈ ਹੋਈ ਹੈ ਇਸ ਅੰਬ ਦਰਬਾਰ ਵਿਖੇ। ਸੋ ਸਭ ਤੋਂ ਪਹਿਲਾਂ ਤਾਂ ਆਈ ਹੋਈ ਸਾਰੀ ਸੰਗਤ ਨੂੰ ਅੱਜ ਇਸ ਪਵਿੱਤਰ ਨਿਸ਼ਾਨ ਸਾਹਿਬ ਦੀ ਚੜਾਈ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਔਰ ਜਿੰਨੇ ਵੀ ਜੀਵ ਅੱਜ ਇਸ ਨਿਸ਼ਾਨ ਸਾਹਿਬ ਦੀ ਚੜਾਈ ਦੇ ਖੁਸ਼ੀਆਂ ਭਰੇ ਅਵਸਰ ਤੇ ਮਾਲਕ ਦੇ ਦਰਬਾਰ 'ਚ ਪਹੁੰਚੇ ਹੈ, ਅਸੀਂ ਇਹ ਉਸ ਮਾਲਕ ਅੱਗੇ ਬੇਨਤੀ ਕਰਾਂਗੇ ਕਿ ਜਿੱਦਾਂ ਇਹਨਾਂ ਨੇ ਨਿਸ਼ਾਨ ਸਾਹਿਬ ਦੀ ਚੜਾਈ ਦੇਖੀ ਹੈ, ਮਾਲਕ ਤੁਹਾਨੂੰ ਵੀ ਸਦਾ ਚੜਾਈਆਂ 'ਚ ਹੀ ਰੱਖੇ, ਚੜ੍ਹਦੀਆਂ ਕਲਾਂ 'ਚ ਰੱਖੇ, ਕਾਮਯਾਬੀ ਦੇਵੇ, ਸਫਲਤਾ ਦੇਵੇ। ਆਉਣ ਵਾਲੇ ਸਮੇਂ 'ਚ ਤੁਹਾਡੀ ਵੀ ਹਰ ਪਾਸੇ ਚੜਾਈ ਹੋਵੇ, ਖੁਸ਼ੀਆਂ, ਸਫਲਤਾ, ਕਾਮਯਾਬੀ, ਚਾਹੇ ਉਹ ਕਾਰੋਬਾਰ ਹੋਵੇ, ਚਾਹੇ ਰੂਹਾਨੀਅਤ ਹੋਵੇ, ਚਾਹੇ ਸਿਹਤ ਨੂੰ ਲੈ ਕੇ ਹੋਵੇ, ਹਰ ਪਾਸੇ ਹੀ ਮਾਲਕ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖਣ, ਕਾਮਯਾਬੀਆਂ ਦੇਣ, ਸਫਲਤਾ ਦੇਣ। ਕਿਉਂਕਿ ਜਦੋਂ ਫਕਰਾਂ ਦੇ ਝੰਡੇ ਚੜ੍ਹਦੇ ਨੇ, ਕਰਮਾਂ ਵਾਲੇ ਹੀ ਦੀਦ ਕਰਦੇ ਨੇ। ਜਦੋਂ ਫਕੀਰਾਂ ਦੇ ਦਰ ਤੇ ਨਿਸ਼ਾਨ ਚੜ੍ਹਾਏ ਜਾਂਦੇ ਆ ਤਾਂ ਬੜੇ ਕਰਮ ਚੰਗੇ ਹੁੰਦੇ, ਜਿਹੜੇ ਉਸ ਟਾਈਮ, ਉਸ ਘੜੀ, ਉਸ ਪਲ ਉਹ ਦੀਦ ਕਰਦੇ ਆ। ਦੀਦ ਦਾ ਮਤਲਬ ਉਹ ਨਜ਼ਾਰਾ ਲੈਂਦੇ ਆ, ਉਹ ਦਰਸ਼ਨ ਕਰਦੇ ਆ। ਔਰ ਵਾਕਿਆ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਫਕੀਰਾਂ ਦੇ ਝੰਡੇ ਚੜ੍ਹਾਏ ਜਾਂਦੇ ਨੇ, ਇਹ ਸੋਚੋ ਇਹ ਝੰਡਾ ਨਹੀਂ ਚੜ੍ਹ ਰਿਹਾ, ਇਹ ਮੇਰਾ ਨਸੀਬ ਚੜ੍ਹ ਰਿਹਾ ਹੈ, ਮੇਰੀ ਤਕਦੀਰ ਦਾ ਸਿਤਾਰਾ ਚੜ੍ਹ ਰਿਹਾ ਹੈ, ਇਹ ਮੇਰੀ ਕਿਸਮਤ ਚੜ੍ਹ ਰਹੀ ਹੈ। ਹੁਣ ਜਿੱਦਾਂ ਬੰਦਾ ਕਹਿੰਦਾ ਨਾ, ਮੇਰੀ ਕਿਸਮਤ ਸੁੱਤੀ ਪਈ ਹੈ, ਹੁਣ ਜਾਗ ਰਹੀ ਹੈ ਮੇਰੀ ਕਿਸਮਤ, ਮੇਰੇ ਭਾਗ ਸੁੱਤੇ ਹੋਏ ਆ, ਉਹ ਹੁਣ ਫਕੀਰਾਂ ਦੇ ਝੰਡੇ ਚੜ੍ਹ ਰਹੇ ਆ। ਤਾਂ ਹੁਣ ਸਮਝ ਲਓ ਕਿ ਸਾਡੇ ਜੀਵਨ ਤੇ ਵੀ ਕਾਮਯਾਬੀ ਦਾ ਰੰਗ, ਖੁਸ਼ੀਆਂ ਦਾ ਰੰਗ, ਸਫਲਤਾ ਦਾ ਰੰਗ, ਮਾਲਕ ਦੀਆਂ ਰਹਿਮਤਾਂ ਦਾ ਰੰਗ ਚੜ੍ਹ ਰਿਹਾ ਹੈ। ਕਿਉਂਕਿ ਜਿੱਦਾਂ ਦੀ ਭਾਵਨਾ ਅਸੀਂ ਆਪਣੇ ਅੰਦਰ ਰੱਖਣੀ ਹੈ ਨਾ, ਹਮੇਸ਼ਾ ਦੱਸੀਦਾ ਹੈ, ਇਹ ਬੰਦਾ ਸੋਚਦਾ ਨਿਸ਼ਾਨ ਸਾਹਿਬ ਨਹੀਂ ਚੜ੍ਹ ਰਿਹਾ ਹੈ, ਇਹ ਤਾਂ ਮੇਰੀ ਕਿਸਮਤ ਦਾ ਸਿਤਾਰਾ ਬੁਲੰਦੀ ਤੇ ਜਾ ਰਿਹਾ ਹੈ, ਇਹ ਤਾਂ ਮੇਰੇ ਤੇ ਮਾਲਕ ਦੀ ਰਹਿਮਤ ਦਾ ਰੰਗ ਚੜ੍ਹ ਰਿਹਾ ਹੈ। ਤਾਂ ਵਾਕਈ ਜਿੱਦਾਂ ਜਿੱਦਾਂ ਉਹ ਨਿਸ਼ਾਨ ਸਾਹਿਬ ਚੜ੍ਹਦਾ, ਬੰਦੇ ਦੇ ਜੀਵਨ ਤੇ ਵੀ ਉਹਦੀਆਂ ਰਹਿਮਤਾਂ ਦਾ ਰੰਗ, ਖੁਸ਼ੀਆਂ ਦਾ ਰੰਗ, ਕਾਮਯਾਬੀ, ਸਫਲਤਾ ਦਾ ਰੰਗ ਚੜ੍ਹਦਾ ਚਲਾ ਜਾਂਦਾ ਹੈ। ਔਰ ਵੈਸੇ ਵੀ ਗੁਰੂ, ਰਹਿਬਰ, ਪੀਰ, ਫਕੀਰ ਸਾਨੂੰ ਇਹ ਈਸ਼ਵਰ ਦੇ ਪਿਆਰ ਦਾ, ਉਸ ਮਾਲਿਕ ਦੇ ਇਸ਼ਕ ਦਾ ਰੰਗ ਹੀ ਤਾਂ ਚੜ੍ਹਾਉਣ ਆਉਂਦੇ ਹੈ। ਕਿਉਂਕਿ ਬੁੱਲੇ ਸ਼ਾਹ ਕਹਿੰਦੇ ਨਾ ਕਿ ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜ੍ਹਦਾ। ਕਈ ਵਾਰ ਇਹ ਸ਼ਬਦ ਬਾਰੇ ਦੱਸਿਆ ਅਸੀਂ, ਪਰ ਇੱਥੇ ਅੱਜ ਇਸ਼ਾਰਾ ਹੀ ਕਰਾਂਗੇ ਕਿ ਬੁੱਲੇ ਸ਼ਾਹ ਵੀ ਇਹੀ ਇਸ਼ਾਰਾ ਕਰ ਰਹੇ ਹੈ ਕਿ ਕਰਮਾਂ ਵਾਲੇ ਹੁੰਦੇ ਆ ਉਹ, ਜਿਨ੍ਹਾਂ ਦੇ ਉੱਪਰ ਉਹ ਮੁਰਸ਼ਦ ਦਾ, ਉਹਦੇ ਇਸ਼ਕ ਦਾ, ਉਹਦੇ ਪ੍ਰੇਮ ਦਾ, ਉਹਦੇ ਵਿਸ਼ਵਾਸ ਦਾ ਰੰਗ ਚੜ੍ਹ ਜਾਂਦਾ ਹੈ। ਇਸ ਲਈ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਤੁਸੀਂ ਸਾਰੇ ਇਸ ਖੁਸ਼ੀਆਂ ਦੇ ਮੌਕੇ ਤੇ ਪਹੁੰਚੇ ਹੋ, ਤਾਂ ਵਾਕਈ ਤੁਹਾਡੇ ਜੀਵਨ 'ਚ ਵੀ ਇਹ ਸਮਝ ਲਓ ਅੱਜ ਤੋਂ ਮਹਿਸੂਸ ਕਰਦੇ ਜਾਣਾ ਹੈ। ਤੁਸੀਂ ਜਦੋਂ ਜਾਣਾ ਘਰ ਨੂੰ, ਮਹਿਸੂਸ ਕਰਦੇ ਜਾਣਾ ਹੈ ਔਰ ਆਪਣੇ ਅੰਦਰ ਇਹ ਸਦਾ ਯਾਦ ਰੱਖਣਾ ਹੈ ਕਿ ਮੇਰੇ ਉੱਪਰ ਵੀ ਮੇਰੇ ਮਾਲਕ ਦੀ ਰਹਿਮਤਾਂ ਦਾ ਰੰਗ ਸਦਾ ਚੜ੍ਹ ਰਿਹਾ ਹੈ। ਮਹਿਸੂਸ ਕਰਨਾ ਹੈ, ਅੰਦਰ ਬੋਲਣਾ ਵੀ ਹੈ ਕਿ ਮੈਂ ਕਿਉਂ ਚਿੰਤਾ ਕਰਾਂ, ਜਿਹਦੇ ਤੇ ਉਹਦੀ ਰਹਿਮਤ ਦਾ ਰੰਗ ਚੜਿਆ ਹੋਵੇ, ਉਹਨੂੰ ਦੁਨੀਆ ਦੀ ਚਿੰਤਾ, ਦੁਨੀਆ ਦੀ ਫਿਕਰ, ਦੁਨੀਆ ਦਾ ਖੌਫ, ਡਰ, ਭੈ ਰੱਖਣ ਦੀ ਜ਼ਰੂਰਤ ਹੀ ਨਹੀਂ ਹੈ। ਸੋ ਮੇਰੇ ਜੀਵਨ ਤੇ ਵੀ ਜਦੋਂ ਮੇਰੇ ਮਾਲਿਕ ਦੀਆਂ ਰਹਿਮਤਾਂ ਦਾ ਰੰਗ ਹੈ, ਉਹਦੇ ਪ੍ਰੇਮ ਦਾ ਰੰਗ ਹੈ, ਉਹਦੀ ਮੁਹੱਬਤ ਦਾ ਰੰਗ ਹੈ, ਤਾਂ ਫਿਰ ਮੈਂ ਕਿਉਂ ਚਿੰਤਾ ਕਰਦਾ ਹੈ? ਕਿਉਂਕਿ ਜਿਹੜੇ ਉਹਦੇ ਰੰਗ ਰੰਗੇ ਗਏ ਨਾ, ਉਹਨਾਂ ਦੀ ਸੰਭਾਲ ਵੀ ਉਹ ਆਪ ਹੀ ਕਰਦਾ ਹੈ। ਸਮਝਦੇ ਹੋ? ਔਰ ਵੈਸੇ ਵੀ ਇਹ ਗੱਲ ਦੱਸਾਂਗੇ ਕਿ ਜਿਹੜੇ ਮੁਰਸ਼ਦ ਨਾਲ ਪਿਆਰ ਕਰਨ ਵਾਲੇ ਹੁੰਦੇ ਹੈ, ਗੁਰੂ ਦੇ ਨਾਲ ਪਿਆਰ ਕਰਨ ਵਾਲੇ ਹੁੰਦੇ ਹੈ, ਆਪਣੇ ਉਸ ਮਾਲਿਕ ਦੇ ਨਾਮ ਦੇ ਨਾਲ ਪਿਆਰ ਕਰਨ ਵਾਲੇ ਹੁੰਦੇ ਹੈ, ਫਿਰ ਪਰਮਾਤਮਾ ਵੀ ਉਹਨਾਂ ਨੂੰ ਬੜਾ ਪਿਆਰ ਕਰਦਾ ਹੈ, ਉਹ ਮਾਲਿਕ ਵੀ ਬੜਾ ਪਿਆਰ ਕਰਦਾ ਹੈ। ਕਿਉਂਕਿ ਪ੍ਰੇਮ ਨੂੰ ਹੀ ਤਾਂ ਪ੍ਰੇਮ ਖਿੱਚਦਾ ਹੈ। ਸਮਝਦੇ ਹੋ ਕਿ ਨਹੀਂ? ਤੁਸੀਂ ਇੱਕ ਸਧਾਰਨ ਇਨਸਾਨ ਨੂੰ ਕਹੋ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ, ਤਾਂ ਅਗਲਾ ਵੀ ਕਹਿੰਦਾ ਮੈਂ ਵੀ ਤੈਨੂੰ ਫਿਰ ਪਿਆਰ ਕਰਦਾ ਹੈ। ਹੁਣ ਜਰਾ ਗੌਰ ਕਰਨਾ, ਇੱਕ ਸਧਾਰਨ ਇਨਸਾਨ ਜਦੋਂ ਸਾਡੇ ਪਿਆਰ ਨੂੰ ਸਮਝ ਕੇ ਸਾਨੂੰ ਪਿਆਰ ਕਰਦਾ ਹੈ, ਫਿਰ ਉਹ ਤਾਂ ਹੈ ਹੀ ਉਹ ਮਾਲਿਕ ਜਿਸ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ, ਜਿਸ ਨੇ ਸਾਨੂੰ ਜੀਵਨ ਦਿੱਤਾ, ਜਨਮ ਦਿੱਤਾ। ਅਗਰ ਅਸੀਂ ਉਸ ਨਾਲ ਪ੍ਰੇਮ ਕਰਦੇ ਹਾਂ, ਉਹਦੇ ਪਿਆਰਿਆਂ ਨਾਲ ਪ੍ਰੇਮ ਕਰਦੇ ਹਾਂ, ਤਾਂ ਫਿਰ ਪਰਮਾਤਮਾ ਵੀ ਕਹਿੰਦਾ ਜੇ ਤੂੰ ਮੇਰੇ ਨਾਲ ਜਾਂ ਮੇਰੇ ਪਿਆਰਿਆਂ ਨਾਲ ਪਿਆਰ ਕਰਦਾ ਹੈ ਤਾਂ ਤੇਰਾ ਖਿਆਲ ਮੈਂ ਆਪ ਰੱਖੂੰਗਾ। ਸਮਝਦੇ ਹੋ ਕਿ ਨਹੀਂ? ਇੱਕ ਵੈਸੇ ਵੀ ਕਹਾਵਤ ਹੈ, ਕਹਿੰਦੇ ਅਗਰ ਕਿਸੇ ਕੋਲ ਕੋਈ ਚੀਜ਼ ਹੈ ਨਾ, ਤੁਸੀਂ ਉਹਨੂੰ ਖੁਸ਼ ਕਰਨਾ ਹੈ ਤਾਂ ਉਹਦੀ ਚੀਜ਼ ਦੀ ਤਾਰੀਫ ਕਰੋ। ਸਮਝਦੇ ਹੋ ਕਿ ਨਹੀਂ? ਉਹਦੀ ਚੀਜ਼ ਦੀ ਤਾਰੀਫ ਕਰੋ, ਉਹਦੀ ਚੀਜ਼ ਦੀ ਤਾਰੀਫ ਕਰਨਾ, ਉਹ ਖੁਸ਼ ਹੋ ਜਾਏਗਾ ਕਿ ਇਹਨਾਂ ਮੇਰੀ ਚੀਜ਼ ਦੀ ਤਾਰੀਫ ਕੀਤੀ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕਿਸੇ ਕੋ ਚਾਹੇ ਗੱਡੀ ਹੈ, ਚਾਹੇ ਕਿਸੇ ਕੋਲ ਕੋਈ ਮੋਟਰਸਾਈਕਲ ਹੈ, ਚਾਹੇ ਕਿਸੇ ਕੋਲ ਕੋਈ ਘਰ ਹੈ, ਜੇ ਕੋਈ ਉਹਦੀ ਤਾਰੀਫ ਕਰੇ ਨਾ, ਤੇਰੀ ਗੱਡੀ ਬਹੁਤ ਸੋਹਣੀ ਹੈ, ਤਾਂ ਬੰਦਾ ਦਿਲ ਖੁਸ਼ ਹੋ ਜਾਂਦਾ। ਬੰਦਾ ਕਹਿੰਦਾ ਵਾਹ, ਇਹ ਹੈ ਵੀ ਇਹਨਾਂ ਮੇਰੇ ਕੋਲ ਜੋ ਵੀ ਹੈ ਨਾ, ਇਹਨਾਂ ਮੇਰੀ ਚੀਜ਼ ਦੀ ਤਾਰੀਫ ਕੀਤੀ ਹੈ। ਬੰਦਾ ਉਹਦੇ ਨਾਲ ਪਿਆਰ ਕਰਦਾ ਹੈ। ਹੁਣ ਜ਼ਰਾ ਸਮਝਣਾ, ਹੁਣ ਅਗਰ ਤੁਸੀਂ
ਕਿਸੇ ਦੇ ਘਰ ਦੀ, ਕਿਸੇ ਦੀ ਗੱਡੀ ਦੀ, ਇੱਥੇ ਤੱਕ ਕਿ ਕਿਸੇ ਨੇ ਕੋਈ ਜਾਨਵਰ ਵੀ ਘਰ 'ਚ ਰੱਖਿਆ ਹੋਵੇ ਨਾ, ਕੁੱਤਾ ਹੀ ਰੱਖਿਆ ਹੋਵੇ, ਬਿੱਲੀ ਰੱਖੀ ਹੋਵੇ, ਬੰਦਾ ਉਹਦੀ ਤਾਰੀਫ ਕਰ ਦੇਵੇ ਕਿ ਵਾਹ ਵੀ ਤੇਰਾ ਇਹ ਕੁੱਤਾ ਬਹੁਤ ਸੋਹਣਾ, ਤੇਰੀ ਬਿੱਲੀ ਬਹੁਤ ਸੋਹਣੀ ਹੈ, ਇਹ ਜਾਨਵਰ ਬਹੁਤ ਸੋਹਣਾ, ਘੋੜਾ ਬਹੁਤ ਸੋਹਣਾ ਰੱਖਿਆ ਹੈ, ਤਾਂ ਬੰਦਾ ਉੱਥੇ ਵੀ ਖੁਸ਼ ਹੋ ਜਾਂਦਾ ਹੈ। ਤਾਂ ਫਿਰ ਜ਼ਰਾ ਸੋਚੋ, ਜੇ ਇੱਕ ਜਾਨਵਰ ਦੀ ਤਾਰੀਫ ਕਰਨ ਨਾਲ ਬੰਦਾ, ਉਹਦਾ ਮਾਲਿਕ ਖੁਸ਼ ਹੋ ਜਾਂਦਾ ਹੈ, ਸਮਝਦੇ ਹੋ ਕਿ ਨਹੀਂ? ਗੱਡੀ ਦੀ ਤਾਰੀਫ ਕਰਨ ਨਾਲ ਉਹਦਾ ਮਾਲਿਕ ਖੁਸ਼ ਹੋ ਜਾਂਦਾ ਹੈ, ਤਾਂ ਜਦੋਂ ਅਸੀਂ ਆਪਣੇ ਫਕੀਰਾਂ ਨਾਲ ਜੁੜਾਂਗੇ, ਫਕੀਰਾਂ ਦੀ ਤਾਰੀਫ ਕਰਾਂਗੇ, ਤਾਂ ਉਹਨਾਂ ਦਾ ਮਾਲਿਕ ਉਹ ਖੁਦਾ ਕਿਉਂ ਨਹੀਂ ਖੁਸ਼ ਹੋਏਗਾ? ਉਹਦੀ ਖਲਕਤ ਦੀ ਤਾਰੀਫ ਕਰਾਂਗੇ, ਉਹਦੇ ਬਣਾਏ ਹੋਏ ਇਨਸਾਨਾਂ ਦੀ ਤਾਰੀਫ ਕਰਾਂਗੇ, ਇਹ ਦੁਨੀਆ ਦੀ ਤਾਰੀਫ ਕਰਾਂਗੇ, ਤਾਂ ਫਿਰ ਇਹ ਦੁਨੀਆ ਨੂੰ ਬਣਾਉਣ ਵਾਲਾ ਉਹਦਾ ਮਾਲਿਕ ਖੁਸ਼ ਹੋਏਗਾ ਕਿ ਨਹੀਂ? ਜੇ ਤੁਸੀਂ ਗੱਡੀ ਦੇ ਮਾਲਿਕ ਹੋ, ਤੁਹਾਡੀ ਗੱਡੀ ਦੀ ਤਾਰੀਫ ਹੁੰਦੀ, ਤੁਹਾਨੂੰ ਖੁਸ਼ੀ ਹੁੰਦੀ ਹੈ। ਤਾਂ ਜਿਹਨਾਂ ਇੰਨੀਆਂ ਸੋਹਣੀਆਂ ਸੂਰਤਾਂ ਬਣਾਈਆਂ, ਇੰਨੇ ਸੋਹਣੇ ਇਹ ਸੰਸਾਰ ਦੀ ਰਚਨਾ ਕਰ ਦਿੱਤੀ, ਇਸ ਕਰਕੇ ਤੁਹਾਡਾ ਤਾਂ ਪਤਾ ਨਹੀਂ, ਅਸੀਂ ਉਹਨੂੰ ਜ਼ਰੂਰ ਖੁਸ਼ ਕਰਨਾ ਚਾਹਾਂਗੇ, ਤੁਸੀਂ ਸਾਰੇ ਬੜੇ ਅੱਛੇ ਹੋ, ਬੜੇ ਪਿਆਰੇ ਹੋ, ਇਹ ਮੇਰੇ ਮਾਲਿਕ ਸ਼ੁਕਰ ਹੈ, ਇਹ ਤੇਰਾ ਬਣਾਇਆ ਸੰਸਾਰ, ਤੇਰੇ ਬਣਾਏ ਜੀਵ ਦੇਖੋ ਕਿੰਨੇ ਪਿਆਰੇ, ਕਿੰਨੇ ਅੱਛੇ, ਔਰ ਸਾਨੂੰ ਪੂਰਾ ਯਕੀਨ ਹੈ ਜਦੋਂ ਇਹ ਗੱਲ ਅਸੀਂ ਕਹਿੰਦੇ ਆ ਤਾਂ ਸਾਡਾ ਮਾਲਿਕ ਖੁਸ਼ ਵੀ ਹੁੰਦਾ ਹੈ। ਇਸ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰਨ ਦਾ ਇੱਕ ਬੜਾ ਆਸਾਨ ਜਿਹਾ ਰਸਤਾ ਹੈ, ਸਮਝਦੇ ਹੋ ਕਿ ਨਹੀਂ? ਆਪਣੇ ਰੱਬ ਨੂੰ ਖੁਸ਼ ਕਰਨਾ ਹੈ ਤਾਂ ਰੱਬ ਦੀ ਬਣਾਈ ਹੋਈ ਮਖਲੂਕ ਦੀ ਤਾਰੀਫ ਕਰਨੀ ਸ਼ੁਰੂ ਕਰ ਦਿਓ। ਜ਼ਰਾ ਸਮਝਣਾ, ਸਮਝ ਆਈ ਕਿ ਨਹੀਂ? ਤੁਸੀਂ ਇੱਕ ਚਾਹ ਬਣਾ ਦਿੰਦੇ ਹੋ, ਕੋਈ ਚਾਹ ਦੀ ਤਾਰੀਫ ਕਰ ਦੇਵੇ, ਇੱਕ ਦਾਲ ਸਬਜ਼ੀ ਬਣਾ ਦਿੰਦੇ ਹੋ, ਰੋਟੀ ਬਣਾ ਦਿੰਦੇ ਹੋ, ਕੋਈ ਤਾਰੀਫ ਕਰ ਦੇਵੇ, ਤੁਸੀਂ ਕੋਈ ਵੀ ਛੋਟਾ ਜਿਹਾ ਕੰਮ ਕਰਦੇ ਹੋ ਆਪਣੇ ਹੱਥੀਂ, ਉਹਦੀ ਕੋਈ ਤਾਰੀਫ ਕਰ ਦੇਵੇ, ਤੁਹਾਨੂੰ ਖੁਸ਼ੀ ਹੁੰਦੀ ਹੈ ਜਾਂ ਨਹੀਂ? ਤਾਂ ਫਿਰ ਉਸ ਮਾਲਿਕ ਨੇ, ਪਰਮਾਤਮਾ ਨੇ ਸਾਡੀ ਸਾਰਿਆਂ ਦੀ ਰਚਨਾ ਕੀਤੀ, ਸਾਨੂੰ ਸਾਰਿਆਂ ਨੂੰ ਬਣਾਇਆ, ਇਹ ਸੰਸਾਰ ਨੂੰ ਬਣਾਇਆ, ਤਾਂ ਜੇ ਅਸੀਂ ਰਲ ਕੇ ਉਹਦੇ ਬਣਾਏ ਸੰਸਾਰ ਦੀ, ਹਰ ਇਨਸਾਨ ਦੀ ਤਾਰੀਫ ਕਰਾਂਗੇ ਤਾਂ ਫਿਰ ਉਹਨੂੰ ਖੁਸ਼ੀ ਕਿਉਂ ਨਹੀਂ ਹੋਏਗੀ? ਹੁਣ ਜਰਾ ਗੌਰ ਕਰਨਾ। ਹੁਣ ਜਿੱਦਾਂ ਅਸੀਂ ਆਪਣੇ ਰੱਬ ਨੂੰ ਤਾਰੀਫ ਕਰਕੇ, ਉਹਦੀ ਬਣਾਈ ਖਲਕਤ ਦੀ, ਉਹਦੇ ਬਣਾਏ ਮਖਲੂਕ ਦੀ, ਉਹਦੇ ਬਣਾਏ ਇਨਸਾਨਾਂ ਦੀ ਤਾਰੀਫ ਕਰਕੇ ਖੁਸ਼ ਕਰ ਸਕਦੇ ਹਾਂ, ਤਾਂ ਹੁਣ ਨਾਰਾਜ਼ ਵੀ ਕਰਨਾ ਬੜਾ ਆਸਾਨ ਹੈ। ਉਹ ਕਿਦਾਂ? ਹੁਣ ਇਹ ਤੋਂ ਉਲਟ ਕਿ ਉਹਦੇ ਬਣਾਈ ਮਖਲੂਕ ਦੇ ਵਿੱਚ ਅਸੀਂ ਨੁਕਸ ਕੱਢਣੇ ਸ਼ੁਰੂ ਕਰ ਦਈਏ, ਬੁਰਾ ਬੋਲਣਾ ਸ਼ੁਰੂ ਕਰ ਦਈਏ, ਬੁਰਾ ਕਹਿਣਾ ਸ਼ੁਰੂ ਕਰ ਦਈਏ, ਤਾਂ ਫਿਰ ਕੀ ਹੋਏਗਾ? ਫਿਰ ਖਾਲਿਕ ਨੇ ਕੀ ਕਹਿਣਾ ਹੈ? ਖਾਲਿਕ ਯਾਨੀ ਉਹ ਮਾਲਿਕ ਨੇ ਕੀ ਕਹਿਣਾ ਹੈ ਕਿ ਮੇਰੀ ਬਣਾਈ ਚੀਜ਼ ਨੂੰ ਨਿੰਦ ਰਿਹਾ ਹੈ। ਕੋਈ ਤੁਹਾਨੂੰ ਕਹਿ ਦੇਵੇ ਕਿੱਦਾਂ ਦੀ ਚਾਹ ਬਣਾਈ ਹੈ, ਕਿੱਦਾਂ ਦੀ ਦਾਲ ਬਣਾਈ ਹੈ, ਕਿੱਦਾਂ ਦੀ ਚੀਜ਼ ਬਣਾਈ ਹੈ, ਬੇਕਾਰ ਜੀ, ਤਾਂ ਫਿਰ ਹੁਣ ਬਣਾਉਣ ਵਾਲੇ ਨੇ ਕਹਿਣਾ ਮੈਂ ਇੰਨੀ ਮਿਹਨਤ ਨਾਲ ਬਣਾਈ ਔਰ ਤੂੰ ਉਹਦੀ ਤਾਰੀਫ ਕਰਨ ਦੀ ਬਜਾਏ ਨਿੰਦਿਆ ਕਰ ਰਿਹਾ। ਸਮਝਦੇ ਹੋ ਕਿ ਨਹੀਂ? ਇਸ ਲਈ ਜੇ ਉਸ ਮਾਲਿਕ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ ਹੈ, ਤਾਂ ਫਿਰ ਉਸ ਮਾਲਿਕ ਦੀ ਖੁਸ਼ੀ ਨੂੰ ਹਾਸਲ ਕਰਨ ਵਾਸਤੇ ਸਭ ਤੋਂ ਪਹਿਲਾ ਨਿਯਮ ਸਾਨੂੰ ਆਪਣੇ ਜੀਵਨ ਦਾ ਬਣਾਉਣਾ ਪਏਗਾ ਕਿ ਜੋ ਵੀ ਮੇਰੇ ਮਾਲਿਕ ਨੇ ਬਣਾਇਆ ਹੈ, ਮੈਂ ਆਪਣੇ ਮਾਲਿਕ ਦੀ ਬਣਾਈ ਹਰ ਚੀਜ਼ ਦੀ ਕੀ ਕਰਨੀ ਹੈ? ਤਾਰੀਫ ਕਰਨੀ ਹੈ। ਅੱਜ ਤਾਂ ਹੀ ਕਿਹਾ ਕੁਝ ਸਿੱਖ ਕੇ ਜਾਣਾ, ਸਮਝ ਕੇ ਜਾਣਾ, ਅਸੀਂ ਤਾਂ ਕਰਨੀ ਹੈ ਕਿ ਨਹੀਂ? ਇਸ ਲਈ ਆਪਣੇ ਆਪ ਨੂੰ ਉਸ ਸਟੇਜ ਤੇ ਲੈ ਕੇ ਜਾਣਾ ਹੈ ਕਿ ਜਿੱਥੇ, ਸਟੇਜ ਦਾ ਮਤਲਬ ਉਸ ਮੁਕਾਮ ਤੇ ਲੈ ਕੇ ਜਾਣਾ ਕਿ ਜਿੱਥੇ ਮੇਰੇ ਅੰਦਰੋਂ ਕਿਸੇ ਨੂੰ ਬੁਰਾਈ, ਕਿਸੇ ਨੂੰ ਬੁਰਾ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ ਨਿਕਲੇ ਹੀ ਨਾ, ਪਰ ਹਰ ਇੱਕ ਦੇ ਵਾਸਤੇ ਤਾਰੀਫ ਦੇ ਸ਼ਬਦ ਨਿਕਲਣ, ਹਰ ਇੱਕ ਦੇ ਵਾਸਤੇ ਅੱਛਾਈ ਦੇ ਸ਼ਬਦ ਨਿਕਲਣ। ਕਿਉਂਕਿ ਜਿੱਦਾਂ ਜਿੱਦਾਂ ਸਾਡੇ ਅੰਦਰੋਂ ਤਾਰੀਫ ਨਿਕਲਦੀ ਹੈ, ਅੱਛਾਈ ਨਿਕਲਦੀ ਹੈ ਕਿ ਵਾਹ ਮੇਰੇ ਮਾਲਿਕ, ਤੇਰੀ ਬਣਾਈ ਕੁਦਰਤ, ਤੇਰਾ ਬਣਾਇਆ ਸੰਸਾਰ, ਤੇਰਾ ਬਣਾਇਆ ਹਰ ਇਨਸਾਨ ਅੱਛਾ ਹੈ, ਤੇਰਾ ਬਣਾਇਆ ਹਰ ਇਨਸਾਨ ਪਿਆਰਾ ਹੈ, ਔਰ ਤੇਰੀ ਰਹਿਮਤ ਹਰ ਜਗ੍ਹਾ ਹੈ ਜੋ ਸਭ ਦੇ ਅੰਦਰ ਰੰਗ ਭਰ ਰਹੀ ਹੈ, ਤਾਂ ਉਹ ਮਾਲਿਕ ਇੰਨਾ ਖੁਸ਼ ਹੁੰਦਾ ਹੈ ਕਿ ਫਿਰ ਤੁਹਾਨੂੰ ਜੀਵਨ 'ਚ ਟੈਨਸ਼ਨ, ਚਿੰਤਾ, ਕਮੀ, ਪਰੇਸ਼ਾਨੀ ਕੋਈ ਉਹ ਆਣ ਨਹੀਂ ਦਿੰਦਾ। ਕਿਉਂਕਿ ਜਿਹੜਾ ਉਹਨੂੰ ਖੁਸ਼ ਕਰ ਲੈਂਦਾ, ਫਿਰ ਉਹਦੀ ਖੁਸ਼ੀ ਦੀ ਫਿਕਰ ਉਹ ਮਾਲਿਕ ਆਪ ਕਰਦਾ ਹੈ, ਉਹ ਪਰਮਾਤਮਾ ਆਪ ਕਰਦਾ ਹੈ। ਸਮਝਦੇ ਹੋ? ਇਸ ਲਈ ਜਿੰਨਾ ਜ਼ਿਆਦਾ ਅਸੀਂ ਨੁਕਸ ਕੱਢਦੇ ਹਾਂ, ਜਿੰਨਾ ਜ਼ਿਆਦਾ ਅਸੀਂ ਨਿੰਦਿਆ ਕਰਦੇ ਹਾਂ, ਨਿੰਦਿਆ ਦਾ ਮਤਲਬ ਹੁੰਦਾ ਬੁਰਾਈ ਕਰਨਾ, ਉਨਾ ਜ਼ਿਆਦਾ ਅਸੀਂ ਉਹਦੀ ਰਹਿਮਤ ਤੋਂ ਵੀ ਦੂਰ ਹੋ ਜਾਂਦੇ ਔਰ ਆਪ ਵੀ ਦੁਖੀ ਹੁੰਦੇ ਹਾਂ। ਕਿਉਂਕਿ ਨਿੰਦਿਆ ਕਰਨ ਵਾਲਾ ਕਦੀ ਆਪ ਸੁਖੀ ਹੋ ਹੀ ਨਹੀਂ ਸਕਦਾ। ਸ਼ੁਕਰ ਕਰਨ ਵਾਲਾ, ਤਾਰੀਫ ਕਰਨ ਵਾਲਾ ਹਮੇਸ਼ਾ ਖੁਸ਼ ਹੁੰਦਾ ਹੈ। ਬੋਲੋ, ਸਮਝਦੇ ਹੋ? ਇਸ ਲਈ ਅੱਜ ਇਹ ਚੀਜ਼ ਪਹਿਲਾ ਪੁਆਇੰਟ। ਔਰ ਹੁਣ ਆਓ ਅੱਗੇ ਹੁਣ ਚਲੀਏ, ਕਿਉਂਕਿ ਅੱਜ ਬਹੁਤ ਕੁਝ ਸਮਝਣਾ ਹੈ, ਪਰ ਉਹ ਸਮਝਣ ਵਾਸਤੇ, ਸਮਝਣਾ ਚਾਹੁੰਦੇ ਹੋ ਨਾ, ਫਿਰ ਥੋੜੀ ਜਿਹੀ ਸਮਾਈਲ ਰੱਖਣੀ ਆਪਣੇ ਫੇਸ ਤੇ, ਕਿਉਂਕਿ ਸਮਝਾਉਣ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਲੱਗੇ ਕਿ ਸਮਝਣ ਵਾਲਾ ਖੁਸ਼ੀ ਦੇ ਨਾਲ ਸਮਝ ਰਿਹਾ ਹੈ, ਮਜਬੂਰੀ ਨਾਲ ਨਹੀਂ, ਜ਼ਬਰਦਸਤੀ ਨਹੀਂ, ਔਰ ਖੁਸ਼ੀ ਨਾਲ। ਜਿੱਦਾਂ ਸਮਝ ਲੈ ਕਿ ਟੀਚਰ ਕਲਾਸ ਵਿੱਚ ਪੜ੍ਹਾਉਂਦਾ ਹੈ ਨਾ, ਤਾਂ ਜੇ ਬੱਚੇ ਹੱਸਦੇ ਹੋਏ, ਮੁਸਕਰਾਉਂਦੇ ਹੋਏ ਪੜ੍ਹਨ, ਤਾਂ ਮਾਸਟਰ ਨੂੰ ਵੀ, ਟੀਚਰ ਨੂੰ ਵੀ ਖੁਸ਼ੀ ਹੁੰਦੀ ਕਿ ਮੇਰੇ ਬੱਚੇ ਖੁਸ਼ੀ ਨਾਲ ਬੈਠੇ ਹੈ। ਤਾਂ ਜੇ ਟੀਚਰ ਸਮਝਾਉਂਦਾ ਹੋਵੇ ਤਾਂ ਬੰਦਾ, ਤਾਂ ਟੀਚਰ ਨੇ ਕਹਿਣਾ ਕੀ ਸਮਝਾਉਣ ਦਾ ਮਜ਼ਾ, ਤਾਂ ਝੋਕਾ ਲੈ ਰਿਹਾ, ਇਹ ਤਾਂ ਨੀਂਦ ਪੂਰੀ ਕਰ ਰਿਹਾ। ਸੋ ਸਤਸੰਗ ਦੇ ਵਿੱਚ ਅਸੀਂ ਨੀਂਦ ਪੂਰੀ ਕਰਨ ਨਹੀਂ ਆਉਂਦੇ, ਸਤਸੰਗ ਦੇ ਵਿੱਚ ਅਸੀਂ ਆਪਣੇ ਮਾਲਕ ਦੀਆਂ ਰਹਿਮਤਾਂ ਨੂੰ ਹਾਸਿਲ ਕਰਨ ਆਉਂਦੇ ਹਾਂ। ਸਤਸੰਗ ਦੇ ਵਿੱਚ ਅਸੀਂ ਉਹਦੀਆਂ ਖੁਸ਼ੀਆਂ ਨੂੰ ਪਾਉਣ ਆਉਂਦੇ ਹਾਂ। ਇਸ ਲਈ ਅੱਜ ਸਮਝਣਾ ਹੈ
ਜਿੱਦਾਂ ਸੰਤ ਕਬੀਰ ਜੀ ਨੇ ਬੜਾ ਪਿਆਰਾ ਇੱਕ ਸ਼ਬਦ ਅੰਦਰ ਕਿਹਾ ਹੈ। ਕੀ ਕਹਿੰਦੇ ਆ ਸੰਤ ਕਬੀਰ ਜੀ? ਕਬੀਰ ਸਾਹਿਬ ਕਹਿੰਦੇ, ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਸਭ ਤੋਂ ਪਹਿਲੀ ਇਹ ਗੱਲ ਯਾਦ ਰੱਖਣਾ ਕਿ ਅੱਜ ਤੱਕ ਇਨਸਾਨ ਸਿਰਫ ਉਸੇ ਧਨ ਨੂੰ ਜਾਣਦਾ ਹੈ ਜੋ ਬੈਂਕਾਂ ਚੋਂ ਮਿਲਦਾ ਹੈ। ਸਮਝਦੇ ਹੋ ਕਿ ਨਹੀਂ? ਜੋ ਇਨਸਾਨ ਸਿੱਕੇ ਦੇ ਰੂਪ ਵਿੱਚ ਜਾਂ ਰੁਪਏ ਦੇ ਰੂਪ ਵਿੱਚ ਜੇਬ 'ਚ ਰੱਖਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਇਸ ਤੋਂ ਵੀ ਬੜਾ ਧਨ ਤੇਰੇ ਅੰਦਰ ਹੈ। ਸਮਝਦੇ ਹੋ ਕਿ ਨਹੀਂ? ਹੁਣ ਜਿਹਨੂੰ ਅਸੀਂ ਜੇਬਾਂ 'ਚ ਰੱਖਦੇ ਉਹ ਧਨ, ਉਹਨੂੰ ਧਨ ਕਹਿ ਦਿੱਤਾ ਜਾਂਦਾ, ਪਰ ਉਹ ਪੈਸਾ ਹੈ। ਪੈਸਾ ਜੋ ਕਾਗਜ਼ ਜਾਂ ਕਿਸੇ ਮੈਟਲ ਤੋਂ ਬਣਦਾ ਹੈ। ਪਰ ਧਨ ਦਾ ਮਤਲਬ ਕੀ ਹੁੰਦਾ ਹੈ ਜ਼ਰਾ ਸਮਝਣਾ ਕਿ ਧਨ ਦੇ ਵਿੱਚ ਤਾਂ ਸ਼ਾਂਤੀ ਵੀ ਆ ਜਾਂਦੀ ਹੈ। ਸ਼ਾਂਤੀ ਦਾ ਧਨ, ਖੁਸ਼ੀਆਂ ਦਾ ਧਨ, ਆਨੰਦ ਦਾ ਧਨ, ਪ੍ਰੇਮ ਦਾ ਧਨ। ਤਾਂ ਹੀ ਤਾਂ ਮੀਰਾ ਬਾਈ ਨੇ ਵੀ ਕਿਹਾ, ਪ੍ਰੇਮ ਰਤਨ ਧਨ ਪਾਇਓ ਨੀ ਮੈਂ, ਪ੍ਰੇਮ ਰਤਨ ਧਨ ਪਾਇਓ। ਕਹਿੰਦੇ ਪ੍ਰੇਮ ਵੀ ਇੱਕ ਧਨ ਹੈ। ਜੇ ਤੁਹਾਡੇ ਜੀਵਨ 'ਚ ਆਨੰਦ ਹੈ ਤਾਂ ਆਨੰਦ ਦਾ ਵੀ ਇੱਕ ਧਨ ਹੈ। ਜੇ ਤੁਹਾਡੇ ਜੀਵਨ 'ਚ ਤੰਦਰੁਸਤੀ ਹੈ ਨਾ ਤਾਂ ਹੈਲਥ, ਤੁਹਾਡੀ ਸਿਹਤ ਵੀ ਇੱਕ ਧਨ ਹੈ। ਹੁਣ ਇੱਥੇ ਹੀ ਕਬੀਰ ਸਾਹਿਬ ਇਸ਼ਾਰਾ ਕਰਦੇ ਹੈ। ਉਹ ਕਿਹੜੇ ਧਨ ਦੀ ਗੱਲ ਕਰਦੇ ਐ? ਕਬੀਰ ਸਾਹਿਬ ਕਹਿੰਦੇ ਬਾਹਰ ਬਹੁਤ ਧਨ ਹੈ, ਸ਼ਾਂਤੀ, ਸਕੂਨ, ਖੁਸ਼ੀ। ਜ਼ਰਾ ਗੌਰ ਕਰਨਾ, ਇਦਾਂ ਦੇ ਬਹੁਤ ਧਨ ਹੈ, ਪਰ ਇਹ ਸਭ ਦਾ ਦਾਤਾ, ਇਸ ਤੋਂ ਵੀ ਬੜਾ ਧਨ ਉਹ ਕਿੱਥੇ ਹੈ? ਤੇਰੇ ਅੰਦਰ ਹੈ, ਜਿਹਨੇ ਹਰ ਚੀਜ਼ ਨੂੰ ਪੈਦਾ ਕੀਤਾ ਹੈ। ਸਮਝਣਾ ਜ਼ਰਾ। ਇਸ ਲਈ ਕਬੀਰ ਸਾਹਿਬ ਦੱਸਦੇ ਆ ਕਿ ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਕਿ ਤੇਰੇ ਘਟ ਦੇ ਅੰਦਰ ਨਾ ਇੱਕ ਐਸਾ ਧਨ ਛੁਪਿਆ ਬੈਠਾ ਹੈ ਜਿਹਨੂੰ ਪਰਮਾਨੰਦ ਕਿਹਾ ਜਾਂਦਾ ਹੈ। ਕਿਉਂਕਿ ਜਿੱਥੇ ਪਰਮਾਨੰਦ ਰੂਪੀ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਉਹ ਆਨੰਦ ਵਿੱਚੋਂ ਹੀ ਸ਼ਾਂਤੀ, ਸਕੂਨ, ਖੁਸ਼ੀ, ਤੰਦਰੁਸਤੀ, ਹਰ ਚੀਜ਼ ਉਹਦੇ ਚੋਂ ਹੀ ਇਨਸਾਨ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਮਝਣਾ ਕਿ ਉਹ ਧਨ ਇਨਸਾਨ ਦੇ ਅੰਦਰ ਹੈ, ਪਰ ਅੱਜ ਤੱਕ ਇਨਸਾਨ ਨੂੰ ਉਹਦੀ ਖਬਰ ਨਹੀਂ ਹੋਈ। ਔਰ ਉਹਦੀ ਖਬਰ ਕਦੋਂ ਹੋਏਗੀ? ਜ਼ਰਾ ਸਮਝਣਾ। ਕਬੀਰ ਸਾਹਿਬ ਇਹੀ ਤਾਂ ਗੱਲ ਸਮਝਾ ਰਹੇ ਹੈ ਕਿ ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਕਹੇ ਕਬੀਰ ਗੁਰੂ ਗਿਆਨ ਵਿਨ ਕੋਈ ਜਾਣੇ ਨਹੀਂ। ਕਹਿੰਦੇ ਧਨ ਤਾਂ ਤੇਰੇ ਅੰਦਰ ਹੀ ਹੈ, ਉਹ ਪਰਮਾਨੰਦ ਤਾਂ ਤੇਰੇ ਅੰਦਰ ਹੀ ਹੈ, ਪਰਮ ਧਨ ਤਾਂ ਤੇਰੇ ਅੰਦਰ ਹੀ ਹੈ, ਪਰ ਉਹਨੂੰ ਤੈਨੂੰ ਪਾਣ ਦੀ ਕਲਾ ਨਹੀਂ ਆਉਂਦੀ। ਔਰ ਉਹਨੂੰ ਪਾਣ ਦੀ ਕਲਾ ਉਦੋਂ ਹੀ ਬੰਦਾ ਸਿੱਖੇਗਾ ਜਦੋਂ ਬਾਹਰਲੀਆਂ ਦੌੜਾਂ ਛੱਡ ਕੇ ਥੋੜੀ ਦੇਰ ਸਮਾਂ ਕੱਢ ਕੇ ਗੁਰੂ ਦੇ ਕੋਲ ਬੈਠੇਗਾ, ਯੁਕਤੀ ਲਏਗਾ ਕਿ ਮਾਰੇ ਯੁਕਤੀ ਦਿਓ, ਇਹ ਬਾਹਰਲਾ ਧਨ ਤਾਂ ਬਹੁਤ ਇਕੱਠਾ ਕਰ ਲਿਆ, ਹੁਣ ਅੰਦਰ ਪਰਮ ਆਨੰਦ ਦਾ, ਪਰਮ ਸ਼ਾਂਤੀ ਦਾ, ਪਰਮ ਸਕੂਨ ਦਾ ਧਨ ਵੀ ਥੋੜਾ ਜੋੜ ਲਈਏ। ਇਹ ਸਮਝਣਾ, ਕਿਉਂਕਿ ਫਿਰ ਕਵਾਂਗੇ ਕਿ ਧਨ ਸਿਰਫ ਉਹੀ ਨਹੀਂ ਹੁੰਦਾ ਜੋ ਜੇਬਾਂ 'ਚ ਪਰਸ 'ਚ ਰੱਖਿਆ ਜਾਂਦਾ ਹੈ। ਸਭ ਤੋਂ ਬੜਾ ਧਨ ਤਾਂ ਇਨਸਾਨ ਦਾ ਹੀ ਇਹ ਹੈਲਥ ਕਹਿ ਲੋ, ਆਨੰਦ ਕਹਿ ਲੋ, ਸ਼ਾਂਤੀ ਕਹਿ ਲੋ, ਸਕੂਨ ਕਹਿ ਲੋ। ਕਿਉਂਕਿ ਬਾਹਰ ਇਨਸਾਨ ਦੇ ਕੋਲ ਕਰੋੜਾਂ ਰੁਪਇਆ ਹੋਵੇ, ਪਰ ਜੇ ਜੀਵਨ 'ਚ ਆਨੰਦ ਸ਼ਾਂਤੀ ਨਾ ਹੋਵੇ ਤਾਂ ਫਿਰ ਇਨਸਾਨ ਨੇ ਉਹ ਕਰੋੜਾਂ ਰੁਪਇਆ ਨੂੰ ਕੀ ਕਰਨਾ? ਬੰਦਾ ਕਹਿੰਦਾ ਹੈ, ਜ਼ਰਾ ਧਿਆਨ ਦੇਣ ਵਾਲੀ ਗੱਲ ਹੈ, ਬੰਦਾ ਕੀ ਕਹਿੰਦਾ, ਕੀ ਕਰਨਾ ਹੈ ਪੈਸੇ ਨੂੰ ਜੇ ਜੀਵਨ 'ਚ ਸ਼ਾਂਤੀ ਨਹੀਂ ਹੈ, ਤੰਦਰੁਸਤੀ ਨਹੀਂ ਹੈ। ਇਸ ਲਈ ਅੱਜ ਅਸੀਂ ਕੁਝ ਸਮਝਣਾ ਹੈ ਕਿ ਕਿੱਦਾਂ ਅਸੀਂ ਉਹ ਸੱਚੇ ਧਨ ਨੂੰ ਪ੍ਰਾਪਤ ਕਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਸੱਚੇ ਧਨ ਤੱਕ ਪਹੁੰਚ ਸਕਦੇ ਹਾਂ। ਕਿਉਂਕਿ ਕੁਝ ਯੁਕਤੀਆਂ ਹੁੰਦੀਆਂ ਹੈ, ਕੁਝ ਤਰੀਕੇ ਹੁੰਦੇ ਹੈ, ਕੁਝ ਨਿਯਮ ਹੁੰਦੇ ਆ ਜੀਵਨ ਦੇ, ਕਿ ਅਗਰ ਅਸੀਂ ਉਹਨਾਂ ਨਿਯਮਾਂ ਨੂੰ, ਉਹਨਾਂ ਯੁਕਤੀਆਂ ਨੂੰ ਸਮਝ ਲਈਏ ਤਾਂ ਬੜੀ ਸਹਿਜਤਾ ਦੇ ਨਾਲ ਅਸੀਂ ਆਪਣੇ ਅੰਦਰਲੇ ਪਰਮ ਧਨ ਤੱਕ ਪਹੁੰਚ ਸਕਦੇ ਹਾਂ, ਜਿਹਦਾ ਇਸ਼ਾਰਾ ਕਬੀਰ ਸਾਹਿਬ ਕਰ ਰਹੇ ਹੈ ਕਿ ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਹੁਣ ਉਹ ਨਿਯਮ, ਉਹ ਕੁਝ ਯੁਕਤੀਆਂ, ਜਾਂ ਕਹਿ ਲਓ ਉਹ ਕੁਝ ਸਟੈਪ ਜਾਂ ਕੁਝ ਪੁਆਇੰਟ ਅਗਰ ਅਸੀਂ ਸਮਝ ਲਵਾਂਗੇ ਤਾਂ ਫਿਰ ਅਸੀਂ ਉਹ ਧਨ ਤੱਕ ਬੜੀ ਆਸਾਨੀ ਨਾਲ ਪਹੁੰਚ ਸਕਦੇ ਹਾਂ ਜਿਹੜਾ ਸਾਡੇ ਅੰਦਰ ਹੀ ਹੈ, ਜਿਹਨੂੰ ਪ੍ਰਮਾਤਮਾ ਕਹਿ ਲਓ, ਪ੍ਰਭੂ ਕਹਿ ਲਓ, ਪਰਮਾਨੰਦ ਕਹਿ ਲਓ, ਭਗਵਾਨ ਕਹਿ ਲਓ, ਈਸ਼ਵਰ ਕਹਿ ਲਓ, ਅੱਲਾ ਕਹਿ ਲਓ, ਨਾਮ ਜੋ ਮਰਜ਼ੀ ਦੇ ਦਿਓ। ਕਿਉਂਕਿ ਨਾਮ ਉਹਦੇ ਅਨੇਕਾਂ ਹੀ ਹੈ, ਪਰ ਅਸਰ ਤਾਂ ਇੱਕੋ ਹੀ ਹੈ, ਜੋ ਸਭ ਤੇ ਕਰ ਰਿਹਾ ਹੈ, ਜੋ ਸਭ ਨੂੰ ਚਲਾ ਰਿਹਾ ਹੈ, ਜੀਵਨ ਦੇ ਰਿਹਾ ਹੈ। ਸੋ ਧਨ ਕਹੀਂ ਨਾ ਪਾਈਏ, ਜੋ ਧਨ ਹੈ ਘਟ ਮਾਹੀ। ਕਹੇ ਕਬੀਰ ਗੁਰੂ ਗਿਆਨ ਵਿਨ ਕਉ ਜਾਣਤ ਨਹੀਂ। ਹੁਣ ਇੱਥੇ ਇਸ਼ਾਰਾ ਹੈ ਕਿ ਜੇ ਉਸ ਧਨ ਨੂੰ ਜਾਣਨਾ ਹੈ ਜਾਂ ਉਸ ਧਨ ਤੱਕ ਪਹੁੰਚਣਾ ਹੈ ਤਾਂ ਸਭ ਤੋਂ ਪਹਿਲਾਂ ਤੇਰੇ ਜੀਵਨ 'ਚ ਗੁਰੂ ਦਾ ਗਿਆਨ ਹੋਣਾ ਜ਼ਰੂਰੀ ਹੈ। ਸਮਝਦੇ ਹੋ ਕਿ ਨਹੀਂ? ਜਿਸ ਤਰ੍ਹਾਂ ਮਹਾਤਮਾ ਬੁੱਧ ਦੀ ਇੱਕ ਲਾਈਨ ਬੜੀ ਪਿਆਰੀ ਹੈ। ਮਹਾਤਮਾ ਬੁੱਧ ਦੱਸਦੇ ਹੈ ਕਿ जैसे बिना आग के दिया नहीं जलता, जैसे बिना आग के दिया नहीं जलता, ऐसे ही बिना गुरु के जीवन में आनंद, शांति और खुशी का दीपक नहीं जलता। ਉਹ ਕਹਿੰਦੇ ਜਿਸ ਤਰ੍ਹਾਂ ਬਾਹਰਲੇ ਦੀਵੇ ਨੂੰ ਜਗਾਉਣ ਵਾਸਤੇ ਨਾ ਅੱਗ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਦੀਵਾ ਲੈ ਲਓ, ਕੀਮਤੀ ਤੋਂ ਕੀਮਤੀ ਦੀਵਾ, ਕਿ ਬੰਦਾ ਕਹਿੰਦਾ ਮੈਂ ਸੋਨੇ ਦਾ ਦੀਵਾ ਬਣਾ ਲਿਆ,
ਮਿਸਾਲ ਦੇ ਰਹੇ ਇੱਕ ਕਿ ਬੰਦਾ ਕਹਿੰਦਾ ਮੈਂ ਸਭ ਤੋਂ ਕੀਮਤੀ ਦੀਵਾ, ਚਲੋ ਸੋਨੇ ਦਾ ਦੀਪਕ ਬਣਾ ਲਿਆ, ਔਰ ਉਹਦੇ ਵਿੱਚ ਤੇਲ ਵੀ ਪਾ ਦਿੱਤਾ ਜਾਂ ਘਿਓ ਵੀ ਪਾ ਦਿੱਤਾ ਦੇਸੀ, ਹੁਣ ਉਹਦੇ 'ਚ ਬੱਤੀ ਵੀ ਪਾ ਦਿੱਤੀ, ਕਾਟਨ ਲੈ ਕੇ ਰੂੰ ਲੈ ਕੇ ਬੱਤੀ ਵੀ ਪਾ ਦਿੱਤੀ। ਹੁਣ ਇੰਨਾ ਕੀਮਤੀ ਦੀਪਕ ਵਿੱਚ ਘਿਓ ਵੀ ਹੈ ਜਾਂ ਤੇਲ ਵੀ ਹੈ ਔਰ ਵਿੱਚ ਰੂਈ ਵੀ ਹੈ, ਸਭ ਕੁਝ ਹੈ, ਪਰ ਦੀਪਕ ਦਾ ਕੰਮ ਕੀ ਹੈ? ਜਦ ਤੱਕ ਉਹ ਜਲੇ ਨਾ ਉਹ ਵਿਅਰਥ ਹੈ, ਕਿਉਂਕਿ ਦੀਪਕ ਦਾ ਮਤਲਬ ਹੀ ਹੈ ਜਿਹਦੇ ਅੰਦਰ ਪ੍ਰਕਾਸ਼ ਹੋਵੇ। ਹੁਣ ਘਰ ਦਾ ਅੰਧਕਾਰ ਇਸ ਚੀਜ਼ ਨੇ ਦੂਰ ਨਹੀਂ ਕਰਨਾ ਕਿ ਦੀਪਕ ਸੋਨੇ ਦਾ ਜਾਂ ਮਿੱਟੀ ਦਾ ਹੈ, ਦੀਪਕ ਚਾਂਦੀ ਦਾ ਹੈ ਜਾਂ ਕਿਹੜੀ ਧਾਤੂ ਦਾ ਹੈ। ਹੁਣ ਚਾਹੇ ਸੋਨੇ ਦਾ ਦੀਵਾ ਵੀ ਤੁਸੀਂ ਅੰਧੇਰੇ ਘਰ 'ਚ ਰੱਖ ਦਿਓ ਤਾਂ ਕੀ ਹੋਏਗਾ? ਜੇ ਪ੍ਰਕਾਸ਼ ਹੀ ਨਾ ਹੋਏਗਾ ਤਾਂ ਸੋਨੇ ਦੇ ਦੀਵੇ ਨੇ ਕੋਈ ਅੰਦਰ ਅੰਧੇਰਾ ਥੋੜੀ ਦੂਰ ਕਰ ਦੇਣਾ ਹੈ। ਹੁਣ ਉੱਥੇ ਦੱਸਿਆ ਕਿ ਜਿਸ ਤਰ੍ਹਾਂ ਦੀਪਕ ਦੀ ਕੀਮਤ, ਦੀਪਕ ਦੀ ਅਹਿਮੀਅਤ ਉਹਦੀ ਜੋਤ ਨਾਲ ਹੈ, ਉਹਦੇ ਪ੍ਰਕਾਸ਼ ਨਾਲ ਹੈ। ਫਿਰ ਚਾਹੇ ਦੀਵਾ ਮਿੱਟੀ ਦਾ ਵੀ ਹੋਵੇ, ਪਰ ਅਗਰ ਉਹਦੇ ਅੰਦਰ ਵੀ ਜੋਤ ਹੈ ਤਾਂ ਮਿੱਟੀ ਦਾ ਦੀਵਾ ਵੀ ਘਰ ਦੇ ਅੰਧੇਰੇ ਨੂੰ ਦੂਰ ਕਰ ਸਕਦਾ ਹੈ। ਤਾਂ ਜੇ ਜੋਤ ਹੀ ਨਾ ਹੋਵੇ ਤਾਂ ਦੀਵਾ ਚਾਹੇ ਸੋਨੇ ਦਾ ਵੀ ਹੋਵੇ ਉਹ ਵੀ ਅੰਧਕਾਰ ਨੂੰ ਦੂਰ ਨਹੀਂ ਕਰ ਸਕਦਾ। ਇੱਥੇ ਪਤਾ ਕੀ ਲੱਗਦਾ ਕਿ ਅਹਿਮੀਅਤ ਕਿਹਦੀ ਹੈ ਜ਼ਿਆਦਾ? ਅਹਿਮੀਅਤ ਮਿੱਟੀ ਜਾਂ ਸੋਨੇ ਦੀ ਨਹੀਂ ਹੈ, ਅਹਿਮੀਅਤ ਹੈ ਉਹ ਪ੍ਰਕਾਸ਼ ਦੀ, ਕਿ ਉਹ ਪ੍ਰਕਾਸ਼ ਹੈ ਜਾਂ ਨਹੀਂ। ਔਰ ਇਹੀ ਚੀਜ਼ ਮਹਾਤਮਾ ਬੁੱਧ ਇਸ਼ਾਰਾ ਕਰਦੇ ਹੈ ਕਿ ਜਿਸ ਤਰ੍ਹਾਂ ਦੀਪਕ ਨੂੰ ਜਗਾਉਣ ਵਾਸਤੇ, ਉਹਦੇ ਪ੍ਰਕਾਸ਼ ਵਾਸਤੇ ਅਗਨੀ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਅਗਨੀ ਨਹੀਂ ਹੋਏਗੀ ਤਾਂ ਫਿਰ ਜਗੇਗਾ ਕਿਦਾਂ? ਜਿਹਦਾ ਕਿ ਸ਼ਬਦ ਅੰਦਰ ਵੀ ਆਂਦਾ ਹੈ ਨਾ ਕਿ ਦਿया ਬੱਤੀ तेल अग है क्यों नहीं जगावे, ਉਹ ਖਸਮ ਸੋਇਆ ਹੈ ਪਾਸ ਖਸਮ ਕੋ ਖੋਜਣ ਜਾਵੇ। ਕਬੀਰ ਸਾਹਿਬ ਦੀ ਬਾਣੀ ਹੈ ਕਿ ਤੇਰੇ ਕੋਲ ਜਿਹਨੂੰ ਗੁਰੂ ਮਿਲ ਜਾਂਦਾ ਹੈ ਫਿਰ ਸਮਝ ਲੈ ਕਿ ਦਿया ਤਾਂ ਹੈ, ਦਿया ਯਾਨੀ ਹੈ ਸਰੀਰ, ਕਿਉਂਕਿ ਮਿੱਟੀ ਤੋਂ ਕਹਿੰਦੇ ਨਾ ਬਣਦਾ ਹੈ, 5 ਤੱਤਾਂ ਤੋਂ ਬਣਦਾ ਹੈ। ਇਸੇ ਤਰ੍ਹਾਂ ਇੱਕ ਦੀਪਕ ਨੂੰ ਵੀ ਦੇਖੋਗੇ, ਬੰਦਾ ਕਹਿੰਦਾ ਦੀਵਾ ਕਿੱਥੋਂ ਬਣਿਆ? ਮਿੱਟੀ ਤੋਂ। ਕੀ ਕੱਲੀ ਮਿੱਟੀ ਤੋਂ ਬਣਿਆ? ਉਹ ਜਰਾ ਸੋਚ ਕੇ ਦੇਖੋ, ਮਿੱਟੀ ਤੋਂ ਨਹੀਂ ਬਣਿਆ। ਉਹ ਦੀਵੇ ਦੀ ਮਿੱਟੀ ਕਾਹਤੋਂ ਤਿਆਰ ਹੁੰਦੀ? ਉਹ 'ਚ ਪਾਣੀ ਵੀ ਪੈਂਦਾ ਹੈ, ਪੈਂਦਾ ਕਿ ਨਹੀਂ? ਫਿਰ ਪਾਣੀ ਵੀ ਪੈਂਦਾ ਹੈ ਔਰ ਉਹ ਮਿੱਟੀ ਨੂੰ ਅਗਨੀ ਵਿੱਚ ਵੀ ਪਕਾਇਆ ਜਾਂਦਾ ਹੈ, ਪਕਾਇਆ ਜਾਂਦਾ ਕਿ ਨਹੀਂ? ਉੱਥੇ ਹਵਾ ਦਾ ਵੀ ਰੋਲ ਹੈ, ਕਿਉਂਕਿ ਬਿਨਾਂ ਹਵਾ ਤੋਂ ਅੱਗ ਵੀ ਨਹੀਂ ਬਲਦੀ। ਯਾਨੀ ਅਗਰ ਦੇਖਿਆ ਜਾਵੇ ਤਾਂ ਸਧਾਰਨ ਦੀਪਕ ਅੰਦਰ ਵੀ 5 ਤੱਤ ਆਪਣਾ ਕੰਮ ਕਰਦੇ ਹੈ, ਕਿਉਂਕਿ ਜਦੋਂ ਦੀਵਾ ਤਿਆਰ ਹੋ ਜਾਂਦਾ ਹੈ ਤਾਂ ਉਹ ਜਿਹੜਾ ਖਾਲੀਪਨ ਹੈ ਜਿੱਥੇ ਤੇਲ ਪਾਇਆ ਜਾਂਦਾ ਉਹ ਆਕਾਸ਼ ਦਾ ਕੰਮ ਕਰਦਾ ਹੈ। ਸਮਝਦੇ ਹੋ? ਇਸ ਲਈ ਸਮਝਣਾ ਕਿ ਜਿੱਦਾਂ 5 ਤੱਤਾਂ ਤੋਂ ਇੱਕ ਮਿੱਟੀ ਦਾ ਦੀਪਕ ਤਿਆਰ ਹੁੰਦਾ ਹੈ, ਇਸੇ ਤਰ੍ਹਾਂ 5 ਤੱਤਾਂ ਤੋਂ ਸਾਡਾ ਇਹ ਵਜੂਦ ਬਣਦਾ ਹੈ, ਜਿਸਮ ਬਣਦਾ ਹੈ। ਔਰ ਜਿੱਦਾਂ ਉਹ ਦੀਵੇ ਦੇ ਅੰਦਰ ਤੇਲ ਹੈ, ਬੱਤੀ ਹੈ, ਇਸੇ ਤਰ੍ਹਾਂ ਸਮਝ ਲਓ ਕਿ ਇਨਸਾਨ ਦੇ ਜੀਵਨ 'ਚ ਵੀ ਇਹ ਸਵਾਸਾ ਰੂਪੀ ਤੇਲ ਹੈ ਜਾਂ ਉਹ ਰੂਹ ਰੂਪੀ ਬੱਤੀ ਇਹਦੇ ਅੰਦਰ ਹੈ। ਹੁਣ ਜ਼ਰੂਰਤ ਹੈ ਗੁਰੂ ਰੂਪੀ ਗਿਆਨ ਦੇ ਪ੍ਰਕਾਸ਼ ਦੀ, ਉਹ ਜੋਤ ਦੀ, ਕਿ ਜਿਹੜਾ ਇਹਨੂੰ ਜਗਾਵੇ ਔਰ ਅੰਦਰਲੇ ਅੰਧਕਾਰ ਨੂੰ ਸਦਾ ਵਾਸਤੇ ਦੂਰ ਕਰ ਦੇਵੇ। ਹੁਣ ਸਰੀਰ ਨੂੰ ਅਸੀਂ ਜਿੰਨਾ ਮਰਜ਼ੀ ਸਜਾਈ ਜਾਈਏ, ਬੰਦਾ ਕਹੇ ਮੈਂ ਤਾਂ ਕੋਟ ਪੈਂਟ ਪਾਣਾ ਜਿਹੜਾ ਇੰਨੇ ਲੱਖ ਦਾ ਹੋਵੇ, ਜਾਂ ਇਦਾਂ ਦਾ ਸੂਟ ਪਾਣਾ, ਇਦਾਂ ਦੀ ਸਾੜੀ ਪਾਣੀ ਜਿਹੜੀ ਲੱਖਾਂ ਦੀ ਹੋਵੇ, ਇਹ ਤਾਂ ਉਹੀ ਗੱਲ ਹੈ ਕਿ ਦੀਪਕ ਨੂੰ ਸੋਨੇ ਦਾ ਬਣਾ ਲਈਏ। ਸਮਝਦੇ ਹੋ ਕਿ ਨਹੀਂ? ਪਰ ਫਿਰ ਵੀ ਜੇ ਪ੍ਰਕਾਸ਼ ਹੀ ਨਹੀਂ ਹੈ ਤਾਂ ਉਹਦੀ ਅਹਿਮੀਅਤ ਕੀ ਹੈ? ਦੇਖਣ ਨੂੰ ਤਾਂ ਲੱਗੇਗਾ ਸੋਨੇ ਦਾ ਦੀਵਾ ਹੈ ਮੇਰੇ ਕੋਲ, ਪਰ ਜੇ ਜਗੇ ਹੀ ਨਾ, ਪ੍ਰਕਾਸ਼ ਹੀ ਨਾ ਹੋਵੇ ਤਾਂ ਉਹ ਉਸ ਮਕਸਦ ਵਿੱਚ ਸਫਲ ਹੀ ਨਹੀਂ ਹੋ ਪਾਉਂਦਾ ਜਿਸ ਵਾਸਤੇ ਉਹ ਬਣਿਆ ਹੈ। ਇਸੇ ਤਰ੍ਹਾਂ ਇਨਸਾਨ ਵੀ ਬਣਿਆ ਹੈ ਤਾਂ ਸਿਰਫ ਇਸ ਲਈ ਨਹੀਂ ਬਣਿਆ ਕਿ ਤਨ ਤੇ ਅਸੀਂ ਲੱਖਾਂ ਦੇ ਗਹਿਣੇ ਪਾ ਲਈਏ, ਲੱਖਾਂ ਦੇ ਕੱਪੜੇ ਪਾ ਲਈਏ, ਜਾਂ ਕੀਮਤੀ ਤੋਂ ਕੀਮਤੀ ਆਹ ਚੀਜ਼ ਕਰ ਲਈਏ, ਉਹ ਚੀਜ਼ ਕਰ ਲਈਏ, ਕਿਉਂਕਿ ਚੀਜ਼ਾਂ ਬਹੁਤ ਆ ਜਾਂਦੀਆਂ, ਇਸ ਲਈ ਸਾਨੂੰ ਆਹ ਜਾਂ ਉਹ ਕਹਿਣਾ ਪਿਆ। ਸਮਝਦੇ ਹੋ? ਇਨਸਾਨ ਭੋਜਨ ਵੀ ਕਰਦਾ ਹੈ, ਠੀਕ ਹੈ, ਜ਼ਰੂਰੀ ਹੈ ਜੀਵਨ ਵਾਸਤੇ, ਪਰ ਇਹ ਜੀਵਨ ਦੀ ਸਫਲਤਾ ਸਿਰਫ ਕੀਮਤੀ ਕੱਪੜੇ 'ਚ ਨਹੀਂ ਹੈ, ਕੀਮਤੀ ਭੋਜਨ 'ਚ ਨਹੀਂ ਹੈ, ਕੀਮਤੀ ਪਦਾਰਥਾਂ 'ਚ ਨਹੀਂ ਹੈ। ਜੀਵਨ ਦੀ ਸਫਲਤਾ ਹੈ ਕਿ ਜਿਸ ਵਾਸਤੇ ਸਾਨੂੰ ਇਹ ਜੀਵਨ ਰੂਪੀ ਦੀਪਕ ਮਿਲਿਆ, ਇਹਦੇ ਅੰਦਰੋਂ ਪ੍ਰਕਾਸ਼ ਜਗਦਾ ਜਾਂ ਨਹੀਂ। ਇਸ ਲਈ ਸਮਝਣਾ। ਸੋ ਇਹੀ ਚੀਜ਼ ਇੱਥੇ ਮਹਾਤਮਾ ਬੁੱਧ ਇਸ਼ਾਰਾ ਕਰ ਰਹੇ ਕਿ ਜਿਸ ਤਰ੍ਹਾਂ ਇੱਕ ਬੁਝੇ ਹੋਏ ਦੀਪਕ ਨੂੰ ਜਗਾਉਣ ਵਾਸਤੇ ਅਗਨੀ ਦੀ ਜ਼ਰੂਰਤ ਹੈ, ਬਿਨਾ आग के, जैसे बिना आग के दिया नहीं जलता, दीपक नहीं जलता, ऐसे ही बिना गुरु के जीवन में ज्ञान शांति। जरा गौर करना की महात्मा बुद्ध कहते हैं, ज्ञान दा, शांति दा और आनंद दा, कहते दिया नहीं जलेगा। इत्थे उन्होंने ज्ञान भी किया, शांति भी किया और आनंद भी किया, क्योंकि ज्ञान ਦੇ ਨਾਲ ਹੀ ਇਨਸਾਨ ਦੇ ਜੀਵਨ 'ਚ ਸ਼ਾਂਤੀ ਉਤਰਦੀ ਹੈ। ਜਦੋਂ ਬੰਦੇ ਨੂੰ ਇਹ ਗੱਲ ਸਮਝ ਲੈਣਾ, ਗਿਆਨ ਦਾ ਮਤਲਬ ਕੀ ਹੁੰਦਾ ਹੈ। ਹੁਣ ਫਰਜ਼ ਕਰੋ ਅਸੀਂ ਇਸ ਪੰਡਾਲ 'ਚ ਬੈਠੇ ਹਾਂ, ਇਸ ਪੰਡਾਲ 'ਚ ਬੈਠੇ ਹਾਂ, ਆਰਾਮ ਨਾਲ ਬੈਠੇ ਹਾਂ,
ਬੜੀ ਸ਼ਾਂਤੀ ਨਾਲ ਬੈਠੇ ਆ, ਕਿਉਂਕਿ ਸਾਨੂੰ ਪਤਾ ਕਿ ਜਦੋਂ ਸਤਸੰਗ ਸਮਾਪਤ ਹੋਣਾ, ਜਦੋਂ ਦਿਲ ਕਰੇਗਾ ਉੱਠ ਕੇ ਬਾਹਰ ਚਲੇ ਜਾਵਾਂਗੇ। ਪਰ ਜੇ ਹੁਣੇ ਹੀ ਕੋਈ ਕਹਿ ਦੇਵੇ ਕਿ ਭਾਈ ਇੱਥੋਂ ਤੁਸੀਂ ਹਿੱਲ ਨਹੀਂ ਸਕਦੇ, ਇੱਥੇ ਤੁਹਾਨੂੰ ਬੰਦੀ ਬਣਾ ਦਿੱਤਾ ਗਿਆ ਹੈ, ਤੁਸੀਂ ਇੱਥੇ ਬੈਠੇ ਹੀ ਰਹਿਣਾ, ਤਾਂ ਨਾਲ ਹੀ ਪਰੇਸ਼ਾਨੀ ਹੈ। ਹੁਣ ਮੈਨੂੰ ਇੱਥੇ ਹੀ ਬੈਠਣਾ ਪੈਣਾ। ਜੇ ਤਾਂ ਫਰਜ਼ ਕਰੋ ਇੱਕ ਕਮਰੇ 'ਚ ਤੁਸੀਂ ਚਲੇ ਗਏ, ਤੁਸੀਂ ਰੋਜ਼ ਆਪਣੇ ਬੈਡਰੂਮ 'ਚ ਜਾਂਦੇ ਹੋ, ਜਾ ਕੇ ਸੌ ਜਾਂਦੇ ਹੋ ਕਿ ਨਹੀਂ? ਜਾ ਕੇ ਸੌ ਜਾਂਦੇ ਹੋ, ਆਰਾਮ ਨਾਲ ਸੌ ਜਾਂਦੇ ਹੋ। ਭਾਈ ਬੈਡਰੂਮ ਕਿਸ ਵਾਸਤੇ ਹੈ? ਆਰਾਮ ਕਰਨ ਵਾਸਤੇ ਹੈ। ਥਕਾਵਟ ਉਤਰ ਜਾਂਦੀ ਸੌ ਕੇ। ਪਰ ਕੋਈ ਆਵੇ ਔਰ ਤੁਹਾਨੂੰ ਕਵੇ ਲੈ ਹੁਣ ਬੈਡਰੂਮ 'ਚ ਵੜ ਜਾ, ਮੈਂ ਲਾਤਾ ਬਾਹਰੋਂ ਤਾਲਾ, ਆ ਬੈਗ ਮੇਰੇ ਕੋਲ ਗਨ, ਜੇ ਬਾਹਰ ਨਿਕਲੇ ਗੋਲੀ ਮਾਰ ਦੇਣੀ ਤੇਰੇ, ਮੈਂ ਅੰਦਰ ਹੀ ਰਹਿਣਾ ਤੂੰ, ਤਾਂ ਹੁਣ ਰਾਤ ਨੂੰ ਨੀਂਦ ਹੀ ਨਹੀਂ ਆਏਗੀ। ਉਹੀ ਬੈਡਰੂਮ ਹੁਣ ਖਾਣ ਨੂੰ ਪਏਗਾ, ਯਾਰ ਮੈਂ ਬਾਹਰ ਨਹੀਂ ਨਿਕਲ ਸਕਦਾ, ਹਾਏ ਮੇਰਾ ਤਾਂ ਘੁੱਟਣ ਹੋ ਰਹੀ ਹੈ, ਮੈਨੂੰ ਬਾਹਰ ਜਾਣ ਦਿਓ ਮੈਨੂੰ। ਕਾਰਨ ਕੀ ਹੈ ਕਿ ਇਨਸਾਨ ਤੰਗ ਤੋਂ ਤੰਗ ਜਗ੍ਹਾ 'ਚ ਵੀ ਬੈਠ ਸਕਦਾ ਜਦੋਂ ਉਹਨੂੰ ਪਤਾ ਹੋਵੇ ਮੇਰੇ ਕੋਲ ਨਿਕਲਣ ਦਾ ਰਸਤਾ, ਮੈਂ ਜਦੋਂ ਚਾਹਾਂ ਬਾਹਰ ਨਿਕਲ ਸਕਦਾ ਹੈ। ਤਾਂ ਉਹ ਖੁੱਲੀ ਤੋਂ ਖੁੱਲੀ ਜਗ੍ਹਾ ਵੀ ਇਨਸਾਨ ਨੂੰ ਤੰਗ ਲੱਗਣ ਲੱਗ ਜਾਂਦੀ ਜਦੋਂ ਪਤਾ ਕਿ ਇੱਥੋਂ ਨਿਕਲਣ ਦਾ ਕੋਈ ਰਸਤਾ ਹੈ ਹੀ ਨਹੀਂ। ਬੰਦਾ ਪਰੇਸ਼ਾਨ ਹੋ ਜਾਂਦਾ ਹੈ। ਇਹ ਤਾਂ ਕਰਕੇ ਦੇਖ ਲੈਣਾ ਕਦੀ। ਇੱਕ ਬੱਚਾ ਕਮਰੇ 'ਚ ਬੈਠਾ ਹੈ, ਟੀਵੀ ਦੇਖ ਰਿਹਾ ਹੈ, ਭਾਵੇਂ ਸਾਰਾ ਦਿਨ ਬੈਠਾ ਦੇਖੀ ਜਾਵੇ, ਕੋਈ ਪ੍ਰੋਬਲਮ ਨਹੀਂ। ਹੁਣ ਉਸੇ ਹੀ ਕਮਰੇ 'ਚ ਮਾਂ ਜ਼ਬਰਦਸਤੀ ਬਾਹ ਫੜ ਕੇ ਬਾਹਰੋਂ ਕੁੰਡੀ, ਤੂੰ ਅੰਦਰੋਂ ਬਾਹਰ ਨਹੀਂ ਨਿਕਲਣਾ, ਲੈ ਕਰ ਦਿੱਤਾ ਤੈਨੂੰ ਬੰਦ, ਲਾਤਾ ਬਾਹਰੋਂ ਲੋਕ, ਤਾਂ ਉਹੀ ਬੱਚਾ ਅੰਦਰ ਰੋ ਰੋ ਕੇ ਦਰਵਾਜ਼ਾ ਭੰਨਿਆ, ਬਾਹਰ ਕੱਢੋ ਬਾਹਰ ਕੱਢੋ। ਭਾਈ ਹੁਣ ਵੀ ਟੀਵੀ ਦੇਖ ਲੈ ਤੂੰ, ਹੁਣ ਤਾਂ ਤੇਰੇ ਕੋਲ ਮੌਕਾ ਆ, ਟੀਵੀ ਚਲਾ, ਬੈਠਾ ਦੇਖੀ ਜਾ। ਹੁਣ ਤਾਂ ਮਾਂ ਨੇ ਆਪ ਬੰਦ ਕੀਤਾ ਤੈਨੂੰ, ਪਰ ਨਹੀਂ, ਉਸਲੇ ਬੱਚਾ ਦਰਵਾਜ਼ਾ ਪਿੱਟੇਗਾ, ਰੋਏਗਾ, ਬਾਹਰ ਕੱਢੋ, ਕਿਉਂਕਿ ਹੁਣ ਉਹਨੂੰ ਕੀ ਹੈ ਕਿ ਮੈਨੂੰ ਬੰਦ ਕਰ ਦਿੱਤਾ, ਇੱਥੇ ਮੈਂ ਨਿਕਲ ਹੀ ਨਹੀਂ ਸਕਦਾ। ਸੋ ਦੱਸਣਾ ਕੀ ਚਾਹੁੰਦੇ ਆ ਕਿ ਸਭ ਤੋਂ ਪਹਿਲੀ ਗੱਲ, ਜੀਵਨ 'ਚ ਗਿਆਨ ਦੇ ਨਾਲ ਹੀ ਸ਼ਾਂਤੀ ਆਉਂਦੀ ਹੈ। ਇਹਦੇ ਪਿੱਛੇ ਰਾਜ ਕੀ ਹੈ? ਇਹ ਹੈ ਕਿ ਜਦੋਂ ਇਨਸਾਨ ਦੇ ਜੀਵਨ 'ਚ ਮੁਸੀਬਤਾਂ ਹੈ, ਪਰੇਸ਼ਾਨੀਆਂ ਹੈ, ਤਕਲੀਫਾਂ ਹੈ, ਦੁੱਖ ਹੈ, ਬਿਮਾਰੀਆਂ ਹੈ, ਹੁਣ ਜਿਹੜਾ ਇਨਸਾਨ ਇਹ ਸੋਚ ਲੈਂਦਾ ਹੈ ਹਾਏ ਬਿਮਾਰੀ, ਇਹ 'ਚੋਂ ਨਿਕਲਣ ਦਾ ਕੋਈ ਰਸਤਾ ਹੈ ਨਹੀਂ, ਇਹ ਮੁਸੀਬਤ 'ਚੋਂ ਨਿਕਲਣ ਦਾ ਕੋਈ ਰਸਤਾ ਹੈ ਨਹੀਂ, ਤਾਂ ਸਾਡਾ ਮਨ ਤੜਫਣਾ ਸ਼ੁਰੂ ਹੋ ਜਾਂਦਾ ਹੈ। ਪਰ ਜਦੋਂ ਗੁਰੂ ਗਿਆਨ ਦਿੰਦਾ ਹੈ ਨਾ, ਉਹ ਗੁਰੂ ਕਹਿੰਦਾ ਹਰ ਮੁਸੀਬਤ 'ਚੋਂ ਨਿਕਲਣ ਦਾ ਰਸਤਾ ਹੈ, ਹਰ ਮੁਸੀਬਤ 'ਚੋਂ ਨਿਕਲਣ ਦਾ ਹੱਲ ਹੈ, ਤਾਂ ਬੰਦੇ ਨੂੰ ਇੱਕ ਸ਼ਾਂਤੀ ਮਿਲ ਜਾਂਦੀ। ਬੰਦਾ ਫਿਰ ਟਿਕ ਕੇ ਬਹਿ ਜਾਂਦਾ, ਕਹਿੰਦਾ ਲੈ ਜੇ ਮੁਰਸ਼ਿਦ ਨੇ ਕਹਿ ਦਿੱਤਾ, ਜੇ ਗੁਰੂ ਨੇ ਕਹਿ ਦਿੱਤਾ ਕਿ ਇਹ ਤੇਰੀ ਪਰੇਸ਼ਾਨੀ, ਇਹਦੇ 'ਚੋਂ ਨਿਕਲਣ ਦਾ ਮਾਰਗ ਹੈ, ਤਾਂ ਬੰਦਾ ਕਹਿੰਦਾ ਹੁਣ ਕਾਹਦੀ ਪਰਵਾਹ। ਜਦੋਂ ਬੱਚੇ ਨੂੰ ਪਤਾ ਲੱਗ ਜਾਂਦਾ ਹੁਣ ਕੁੰਡੀ ਖੁੱਲੀ ਹੈ, ਜਦੋਂ ਮਰਜ਼ੀ ਆਵਾਂ ਜਾਵਾਂ, ਤਾਂ ਬੱਚਾ ਫਿਰ ਰੋਣਾ ਵੀ ਬੰਦ ਕਰ ਦਿੰਦਾ। ਪਰ ਜਦ ਤੱਕ ਉਹਦੇ ਮਨ ਦੀ ਇੱਕ ਸੋਚ ਹੁੰਦੀ ਕਿ ਇਹ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਨਹੀਂ, ਉਹ ਤੜਫਦਾ ਹੈ, ਰੋਂਦਾ ਹੈ। ਅੱਜ ਇਹੀ ਇਨਸਾਨ ਦੀਆਂ ਮੁਸੀਬਤਾਂ ਪਰੇਸ਼ਾਨੀਆਂ ਦਾ ਵੀ ਕਾਰਨ ਹੈ ਕਿ ਜਦੋਂ ਇਨਸਾਨ ਆਪਣੇ ਦਿਮਾਗ ਅੰਦਰ ਆਪਣੇ ਰੋਗ ਨੂੰ, ਆਪਣੀ ਬਿਮਾਰੀ ਨੂੰ, ਆਪਣੇ ਜੀਵਨ ਦੀ ਕਮੀ ਨੂੰ, ਜਾਂ ਕੋਈ ਵੀ ਚੀਜ਼ ਹੋਵੇ, ਉਹਨੂੰ ਐਡਾ ਬੜਾ ਸਮਝ ਲੈਂਦਾ ਹੈ ਕਿ ਭਾਈ ਇੱਥੋਂ ਨਿਕਲਣਾ ਮੁਸ਼ਕਿਲ ਹੈ, ਇਹਦਾ ਕੋਈ ਹੱਲ ਹੈ ਨਹੀਂ, ਤਾਂ ਉਸ ਲਈ ਬੰਦਾ ਫਿਰ ਮਰਨਾ ਸ਼ੁਰੂ ਹੁੰਦਾ ਹੈ। ਸਮਝਦੇ ਹੋ ਕਿ ਨਹੀਂ? ਪਰ ਜਦੋਂ ਉਹਨੂੰ ਪਤਾ ਹੈ ਮੁਸੀਬਤ ਜਿੱਡੀ ਮਰਜ਼ੀ ਹੋਵੇ, ਪਰੇਸ਼ਾਨੀ ਜਿੱਡੀ ਮਰਜ਼ੀ ਹੋਵੇ, ਬਿਮਾਰੀ ਜਿੱਡੀ ਮਰਜ਼ੀ ਬੜੀ ਹੋਵੇ, ਪਰ ਮੇਰਾ ਮੁਰਸ਼ਿਦ ਬੈਠਾ ਮੈਨੂੰ ਹਰ ਬਿਮਾਰੀ ਚੋਂ ਕੱਢਣ ਵਾਲਾ, ਉਹ ਤਾਕਤ ਹੈ ਮੇਰੇ ਨਾਲ, ਤਾਂ ਫਿਰ ਬੰਦੇ ਨੂੰ ਇੱਕ ਸਕੂਨ, ਇੱਕ ਸ਼ਾਂਤੀ, ਇੱਕ ਚੈਨ ਆਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਗਿਆਨ ਦਾ ਮਤਲਬ ਇਹੀ ਹੈ ਕਿ ਗੁਰੂ ਸਾਨੂੰ ਉਹ ਗਿਆਨ ਦਿੰਦਾ ਹੈ ਕਿ ਬੇਟਾ ਜਾਂ ਪਿਆਰਿਆ, ਇਹ ਸਮਝ ਕਿ ਕੋਈ ਜੀਵਨ ਜਿੱਦਾਂ ਦੀ ਮੁਸੀਬਤ ਨਹੀਂ ਹੈ ਜਿਹਦਾ ਹੱਲ ਉਹਦੀ ਰਹਿਮਤ ਨਾ ਕਰ ਸਕੇ। ਇਸ ਲਈ ਤੈਨੂੰ ਡਰਨ ਦੀ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਤੁਹਾਨੂੰ ਵੀ ਇਹੀ ਗੱਲ ਕਹੀਦੀ ਹੈ ਕਿ ਜੀਵਨ 'ਚ ਤੁਹਾਡੇ ਕੋਈ ਮੁਸ਼ਕਿਲ ਪਰੇਸ਼ਾਨੀ ਹੋਵੇ ਤਾਂ ਕਦੀ ਆਪਣੇ ਆਪ ਨੂੰ ਇਦਾਂ ਨਾ ਸੋਚੋ ਕਿ ਲੈ ਵੀ ਇਹ 'ਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਨਹੀਂ, ਬਲਕਿ ਇਹ ਸੋਚਿਆ ਕਰੋ ਮੇਰੇ ਕੋਲ ਬੇਸ਼ੱਕ ਰਸਤਾ ਹੈ ਨਹੀਂ, ਪਰ ਮੇਰੇ ਮਾਲਿਕ ਕੋਲ ਹਰ ਮੁਸ਼ਕਿਲ ਦਾ ਹੱਲ ਹੈ। ਮੇਰੇ ਮਾਲਿਕ ਕੋਲ ਹਰ ਮੁਸ਼ਕਿਲ ਦੇ ਦਰਵਾਜ਼ੇ ਦੀ ਚਾਬੀ ਹੈ। ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਫਿਰ ਕੋਈ ਦਰਵਾਜ਼ਾ, ਕੋਈ ਦੁੱਖ, ਕੋਈ ਪਰੇਸ਼ਾਨੀ ਮੈਨੂੰ ਕੈਦ 'ਚ ਨਹੀਂ ਰੱਖ ਸਕਦੀ। ਉਹ ਆਏਗਾ ਔਰ ਸਾਰੇ ਦਰਵਾਜ਼ੇ ਤੋੜ ਕੇ ਮੈਨੂੰ ਲੈ ਜਾਏਗਾ। ਇਹ ਸਮਝਣਾ ਜ਼ਰਾ ਸਾਰਿਆਂ ਨੇ। ਇਹਨੂੰ ਕਹਿੰਦੇ ਆ ਪਿਆਰ, ਇਹਨੂੰ ਕਹਿੰਦੇ ਆ ਵਿਸ਼ਵਾਸ, ਇਹਨੂੰ ਕਹਿੰਦੇ ਆ ਆਪਣੇ ਮਾਲਿਕ ਤੇ ਯਕੀਨ ਕਰਨਾ। ਔਰ ਇਹ ਕਦੋਂ ਹੁੰਦਾ ਹੈ ਕਿ ਜਦੋਂ ਸਾਨੂੰ ਗੁਰੂਆਂ ਰਹਿਬਰਾਂ ਦੀ ਸੰਗਤ ਵਿੱਚ ਬਹਿ ਕੇ ਸਮਝਣ ਦਾ ਮੌਕਾ ਮਿਲਦਾ ਹੈ। ਅੱਜ ਤੁਸੀਂ ਸਤਸੰਗ 'ਚ ਬੈਠੇ ਹੋ, ਸਮਝਣ ਦਾ ਮੌਕਾ ਮਿਲਦਾ ਹੈ ਕਿ ਕੋਈ ਮੁਸ਼ਕਿਲ ਐਸੀ ਨਹੀਂ ਹੈ ਜਿਹਦਾ ਹੱਲ ਨਾ ਹੋਵੇ। ਤਾਂ ਇੰਨਾ ਸੁਣ ਕੇ ਬੰਦੇ ਨੂੰ ਇੱਕ ਸ਼ਾਂਤੀ ਮਿਲ ਜਾਂਦੀ ਹੈ ਕਿ ਜੇ ਮੇਰੇ ਜੀਵਨ 'ਚ ਇਸ ਲਈ ਪ੍ਰੋਬਲਮ ਹੈ ਨਾ, ਤਾਂ ਮੈਂ ਕਿਉਂ ਡਰਾਂ, ਕਿਉਂਕਿ ਮੈਨੂੰ ਮੇਰੇ ਮੁਰਸ਼ਿਦ ਨੇ ਕਹਿ ਦਿੱਤਾ ਕਿ ਹਰ ਮੁਸ਼ਕਿਲ ਦਾ ਹੱਲ ਹੈ। ਤੂੰ ਫਿਕਰ ਨਾ ਕਰ, ਵਿਸ਼ਵਾਸ ਰੱਖ, ਵਕਤ ਆਉਣ ਤੇ ਤੈਨੂੰ ਮੁਸ਼ਕਿਲ 'ਚੋਂ ਜ਼ਰੂਰ ਕੱਢਾਂਗੇ। ਬੋਲੋ ਸਮਝਦੇ ਹੋ ਕਿ ਨਹੀਂ? ਵਕਤ ਆਉਣ ਤੇ ਤੈਨੂੰ ਜ਼ਰੂਰ ਮੁਸ਼ਕਿਲ 'ਚੋਂ ਕੱਢਾਂਗੇ। ਜਦੋਂ ਇਨਸਾਨ ਇਹਨਾਂ ਵਚਨਾਂ ਤੇ ਯਕੀਨ ਰੱਖਦਾ ਹੈ ਤਾਂ ਫਿਰ ਮੁਸ਼ਕਿਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਹੀ ਚੀਜ਼ ਮਹਾਤਮਾ ਬੁੱਧ ਕਹਿ ਰਹੇ ਕਿ ਬਿਨਾਂ ਗੁਰੂ ਤੋਂ ਜੀਵਨ ਦੇ ਵਿੱਚ ਗਿਆਨ ਦਾ, ਸ਼ਾਂਤੀ ਦਾ ਔਰ ਆਨੰਦ ਦਾ ਦੀਪਕ ਕਦੀ ਨਹੀਂ ਜਗਦਾ। ਸਮਝਦੇ ਹੋ?
ਹੁਣ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਆਨੰਦ ਦਾ, ਗਿਆਨ ਦਾ ਔਰ ਸ਼ਾਂਤੀ ਦਾ ਦੀਪਕ ਜਗਾਉਣਾ ਹੈ। ਔਰ ਜਿਸ ਤਰ੍ਹਾਂ ਦੱਸਿਆ ਕਿ ਉਹਦੇ ਵਾਸਤੇ ਸਾਨੂੰ ਕੁਝ ਕਰਮ ਕਰਨੇ ਪੈਣਗੇ। ਬਸ ਉਹ ਕੁਝ ਪੁਆਇੰਟ, ਕੁਝ ਸਟੈਪ ਜੋ ਅਸੀਂ ਸਮਝਾਣੇ ਔਰ ਤੁਸੀਂ ਸਮਝਣੇ ਹੈ। ਸੋ ਪਹਿਲਾ ਸਟੈਪ ਅਸੀਂ ਕੀ ਸਮਝਣਾ ਹੈ? ਅਗਰ ਚਾਹੁੰਦੇ ਹਾਂ ਕਿ ਸਾਡੇ ਜੀਵਨ 'ਚ ਆਨੰਦ ਦਾ, ਸ਼ਾਂਤੀ ਦਾ ਦੀਪਕ ਬਲੇ, ਤਾਂ ਇਹ ਗਿਆਨ ਲੈਣਾ ਹੈ। ਕਿਉਂਕਿ ਸ਼ੁਰੂਆਤ ਉਹਨਾਂ ਨੇ ਗਿਆਨ ਤੋਂ ਕੀਤੀ। ਗਿਆਨ ਯਾਨੀ ਜੋ ਮੁਰਸ਼ਿਦ, ਜੋ ਗੁਰੂ ਰਹਿਬਰ ਸਾਨੂੰ ਸਮਝਾਉਂਦੇ ਹੈ, ਜਦੋਂ ਉਹਨੂੰ ਸਮਝ ਕੇ ਉਸ ਤੇ ਅਮਲ ਕਰਦੇ ਹਾਂ ਤਾਂ ਫਿਰ ਸਾਡੇ ਜੀਵਨ 'ਚ ਸ਼ਾਂਤੀ ਵੀ ਆਉਂਦੀ ਹੈ ਔਰ ਫਿਰ ਅਸੀਂ ਆਨੰਦ ਤੱਕ ਵੀ, ਪਰਮਾਤਮਾ ਤੱਕ ਵੀ ਪਹੁੰਚ ਜਾਂਦੇ ਹਾਂ। ਸੋ ਸਟੈਪ ਬਾਈ ਸਟੈਪ ਅੱਜ ਅਸੀਂ ਸਮਝਣਾ ਹੈ। ਗਿਆਨ ਤੋਂ ਸ਼ੁਰੂਆਤ ਕਰਨੀ ਹੈ, ਫਿਰ ਸ਼ਾਂਤੀ ਕਿੱਦਾਂ ਆਏਗੀ ਔਰ ਫਿਰ ਆਨੰਦ ਤੱਕ ਕਿੱਦਾਂ ਪਹੁੰਚਣਾ ਹੈ। ਸੋ ਪਹਿਲਾ ਪੁਆਇੰਟ ਅਸੀਂ ਕੀ ਸੀ? ਅਸੀਂ ਤੁਹਾਨੂੰ ਇੱਕ ਸਵਾਲ ਪੁੱਛਣਾ ਹੈ ਕਿ ਕੀ ਤੁਸੀਂ ਈਸ਼ਵਰ ਦੇ ਹੱਥ ਬਣੋਗੇ? ਕੀ ਤੁਸੀਂ ਈਸ਼ਵਰ ਦੇ ਹੱਥ ਬਣੋਗੇ? ਹੁਣ ਤੁਸੀਂ ਕਹਿਣਾ ਜੀ ਇਹ ਮਾਲਕ ਕਿਉਂ ਪੁੱਛ ਰਹੇ ਹੈ? ਤੇ ਇਹਦੇ ਪਿੱਛੇ ਕਹਾਣੀ ਹੈ, ਫਿਰ ਸਮਝ ਆਏਗਾ। ਇਹ ਕਹਾਣੀ ਹੈ ਜਰਮਨੀ ਜਦੋਂ ਦੂਸਰਾ ਵਿਸ਼ਵ ਯੁੱਧ ਹੋ ਰਿਹਾ ਸੀ, ਤਾਂ ਜਰਮਨ ਦੇ ਅੰਦਰ ਇੱਕ ਏਰੀਆ 'ਚ ਨਾ ਜੀਸਸ ਕ੍ਰਾਈਸਟ ਦੀ ਇੱਕ ਪ੍ਰਤਿਮਾ ਸੀ, ਇੱਕ ਮੂਰਤੀ ਸੀ, ਜਿਹੜੇ ਇਦਾਂ ਹੱਥ ਕਰਕੇ ਨਾ, ਹੱਥ ਉੱਪਰ ਨੂੰ ਚੱਕੇ ਹੋਏ ਦੋਈ, ਜੀਸਸ ਕ੍ਰਾਈਸਟ ਨੇ, ਯਿਸੂ ਮਸੀਹ ਨੇ। ਔਰ ਉਹ ਸਟੈਚੂ, ਉਹ ਮੂਰਤੀ ਲੱਗੀ ਹੋਈ ਸੀ ਉੱਥੇ ਜਰਮਨੀ ਦੇ ਇੱਕ ਏਰੀਏ ਵਿੱਚ। ਪਰ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਤਾਂ ਉਹ ਬੰਬਵਾਰੀ ਦੇ ਵਿੱਚ ਜੀਸਸ ਕ੍ਰਾਈਸਟ ਦੇ ਦੋਨੇ ਹੱਥ ਨਸ਼ਟ ਹੋ ਗਏ, ਕਿਉਂਕਿ ਬੰਬਵਾਰੀ ਵਿੱਚ ਮੂਰਤੀ ਦੇ ਪ੍ਰਤਿਮਾ ਦੇ ਦੋਨੇ ਹੱਥ ਟੁੱਟ ਗਏ। ਹੁਣ ਜਦੋਂ ਯੁੱਧ ਖਤਮ ਹੋਇਆ, ਚਾਰੋਂ ਪਾਸੇ ਸ਼ਾਂਤੀ ਹੋਈ, ਤਾਂ ਉਹ ਇਲਾਕਾ ਵਾਸੀ ਚਾਹੁੰਦੇ ਤਾਂ ਜੀਸਸ ਦੀ ਪ੍ਰਤਿਮਾ ਦੇ ਹੱਥ ਦੁਬਾਰਾ ਬਣਾ ਸਕਦੇ ਸੀ, ਪਰ ਉਹਨਾਂ ਨੇ ਹੱਥ ਨਹੀਂ ਦੁਬਾਰਾ ਬਣਾਏ। ਔਰ ਅੱਜ ਵੀ ਜਰਮਨ ਦੇ ਅੰਦਰ ਉਹ ਜੀਸਸ ਦੀ ਬਿਨਾਂ ਹੱਥਾਂ ਤੋਂ ਪ੍ਰਤਿਮਾ ਖੜੀ ਹੈ। ਹੁਣ ਉਹਨਾਂ ਨੇ ਦੁਬਾਰਾ ਹੱਥ ਨਹੀਂ ਬਣਾਏ, ਚਾਹੁੰਦੇ ਤਾਂ ਬਣਾ ਸਕਦੇ ਸੀ ਪਰ ਬਣਾਏ ਨਹੀਂ, ਬਲਕਿ ਉਹਨਾਂ ਨੇ ਕੀ ਕੀਤਾ? ਉਹ ਜੀਸਸ ਦੀ ਪ੍ਰਤਿਮਾ ਦੇ ਥੱਲੇ ਜਰਮਨ ਭਾਸ਼ਾ ਵਿੱਚ ਉਹਨਾਂ ਨੇ ਲਿਖ ਕੇ ਕੁਝ ਲਾ ਦਿੱਤਾ। ਹੁਣ ਉਹਨਾਂ ਨੇ ਜਰਮਨ ਭਾਸ਼ਾ 'ਚ ਲਿਖ ਕੇ ਲਾਇਆ, ਕਿਉਂਕਿ ਆਪਣੇ ਦੇਸ਼ ਦੀ ਭਾਸ਼ਾ 'ਚ ਲਾਣਾ ਸੀ, ਪਰ ਅਸੀਂ ਤੁਹਾਨੂੰ ਹਿੰਦੀ 'ਚ ਦੱਸਾਂਗੇ ਕਿ ਉਹਨਾਂ ਨੇ ਕੀ ਲਿਖ ਕੇ ਲਾਇਆ। प्रतिमा के थल्ले लिख के लाया कि इस दुनिया को बेहतर बनाने के लिए और सबके जीवन में खुशियों का रंग भरने के लिए भगवान को आपके हाथों की जरूरत है। क्या आप उसके हाथ बनोगे? यानी जीसस क्राइस्ट के हाथ बनाए नहीं, बल्कि की क्या कि जीसस के हाथ नहीं बनाए, वो कहते हुण तुसी जीसस दे यानी भगवान दे, परमात्मा दे, क्योंकि इंसान जिन्हों प्यार करता ना, जिदा ਜਿਹੜੇ ਸ਼੍ਰੀ ਕ੍ਰਿਸ਼ਨ ਨੂੰ ਪਿਆਰ ਕਰਦੇ ਉਹ ਕਹਿੰਦੇ ਭਗਵਾਨ ਸ਼੍ਰੀ ਕ੍ਰਿਸ਼ਨ, ਜਿਹੜੇ ਮਹਾਤਮਾ ਬੁੱਧ ਨੂੰ ਕਹਿੰਦੇ ਭਗਵਾਨ ਮਹਾਤਮਾ ਬੁੱਧ, ਇਦਾਂ ਉਹ ਜੀਸਸ ਕ੍ਰਾਈਸਟ ਨੂੰ ਕਹਿੰਦੇ ਆ ਗॉड ਜਾਂ ਈਸ਼ਵਰ ਦਾ ਬੇਟਾ। ਉਹ ਕਹਿੰਦੇ ਕੀ ਲਿਖਿਆ ਉੱਥੇ, ਔਰ ਇਹ ਗੱਲ ਜਦੋਂ ਅਸੀਂ ਪੜ੍ਹੀ ਤਾਂ ਸਾਨੂੰ ਬੜੀ ਦਿਲ ਦੀ ਗਹਿਰਾਈ ਤੱਕ ਉਤਰ ਗਈ ਕਿ ਵਾਕਈ ਗੱਲ ਸੱਚੀ ਹੈ। ਸਮਝਦੇ ਹੋ ਕਿ ਨਹੀਂ ਕਿ ਅੱਜ ਈਸ਼ਵਰ ਨੂੰ ਆਪਣੇ ਹੱਥਾਂ ਦੀ ਲੋੜ ਕੀ ਹੈ ਔਰ ਰੱਬ ਦੇ ਪਿਆਰੇ ਨੂੰ ਆਪਣੇ ਹੱਥਾਂ ਦੀ ਲੋੜ ਕੀ ਹੈ। ਅੱਜ ਜ਼ਰੂਰਤ ਹੈ ਸਾਨੂੰ कि असी इस दुनिया नूं बेहतर बनाने दे वास्ते, दुनिया नूं सुंदर बनाने वास्ते और सब दे जीवन च खुशियां दे रंग भरन वास्ते फिर असी क्यों ना ईश्वर दे हथ बणीए, असी क्यों ना परमात्मा दे हथ बणीए। जरा गहराई दी गल है, समझदे हो कि नहीं? तां ही असी पुछया कि केड़ा केड़ा ईश्वर दे हथ बनना पसंद करेगा, केड़ा केड़ा भगवान दे हथ बनना पसंद करेगा। क्योंकि जेड़ा इस दुनिया नूं बेहतर बनाने दी कोशिश करदा है, ਜਿਹੜਾ ਦੂਸਰੇ ਦੇ ਜੀਵਨ 'ਚ ਖੁਸ਼ੀਆਂ ਦੇ ਰੰਗ ਭਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਮਝ ਲਓ ਉਹ ਕੰਮ ਕਰ ਰਿਹਾ ਜੋ ਈਸ਼ਵਰ ਕਰਨਾ ਚਾਹੁੰਦਾ ਹੈ। ਤਾਂ ਜਿਹੜਾ ਇਹ ਕੰਮ ਕਰੇਗਾ ਉਹ ਆਪੇ ਈਸ਼ਵਰ ਦਾ ਹੱਥ ਬਣ ਗਿਆ। ਸਮਝਦੇ ਹੋ? ਈਸ਼ਵਰ ਦੇ ਕੋਲੋਂ ਪਾਣਾ ਤਾਂ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਨੂੰ ਪ੍ਰਮਾਤਮਾ ਇਹ ਦੇਵੇ, ਉਹ ਦੇਵੇ, ਪਰ ਕਦੀ ਇਹ ਵੀ ਪੁੱਛੋ, ਇਹ ਤਾਂ ਅਸੀਂ ਕਹਿੰਦੇ ਐ ਮੇਰੇ ਮਾਲਿਕ ਮੈਨੂੰ ਆਹ ਦੇ, ਐ ਮੇਰੇ ਮਾਲਿਕ ਮੈਨੂੰ ਉਹ ਦੇ। ਕਦੀ ਇਹ ਵੀ ਪੁੱਛੋ, ਐ ਮੇਰੇ ਮਾਲਿਕ ਮੈਨੂੰ ਦੱਸ ਤੂੰ ਕੀ ਚਾਹੁੰਦਾ ਹੈ? मेरी इच्छा तो मैं दसी जाता, मैनू आ दे, मैनू ओ दे, मैनू आ चाहिए, मैनू ओ चाहिए। कदी पूछो है मेरे मालिक मैं तेनू प्रेम करदा, दस मैं ऐसा की करा जिन्ना तेनू खुशी मिले। कदी ये भी पूछ लिया करो, क्योंकि प्रेमी ये नहीं कहते मैनू आ मिले, प्रेमी ये कहते है कि मैं अपने मालिक नू प्रेम करदा है, मालिक दस मैं तेरी खातर की करा। इसलिए अपने आप तो एक सवाल पूछया करो जदों भी सवेरे उठते हो, जदों भी सवेरे उठते हो ਤਾਂ ਆਪਣੇ ਆਪ ਤੋਂ ਇੱਕ ਸਵਾਲ ਪੁੱਛਿਆ ਕਰੋ। ਪਤਾ ਕਿਹੜਾ ਸਵਾਲ ਪੁੱਛਣਾ ਹੈ? ਆਪਣੇ ਆਪ ਤੋਂ ਇਹ ਸਵਾਲ ਪੁੱਛੋ ਕਿ ਮੈਂ ਆਪਣੇ ਜੀਵਨ ਨੂੰ और इस संसार ਨੂੰ ਬਿਹਤਰ बनाने के लिए क्या कर सकता हूं, कि मैं अपने जीवन ਨੂੰ और इस संसार ਨੂੰ ਬਿਹਤਰ बनाने ਲਈ ਕੀ ਕਰ ਸਕਦਾ ਹਾਂ। ਫਿਰ ਉਸ ਲਈ ਜੋ ਵੀ ਮਨ ਦੇ ਵਿੱਚ ਵਿਚਾਰ ਆਵੇ ਉਹਨੂੰ ਜਾਂ ਤਾਂ ਲਿਖ ਲਓ
और लिख के या तो अपने अंदर जवाब लवो और फिर उस ते अमल करन दी कोशिश करो। क्योंकि जदों तुसी इस तरह कोशिश करते हो तो फिर यह संसार भी बेहतर होता चला जाएगा और तुहाडा जीवन भी बेहतर होता चला जाएगा। पर अज इंसान पता सवेरे उठ के की सोचता है, ये नहीं सोचता ये दुनिया नूं बेहतर किद्दां बनावां, ये संसार नूं बेहतर किद्दां बनावां। बंदा कहना अपने घर नूं बेहतर किद्दां बनावां, किहदी जेब कट्टां, किहनूं ठगां, किहनूं चोरी करां, किहनूं इदां करां, किहनूं उदां करां ताकि मेरा घर वधिया बन सके, मैं वधिया रेस्टोरेंट 'च खाना खा सकां, मैं वधिया आ काम कर सकां, किहनूं मैं ठगां। यानी अज इंसान का ध्यान जिहड़ा है दूजियां नूं तकलीफ देण विच है, दूजियां नूं परेशानी देण दी तरफ है। पर अगर असीं इह दुनिया नूं सुंदर बनाना चाहते हैं तो फिर अज तो सानू ये विचार अपने अंदर लियाना पएगा कि अपने जीवन नूं और इस संसार नूं बेहतर बनाने वास्ते मैं की कर सकदा हां। जिद्दां बंदा सोचदा है ना अपने घर नूं सुंदर बनाने वास्ते मैं होर की कर सकदा है, तो फिर अंदरों की मन कहेगा इदां कर, इहनूं इदां दा पेंट करा होर ज़्यादा सुंदर हो जाएगा, है ना, बाहर इदां दा डिजाइन बना ला, इदां दा गेट लवा लै, आ गेट दे उपर इदां दी प्लेट लवा लै, ये होर ज़्यादा सुंदर लगेगा। और अंदर इदां दी पेंटिंग ला ला ड्राइंग रूम च, बैडरूम च इदां दा बैड रख लै, ड्राइंग रूम च इदां दे सोफे रख ला होर ज़्यादा सुंदर। क्योंकि जो पुछांगे तो अंदरों जवाब आंदा कि नहीं, अगर मैं इत्थे आ करा तो ज़्यादा सुंदर होएगा। हुण अपने घर बारे तो असीं रोज़ पुछदे हां, अपने आप नूं पुछदे भी हां और करदे भी हां। हुण थोड़ा जिहा भी पुछो कि मैं इस संसार नूं बेहतर बनाने वास्ते और अपने जीवन नूं, और जीवन का मतलब ये नहीं कि कपड़ा, जीवन का मतलब ये नहीं कि गड्डी, जीवन का मतलब नहीं घर, उहदे वास्ते तो कर ही रहे हैं। जीवन का मतलब है कि अपनी करनी नूं, अपने अमलों नूं, अपने कर्मां नूं मैं किद्दां बेहतर बना सकदा। क्योंकि याद रखना हमेशा कि इंसान जदों अपने आप नूं बेहतर बनाता है और संसार नूं बेहतर बनाने की कोशिश करता है, तो फिर जदों इस संसार नूं बेहतर बनाने की कोशिश करता है, अपने आप नूं बेहतर बनाने की कोशिश करता है, तो जिहड़ा बेहतर होंदा चला जाता परमात्मा दे नेड़े भी, ओहदियां रहमतां दे नेड़े भी, आनंद दे नेड़े भी वो होंदा चला जाता है। अज असीं ਇਹ ਗੱਲ ਆਪਣੇ ਆਪ ਤੋਂ ਜ਼ਰੂਰ ਪੁੱਛਣੀ ਹੈ ਕਿ ਜਿਹੜੀਆਂ ਮੇਰੀਆਂ ਰੋਜ਼ ਦੀਆਂ ਆਦਤਾਂ ਹੈ, ਜਿਹੜੇ ਮੇਰੇ ਰੋਜ਼ ਦੇ ਕੰਮ ਹੈ, ਉਹ ਸੰਸਾਰ ਨੂੰ ਬਿਹਤਰ ਬਣਾਉਣ ਵਾਲੇ ਹੈ, ਮੇਰੇ ਜੀਵਨ ਨੂੰ ਬਿਹਤਰ ਬਣਾਉਣ ਵਾਲੇ ਹੈ, ਜਾਂ ਮੇਰੇ ਜੀਵਨ ਨੂੰ ਜਾਂ ਸੰਸਾਰ ਨੂੰ ਬਦਸੂਰਤ ਬਣਾਉਣ ਵਾਲੇ ਹੈ। ਸਮਝਦੇ ਹੋ ਕਿ ਨਹੀਂ? ਹੁਣ ਇੱਕ ਬੰਦਾ ਆਪਣੇ ਆਪ ਨੂੰ ਪੁੱਛ ਕੇ ਦੇਖੇ ਕਿ ਭਾਈ ਕਿ ਜੇ ਮੈਂ ਕੋਈ ਨਸ਼ਾ ਕਰਦਾ ਹਾਂ ਤਾਂ ਇਹ ਮੇਰੇ ਜੀਵਨ ਨੂੰ ਬਿਹਤਰ ਬਣਾਉਣ ਵਾਲਾ ਹੈ, ਸੰਸਾਰ ਨੂੰ ਬਿਹਤਰ ਬਣਾਉਣ ਵਾਲਾ ਹੈ, ਤਾਂ ਅੰਦਰੋਂ ਕੀ ਜਵਾਬ ਆਏਗਾ ਕਿ ਨਹੀਂ, ਨਸ਼ਾ ਕਰਨ ਨਾਲ ਇਹ ਸਰੀਰ ਵੀ ਗਿਰਦਾ ਹੈ, ਯਾਨੀ ਤੰਦਰੁਸਤੀ ਵੀ ਗਿਰਦੀ ਹੈ, ਅਕਲ ਵੀ ਜਾਂਦੀ ਹੈ, ਔਰ ਨਾਲ ਨਾਲ ਸੰਸਾਰ ਤੇ ਵੀ ਇੱਕ ਬੁਰਾ ਪ੍ਰਭਾਵ ਪੈਂਦਾ ਹੈ। ਕਿਉਂਕਿ ਇੱਕ ਨੂੰ ਨਸ਼ਾ ਕਰਦੇ ਦੇਖ ਕੇ ਦੂਜਾ ਕਰਦਾ ਹੈ, ਦੂਜੇ ਨੂੰ ਕਰਕੇ ਦੇਖ ਕੇ ਤੀਜਾ ਕਰਦਾ ਹੈ। ਤੇਰਾ ਸਮਝਣਾ ਸਾਰਿਆਂ ਨੇ, ਜਿੱਦਾਂ ਅਸੀਂ ਕਈ ਵਾਰ ਇਹ ਇਸ਼ਾਰਾ ਕੀਤਾ ਨਾ, ਜੇ ਇੱਕ ਰੈੱਡ ਲਾਈਟ ਤੋੜ ਦੇਵੇ ਨਾ ਤਾਂ ਮਗਰ ਦੂਜੀ ਗੱਡੀ ਵੀ ਤੋੜ ਦਿੰਦੀ, ਲੈ ਉਹ ਚਲਾ ਗਿਆ, ਮੈਨੂੰ ਕੌਣ ਰੋਕ ਸਕਦਾ, ਮੈਂ ਵੀ ਚਲਾ ਜਾਂਦਾ। ਇੱਕ ਨੂੰ ਗਲਤੀ ਕਰਦਿਆਂ ਦੇਖ ਕੇ ਦੂਜੇ ਵੀ ਫਿਰ ਦੇਖਾ ਦੇਖੀ ਕਰਦੇ ਚਲੇ ਜਾਂਦੇ ਆ। ਤਾਂ ਇੱਕ ਨੂੰ ਅਗਰ ਅੱਛਾਈ ਕਰਨ ਦੀ ਆਦਤ ਬਣਾ ਲਵੇ ਕਿ ਮੈਂ ਅੱਛਾ ਕਰਨਾ ਹੈ, ਮੈਂ ਨੇਕੀ ਕਰਨੀ ਹੈ, ਤਾਂ ਉਹ ਇੱਕ ਅੱਛਾ ਕਰਦਾ ਕਰਦਾ ਦੂਜਿਆਂ ਅੰਦਰ ਵੀ ਅੱਛਾਈ ਦਾ ਬੀਜ ਦਿੰਦਾ ਹੈ, ਬੋ ਦਿੰਦਾ ਹੈ। ਇਸ ਲਈ ਸਮਝਣਾ, ਸੋ ਆਪਣੇ ਆਪ ਨੂੰ ਚੈੱਕ ਕਰਿਆ ਕਰੋ, ਪੁੱਛਿਆ ਕਰੋ। ਕਿਉਂਕਿ ਪਹਿਲੀ ਗੱਲ ਤਾਂ ਇੱਕ ਗੱਲ ਦਾ ਸਾਨੂੰ ਜਵਾਬ ਦਿਓ, ਤੁਸੀਂ ਅੱਛੇ ਬਣਨਾ ਚਾਹੁੰਦੇ ਹੋ ਜਾਂ ਬੁਰੇ, ਬਿਹਤਰ ਹੋਣਾ ਚਾਹੁੰਦੇ ਹੋ ਜਾਂ ਗਿਰਨਾ ਚਾਹੁੰਦੇ ਹੋ, ਜਿੱਥੇ ਕੋ ਉੱਥੋਂ ਵੀ ਥੱਲੇ ਜਾਣਾ ਚਾਹੁੰਦੇ ਹੋ। ਤਾਂ ਫਿਰ ਪੁੱਛੋ ਆਪਣੇ ਆਪ ਨੂੰ ਕਿ ਮੈਂ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਾਸਤੇ ਕੀ ਕਰ ਸਕਦਾ ਹਾਂ, ਆਪਣੀ ਸੋਚ ਨੂੰ ਬਿਹਤਰ ਬਣਾਉਣ ਵਾਸਤੇ ਕੀ ਕਰ ਸਕਦਾ ਹਾਂ। ਸਮਝਦੇ ਹੋ ਕਿ ਨਹੀਂ? ਤਾਂ ਉਸਲੇ ਬੰਦੇ ਨੂੰ ਆਂਦਾ ਹੈ ਕਿ ਜੀਵਨ ਨੂੰ ਬਿਹਤਰ ਕਰਨ ਵਾਸਤੇ ਮੈਨੂੰ ਬਿਹਤਰ ਕੰਮ ਕਰਨੇ ਪੈਣਗੇ, ਅੱਛੇ ਕਰਮ ਕਰਨੇ ਪੈਣਗੇ, ਸੋਚ ਨੂੰ ਬਿਹਤਰ ਬਣਾਉਣ ਵਾਸਤੇ ਮੈਨੂੰ ਅੱਛੇ ਵਿਚਾਰ ਸੁਣਨੇ ਪੈਣਗੇ, ਸੰਤਾਂ ਗੁਰੂਆਂ ਰਹਿਬਰਾਂ ਦੇ ਬਚਨ ਸੁਣਨੇ ਪੈਣਗੇ। ਕਿਉਂਕਿ ਬਿਹਤਰ ਚੀਜ਼ ਉਦੋਂ ਹੀ ਬਣਦੀ ਜਦੋਂ ਉਹਦੇ ਅੰਦਰ ਬਿਹਤਰ ਜਾਂਦਾ ਹੈ। ਕਿਉਂਕਿ ਬਰਤਨ 'ਚ ਬਿਹਤਰ ਜਾਏਗਾ ਤਾਂ ਬਿਹਤਰ ਹੀ ਬਾਹਰ ਨਿਕਲੇਗਾ, ਬੁਰਾ ਜਾਏਗਾ ਤਾਂ ਬੁਰਾ ਹੀ ਬਾਹਰ ਆਏਗਾ। ਕਿਉਂਕਿ ਜੋ ਅੰਦਰ ਜਾਣਾ ਹੈ ਬਾਹਰ ਵੀ ਉਹੀ ਆਣਾ ਹੈ। ਕਿਉਂਕਿ ਜੋ ਤੁਸੀਂ ਜੇਬ 'ਚ ਪਾਣਾ ਹੈ ਨਾ, ਨਿਕਲਣਾ ਵੀ ਉਹੀ ਹੈ। ਸਮਝਦੇ ਹੋ ਕਿ ਨਹੀਂ? ਨੱਥੂ ਲਾਲ ਜਿਹੜਾ ਕਿ ਮਸਾਲਾ ਰਗੜ ਕੇ ਖਾਣ ਦੀ ਆਦਤ ਸੀ ਉਹਨੂੰ, ਬੜੀ ਮਸਾਲਾ ਹੁੰਦਾ ਨਾ ਹੱਥ ਤੇ ਪਾ ਕੇ ਰਗੜ ਕੇ ਖਾਂਦੇ ਆ, ਲਾਉਂਦੇ ਆ, ਤਾਂ ਉਹਦੀ ਘਰ ਵਾਲੀ ਨੇ ਕਈ ਵਾਰ ਉਹਨਾਂ ਲੜਾਈ ਕੀਤੀ, ਕਈ ਵਾਰ ਉਹਨੂੰ ਕਿਹਾ ਆਹ ਕੰਮ ਛੱਡ ਦੇ, ਤੇਰੀ ਸਿਹਤ ਵਾਸਤੇ ਠੀਕ ਨਹੀਂ, ਉਹ ਤੈਨੂੰ ਕੈਂਸਰ ਹੋ ਜਾਣਾ ਹੈ, ਉਹ ਤੇਰੇ ਮੂੰਹ ਦੇ, ਕਿਉਂਕਿ ਉਹਦੇ ਨਾਲ ਮਾਊਥ ਕੈਂਸਰ ਹੋਣ ਦੇ, ਮੂੰਹ ਦਾ ਕੈਂਸਰ ਹੋਣ ਦੇ, ਗਲੇ ਦਾ ਕੈਂਸਰ ਹੋਣ ਦੇ ਜਾਂ ਫੇਫੜਿਆਂ ਦਾ ਕੈਂਸਰ ਹੋਣ ਦੇ ਬੜੇ ਚਾਂਸ ਵੱਧ ਜਾਂਦੇ ਆ। ਉਹਨੇ ਕਈ ਵਾਰ ਕਹਿਣਾ, ਤਾਂ ਨੱਥੂ ਲਾਲ ਨੇ ਇੱਕ ਦਿਨ ਕਸਮ ਖਾ ਲਈ, ਲੈ ਛੱਡ ਦਿੱਤੀ ਪੂਰੀ, ਆ ਲੈ ਲਾਤੀ ਅੱਗੇ ਨੂੰ, ਅੱਜ ਤੋਂ ਛੱਡਿਆ ਅੱਜ ਤੋਂ
ਹੁਣ ਚਲਾ ਗਿਆ, ਘਰ ਵਾਲੀ ਨੂੰ ਤਸੱਲੀ ਦੇ ਕੇ ਵਚਨ ਕਰਕੇ, ਤਾਂ ਘਰ ਵਾਲੀ ਵੀ ਮਨ ਚ ਹੋਇਆ ਕਿ ਠੀਕ ਹੈ ਛੱਡਦਾ, ਬੜੀ ਖੁਸ਼ੀ ਦੀ ਗੱਲ ਹੈ, ਪਰ ਫਿਰ ਵੀ ਅੰਦਰ ਹੁੰਦਾ ਕਿ ਇੰਨੀ ਜਲਦੀ ਛੱਡ ਦਿੰਦਾ ਬੰਦਾ। ਸੋ ਜਦੋਂ ਵੀ ਉਹਨਾਂ ਵਾਪਸ ਆਣਾ ਨਾ, ਤਾਂ ਉਹਨਾਂ ਹੌਲੀ ਹੌਲੀ ਚੈੱਕ ਕਰਨਾ, ਜੇਬਾਂ ਦੇਖਣੀਆਂ, ਜਦੋਂ ਕੱਪੜੇ ਵਗੈਰਾ ਲਾ ਕੇ ਰੱਖਣਾ ਕਿ ਪੈਂਟ 'ਚ ਜਾਂ ਪੈਂਟ ਦੀਆਂ ਜੇਬਾਂ 'ਚ, ਕਮੀਜ਼ ਦੀਆਂ ਜੇਬਾਂ 'ਚ ਕਿਤੇ ਤਮਾਕੂ ਦੀ ਪੂੜੀ ਤਾਂ ਨਹੀਂ, ਕਿਤੇ ਇਦਾਂ ਹੀ ਚੀਜ਼ ਤਾਂ ਨਹੀਂ। ਹੁਣ ਨੱਥੂ ਲਾਲ ਵੀ ਲਾ ਤਾਂ ਲੈਂਦਾ ਹੋਏਗਾ, ਸ਼ਾਇਦ ਲੁਕੋ ਕੇ ਰੱਖ ਦਿੰਦਾ ਹੋਏਗਾ। ਅੱਜ ਜਦੋਂ ਆਇਆ, ਸ਼ਰਟ ਖੋਲ ਕੇ ਟੰਗੀ, ਘਰ ਵਾਲੀ ਜੇਬ 'ਚ ਹੱਥ ਪਾਇਆ ਤਾਂ ਪੂੜੀ ਨਿਕਲੀ। ਜਦੋਂ ਪੂੜੀ ਨਿਕਲੀ ਤਾਂ ਘਰ ਵਾਲੀ ਪੂੜੀ ਲੈ ਕੇ ਏਦਾਂ ਗਈ, ਤਾਂ ਨੱਥੂ ਲਾਲ ਲੱਗਿਓ, ਹੈ ਤੂੰ ਵੀ ਸ਼ੁਰੂ ਕਰ ਦਿੱਤਾ। ਗੌਰ ਕਰਨੀ, ਦੇਖੋ ਬੰਦਾ ਚਲਾਕ ਕਿੰਨਾ। ਕਹਿੰਦਾ ਹੈ ਤੂੰ ਵੀ ਸ਼ੁਰੂ ਕਰ ਦਿੱਤਾ, ਮੇਰਾ ਛਡਾਂਦੀ ਸੀ, ਆਪ ਲੱਥਾਂ ਚਲਾਈ ਘੁੰਮਦੀ ਆ। ਉਹ ਕਹਿੰਦੀ ਆ ਜਾਓ ਇੱਧਰ, ਦੱਸਦੀ ਆ ਤੁਹਾਨੂੰ ਮੈਂ, ਇਹ ਤਾਂ ਤੁਹਾਡੀ ਜੇਬ ਚੋਂ ਨਿਕਲਿਆ ਹੈ। ਮੇਰੇ ਤੇ ਇਲਜ਼ਾਮ ਲਾਉਂਦੇ, ਉਲਟਾ ਚੋਰ ਕੋਤਵਾਲ ਕੋ ਡਾਟੇ, ਕਿ ਚੋਰੀ ਆਪ ਕਰਦੇ ਹੋ, ਇਲਜ਼ਾਮ ਮੇਰੇ ਤੇ। ਨੱਥੂ ਲਾਲ ਕਹਿੰਦਾ ਕਿੱਥੋਂ ਨਿਕਲਿਆ? ਕਹਿੰਦਾ ਤੇਰੀ ਜੇਬ ਚੋਂ ਨਿਕਲਿਆ, ਤੁਹਾਡੀ ਜੇਬ ਚੋਂ ਨਿਕਲਿਆ। ਪਤਨੀ ਕਹਿੰਦੀ, ਕਹਿੰਦਾ ਮੇਰੀ ਜੇਬ 'ਚ ਕਿੱਥੋਂ ਆ ਗਿਆ, ਮੈਨੂੰ ਤਾਂ ਪਤਾ ਹੀ ਨਹੀਂ। ਤਾਂ ਹੁਣ ਇੰਨੀ ਗੱਲ ਕਹਿਣ ਨਾਲ ਤੁਹਾਨੂੰ ਪਤਾ ਬੰਦੇ ਦਾ ਛੁਟਕਾਰਾ ਹੁੰਦਾ ਨਹੀਂ ਹੈ, ਕਿਉਂਕਿ ਪਤਾ ਹੈ ਕਿ ਜੇਬ ਚੋਂ ਨਿਕਲਦਾ ਉਹੀ ਹੈ ਜੋ ਜੇਬ 'ਚ ਪਾਣਾ ਹੈ। ਬਸ ਇਹੀ ਹਾਲਾਤ ਕਿਤੇ ਨਾ ਕਿਤੇ ਬੰਦੇ ਦੀ ਹੈ ਕਿ ਬੰਦਾ ਵੀ ਆਪਣੇ ਜੀਵਨ 'ਚ ਸਮਝੇ ਕਿ ਜੋ ਮੈਂ ਆਪਣੇ ਜੀਵਨ ਦੇ ਅੰਦਰ ਪਾਣਾ ਨਾ, ਬਾਹਰ ਵੀ ਉਹੀ ਆਣਾ ਹੈ। ਬੁਰਾ ਪਾਵਾਂਗੇ ਤਾਂ ਜੀਵਨ ਦੇ ਹਾਲਾਤ ਬੁਰੇ ਹੁੰਦੇ ਚਲੇ ਜਾਣਗੇ, ਅੱਛਾ ਪਾਵਾਂਗੇ, ਅੱਛਾ ਕਰਮ ਕਰਾਂਗੇ ਤਾਂ ਜੀਵਨ ਦੇ ਹਾਲਾਤ ਅੱਛੇ ਹੁੰਦੇ ਚਲੇ ਜਾਣਗੇ। ਹੁਣ ਅਸੀਂ ਇਹ ਚੈੱਕ ਕਰਨਾ ਹੈ ਕਿ ਮੈਂ ਆਪਣੇ ਜੀਵਨ ਨੂੰ, ਆਪਣੀ ਸਿਹਤ ਨੂੰ ਲੈ ਕੇ, ਆਪਣੀ ਸੋਚ ਨੂੰ ਲੈ ਕੇ, ਆਪਣੀ ਜ਼ਿੰਦਗੀ ਨੂੰ ਲੈ ਕੇ, ਇਹ ਸੰਸਾਰ ਨੂੰ ਲੈ ਕੇ, ਘਰ ਪਰਿਵਾਰ ਨੂੰ ਲੈ ਕੇ, ਮੈਂ ਕਿੱਦਾਂ ਆਪਣੇ ਜੀਵਨ ਨੂੰ ਅੱਗੇ ਨਾਲੋਂ ਜ਼ਿਆਦਾ ਅੱਛਾ ਬਣਾ ਸਕਦਾ ਹਾਂ, ਬਿਹਤਰ ਬਣਾ ਸਕਦਾ ਹਾਂ। ਮੈਂ ਕੀ ਇਦਾਂ ਦੇ ਕਰਮ ਕਰਾਂ, ਕੀ ਮੈਂ ਇਦਾਂ ਦੇ ਬੋਲ ਬੋਲਾਂ ਕਿ ਮੇਰੇ ਰਿਸ਼ਤੇ ਹੋਰ ਜ਼ਿਆਦਾ ਅੱਛੇ ਹੋ ਜਾਣ, ਕੀ ਮੈਂ ਇਦਾਂ ਦੇ ਕਰਮ ਕਰਾਂ ਕਿ ਮੇਰੇ ਪਰਿਵਾਰ ਵਿੱਚ ਹੋਰ ਜ਼ਿਆਦਾ ਪਿਆਰ ਹੋਵੇ, ਅੱਛਾਈ ਵਧੇ। ਕਿਉਂਕਿ ਅੱਛਾਈ ਵਧਾਉਣ ਵਾਸਤੇ, ਪਿਆਰ ਵਧਾਉਣ ਵਾਸਤੇ ਸਾਨੂੰ ਇਹ ਗੱਲ ਯਾਦ ਰੱਖਣਾ ਕਿ ਜੇ ਚਾਹੁੰਦੇ ਹੋ ਪਰਿਵਾਰ 'ਚ ਪਿਆਰ ਵਧੇ, ਅੱਛਾਈ ਵਧੇ, ਤਾਂ ਸਮਝਾਉਣ ਨਾਲ ਨਹੀਂ, ਕਰਕੇ ਦਿਖਾਉਣ ਨਾਲ ਹੀ ਅੱਛਾਈ ਵਧਣੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਤਾਂ ਹੀ ਤਾਂ ਕਹਿੰਦੇ ਕਿ ਇਹ ਅੱਜ ਇਨਸਾਨ ਦੇ ਉੱਪਰ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੈ। ਜਿੱਦਾਂ ਕਿਹਾ ਜਾਂਦਾ ਨਾ, ਕਹਾਣੀ ਹੈ ਕਿ ਇੱਕ ਬਜ਼ੁਰਗ 90 ਸਾਲ ਦਾ, 90-95 ਸਾਲ ਦੀ ਉਹਦੀ ਉਮਰ ਸੀ, ਤੇ ਇੱਕ ਬੂਟਾ ਲਾ ਰਿਹਾ ਸੀ, ਇੱਕ ਛੋਟਾ ਜਿਹਾ ਪੌਦਾ ਜ਼ਮੀਨ 'ਚ ਬੀਜ ਰਿਹਾ ਸੀ, ਲਾ ਰਿਹਾ ਸੀ। ਤੇ ਇੱਕ ਆਦਮੀ ਗੁਜ਼ਰਿਆ ਉੱਥੋਂ ਦੀ, ਦੇਖਿਆ ਕਿ ਬਜ਼ੁਰਗ ਦੇ ਹੱਥ ਕੰਬਦੇ ਐ, ਦਾੜੀ ਚਿੱਟੀ, ਸਿਰ ਦੇ ਬਾਲ ਚਿੱਟੇ, ਕੰਬਦੇ ਹੱਥਾਂ ਨਾਲ ਉਹ ਪੌਦੇ ਨੂੰ ਲਗਾ ਰਿਹਾ ਹੈ, ਮਿੱਟੀ ਪਾ ਰਿਹਾ ਵਿੱਚ। ਤਾਂ ਉਹਨੇ ਜਦੋਂ ਬਜ਼ੁਰਗ ਦੀ ਹਾਲਤ ਦੇਖੀ, ਉਹ ਕਹਿੰਦਾ, ਬਜ਼ੁਰਗੋ, ਆ ਤੁਹਾਡੀ ਹਾਲਤ ਦੇਖ ਕੇ ਲੱਗਦਾ ਨਹੀਂ ਕਿ ਜਿਹੜਾ ਬੂਟਾ ਤੁਸੀਂ ਲਾ ਰਹੇ ਹੋ ਇਹਦੇ ਫਲ ਖਾਣ ਵਾਸਤੇ ਤੁਸੀਂ ਬਚੋਗੇ, ਕਿਉਂਕਿ ਤੁਹਾਡੇ ਹੱਥ ਕੰਬ ਰਹੇ ਆ, ਪੌਦਾ ਛੋਟਾ ਜਿਹਾ ਹੈ, ਇਹਨੂੰ ਤਾਂ ਵੱਧ ਨੂੰ 8-10 ਸਾਲ ਲੱਗ ਜਾਣੇ ਆ। ਵੀ ਤੁਹਾਡੀ ਹਾਲਤ ਇਦਾਂ ਦੀ ਹੈ, ਤੁਹਾਨੂੰ ਦੇਖ ਕੇ, ਤੁਹਾਡੀ ਸਿਹਤ ਨੂੰ ਦੇਖ ਕੇ ਲੱਗਦਾ ਨਹੀਂ ਕਿ ਜਿਹੜਾ ਬੀਜ ਤੁਸੀਂ ਜਾਂ ਪੌਦਾ ਤੁਸੀਂ ਬੀਜ ਰਹੇ ਹੋ, ਇਹਦੇ ਫਲ ਖਾਣ ਵਾਸਤੇ, ਜਿਹਦੀ ਛਾਂ 'ਚ ਬੈਠਣ ਵਾਸਤੇ ਤੁਸੀਂ ਜੀਂਦੇ ਵੀ ਰਹੋਗੇ, ਲੱਗਦਾ ਨਹੀਂ ਹੈ। ਫਿਰ ਕਿਉਂ ਕੋਸ਼ਿਸ਼ ਕਰ ਰਹੇ ਹੋ? ਤਾਂ ਬਜ਼ੁਰਗ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿੰਦਾ, ਬੇਟਾ, ਅੱਜ ਤੱਕ ਮੈਂ ਜਿਹਨਾਂ ਫਲਾਂ ਦੇ ਪੇੜ, ਜਿਹਨਾਂ ਪੇੜਾਂ ਦੇ ਫਲ ਖਾਦੇ ਨਾ, ਅੱਜ ਤੱਕ ਮੈਂ ਜਿਹਨਾਂ ਪੇੜਾਂ ਦੀ ਛਾਂ ਥੱਲੇ ਬੈਠ ਕੇ ਉਹਦਾ ਆਨੰਦ ਲਿਆ, ਉਹ ਮੈਂ ਨਹੀਂ ਲਾਏ ਸੀ, ਕਿਸੇ ਹੋਰ ਨੇ ਲਾਏ ਸੀ। ਅੱਜ ਮੈਂ ਚਾਹੁੰਦਾ ਹਾਂ ਕੁਝ ਇਦਾਂ ਦੇ ਪੇੜ ਆਪਣੇ ਹੱਥੀ ਲਾ ਜਾਵਾਂ ਕਿ ਮੈਂ ਰਵਾਂ ਨਾ ਰਵਾਂ, ਪਰ ਮੇਰੇ ਲਾਏ ਪੇੜ ਇਹ ਦੂਜਿਆਂ ਨੂੰ ਠੰਡੀ ਛਾਂ ਤਾਂ ਮਿੱਠੇ ਫਲ ਦਿੰਦੇ ਰਹਿਣ। ਇਹਦੇ ਸੋਚ ਹੈ ਮੇਰੀ। ਕਦੋਂ ਤੱਕ ਅਸੀਂ ਇਹੀ ਸੋਚ ਰੱਖਾਂਗੇ ਕਿ ਮੈਂ ਪੇੜ ਲਾਣਾ ਤਾਂ ਫਲ ਵੀ ਮੈਂ ਖਾਣਾ ਹੈ, ਮੈਂ ਪੇੜ ਲਾਣਾ ਤਾਂ ਛਾਂ ਥੱਲੇ ਵੀ ਮੈਂ ਹੀ ਬੈਠਣਾ ਹੈ। ਹੁਣ ਜਿਹੜਾ ਮੈਂ ਕਰਦਾ ਹੈ, ਤਾਂ ਹੀ ਤਾਂ ਕਹਿੰਦੇ ਬੱਕਰੀ ਜੋ ਮੈਂ ਕਰੇ ਗਲੇ ਛੁਰੀ ਫਿਰਵਾਏ। ਜਿਹੜੀ ਮੈਂ ਕਰਦੀ ਹੈ ਨਾ ਬੱਕਰੀ, ਉਹਦੇ ਪੱਲੇ ਕੁਝ ਨਹੀਂ ਪੈਂਦਾ, ਉਲਟਾ ਜਾਨ ਗਵਾ ਜਾਂਦੀ ਹੈ। ਔਰ ਜਿਹੜਾ ਮੈਂ ਨਾ ਕਹੇ, ਸਭ ਕੇ ਮਨ ਕੋ ਭਾਏ, ਕਹਿੰਦੇ ਮੈਂ ਨਾ ਕਹਿੰਦੀ ਮੈਂ ਹੈ ਨਹੀਂ, ਜੋ ਹੈ ਉਹੀ ਹੈ, ਉਹ ਸਾਰਿਆਂ ਨੂੰ ਚੰਗੀ ਲੱਗਦੀ ਹੈ। ਇਹ ਇਸ਼ਾਰਾ ਹੈ ਇੱਕ ਕਿ ਹਮੇਸ਼ਾ ਅਸੀਂ ਇਹ ਕਹਿੰਦੇ ਕਿ ਆਹ ਚੀਜ਼ ਮੈਨੂੰ ਲਾਭ ਦੇਵੇ, ਮੈਨੂੰ ਫਾਇਦਾ ਦੇਵੇ। ਪਰ ਬਜ਼ੁਰਗ ਦੀ ਕਹਿਣੀ ਕੀ ਹੈ? ਕਹਿੰਦੇ ਅੱਜ ਤੱਕ ਜਿਹਨਾਂ ਪੇੜਾਂ ਦੇ ਫਲ ਮੈਂ ਖਾਦੇ, ਜਿਹਨਾਂ ਪੇੜਾਂ ਦੀ ਛਾਂ ਥੱਲੇ ਮੈਂ ਬੈਠਾ, ਮੈਂ ਨਹੀਂ ਲਾਏ ਸੀ, ਉਹ ਕਿਸੇ ਹੋਰ ਨੇ ਲਾਏ ਸੀ। ਔਰ ਅੱਜ ਮੈਂ ਚਾਹੁੰਦਾ ਕਿ ਮੈਂ ਕੁਝ ਐਸੇ ਬੂਟੇ ਲਾ ਜਾਵਾਂ, ਪੌਦੇ ਲਾ ਜਾਵਾਂ ਕਿ ਮੈਂ ਰਵਾਂ ਨਾ ਰਵਾਂ, ਪਰ ਉਹ ਮੇਰੇ ਲਾਏ ਪੌਦੇ ਦੂਜਿਆਂ ਨੂੰ ਮਿੱਠੇ ਫਲ ਦੇਣ, ਦੂਜਿਆਂ ਨੂੰ ਠੰਡੀ ਛਾਂ ਦੇਣ। ਹੁਣ ਤੁਸੀਂ ਵੀ ਜੀਵਨ 'ਚ ਥੋੜਾ ਸੋਚਣਾ ਹੈ ਕਿ ਤੁਸੀਂ ਵੀ ਇਹ ਸੋਚੋ
ਕਿ ਮੈਂ ਵੀ ਕੁਛ ਇਦਾਂ ਦੀ ਜ਼ਿੰਦਗੀ 'ਚ ਕਰਨੀ ਕਰ ਜਾਵਾਂ, ਮੈਂ ਵੀ ਕੁਛ ਐਸੇ ਪੌਦੇ ਲਾ ਜਾਵਾਂ, ਮੈਂ ਵੀ ਕੁਛ ਐਸੇ ਪੇੜ ਲਾ ਜਾਵਾਂ ਕਿ ਕੱਲ ਨੂੰ ਮੈਂ ਰਵਾਂ ਨਾ ਰਵਾਂ, ਪਰ ਮੇਰੀ ਔਲਾਦ, ਮੇਰੇ ਬੱਚੇ ਇਹ ਸੰਸਾਰ ਉਹਨਾਂ ਫਲਾਂ ਦਾ ਸਵਾਦ ਲੈ ਸਕਣ, ਉਹਨਾਂ ਪੇੜਾਂ ਦੀ ਠੰਡੀ ਛਾਂ ਮੰਨ ਸਕਣ, ਉਹਦਾ ਫਾਇਦਾ ਲੈ ਸਕਣ। ਔਰ ਇੱਥੇ ਪੇੜ ਸਿਰਫ ਇਹ ਬਾਹਰੀ ਪੇੜ ਨਹੀਂ ਹੈ, ਇਹ ਕਹਾਣੀ ਨੂੰ ਥੋੜਾ ਹੋਰ ਗਹਿਰਾਈ 'ਚ ਲੈ ਕੇ ਜਾਣਾ ਹੈ। ਇੱਕ ਪੇੜ ਹੁੰਦਾ ਨਾ ਬੀਜ ਪੌਦਾ, ਪਰ ਜਦੋਂ ਸਮਝ ਲਓ ਕਿ ਮੈਂ ਵੀ ਕੁਝ ਐਸੇ ਪੌਦੇ ਲਾਣੇ, ਉਹ ਕਿਹੜੇ ਪੌਦੇ ਲਾਣੇ ਆ? ਅੱਛੇ ਸੰਸਕਾਰਾਂ ਦੇ। ਸਮਝਦੇ ਹੋ ਕਿ ਨਹੀਂ? ਤਾਂ ਕਿ ਕੱਲ ਨੂੰ ਮੇਰੀ ਨਸਲ, ਮੇਰੇ ਬੱਚੇ ਉਹਨਾਂ ਅੱਛੇ ਸੰਸਕਾਰਾਂ ਦੇ ਪੌਦਿਆਂ ਦਾ ਸਵਾਦ ਲੈ ਸਕਣ, ਉਹ ਫਲਾਂ ਨੂੰ ਖਾ ਸਕਣ। ਹੁਣ ਅੱਛੇ ਸੰਸਕਾਰਾਂ ਦੇ ਪੌਦੇ ਲਾਓ, ਵਿਸ਼ਵਾਸ ਦੇ ਪੌਦੇ ਲਾਓ, ਪ੍ਰੇਮ ਦੇ ਪੌਦੇ ਲਾਓ। ਕਿਉਂਕਿ ਯਾਦ ਰੱਖਣਾ, ਜਦੋਂ ਤੁਸੀਂ ਆਪ ਵੀ ਸ਼ੰਕਾ ਵਹਿਮਾਂ ਭਰਮਾਂ 'ਚ ਰਹਿੰਦੇ ਹੋ ਤਾਂ ਆਪਣੇ ਬੱਚਿਆਂ ਨੂੰ ਵੀ ਵਹਿਮਾਂ ਭਰਮਾਂ 'ਚ ਛੱਡ ਕੇ ਚਲੇ ਜਾਂਦੇ ਹੋ ਨਾ, ਤਾਂ ਫਿਰ ਬੱਚਿਆਂ ਨੂੰ ਵੀ ਤੁਸੀਂ ਉਹ ਪੇੜ ਥੱਲੇ ਬਿਠਾ ਦਿੱਤਾ, ਜਿੱਦਾਂ ਕਹਿ ਲਓ ਕਿੱਕਰ ਦੇ ਥੱਲੇ ਬਿਠਾਵਾਂਗੇ ਤਾਂ ਕੰਡੇ ਹੀ ਮਿਲਣੇ ਆ। ਅੱਛੇ ਸੰਸਕਾਰਾਂ ਦੇ, ਵਿਸ਼ਵਾਸ ਦੇ ਪੌਦੇ ਲਾਓ ਆਪਣੇ ਜੀਵਨ 'ਚ ਵੀ ਔਰ ਆਪਣੇ ਬੱਚਿਆਂ ਦੇ ਜੀਵਨ 'ਚ ਵੀ, ਤਾਂ ਕਿ ਤੁਸੀਂ ਰਹੋ ਨਾ ਰਹੋ, ਉਹ ਤੁਹਾਡਾ ਲਾਇਆ ਹੋਇਆ ਪ੍ਰੇਮ ਦਾ, ਵਿਸ਼ਵਾਸ ਦਾ ਮਾਲਿਕ ਦੇ ਪ੍ਰਤੀ ਜਿਹੜਾ ਪੇੜ ਹੈ ਨਾ, ਉਹ ਬੱਚਿਆਂ ਦੇ ਜੀਵਨ 'ਚ ਸਦਾ ਰਵੇ ਔਰ ਬੱਚੇ ਉਹਦੀ ਠੰਡੀ ਛਾਂ, ਮਿੱਠੇ ਫਲ ਸਦਾ ਖਾਂਦੇ ਰਹਿਣ। ਕਿਉਂਕਿ ਜਿੱਥੇ ਸ਼ੰਕਾ ਦੇ ਬੀਜ ਲੱਗਣਗੇ ਉੱਥੇ ਤਾਂ ਤਕਲੀਫਾਂ ਦੁੱਖ ਹੀ ਹੋਣਗੀਆਂ। ਜੇ ਹੁਣ ਤੁਸੀਂ ਅੱਜ ਫਰਜ਼ ਕਰੋ, ਉਦਾਹਰਨ ਦੇ ਰਹੇ ਕਿ ਛੋਟੀ ਜਿਹੀ ਮਿਸਾਲ ਹੈ ਕਿ ਅੱਜ ਤੁਸੀਂ ਕਹਿੰਦੇ ਹੋ ਕਿ ਬੇਟਾ ਜੇ ਕਾਲੀ ਬਿੱਲੀ ਰਸਤਾ ਕੱਟ ਜਾਵੇ ਨਾ ਤਾਂ ਰਸਤਾ ਨਹੀਂ ਪਾਰ ਕਰਨਾ ਚਾਹੀਦਾ, ਐਕਸੀਡੈਂਟ ਹੋ ਜਾਂਦਾ ਹੈ। ਹੁਣ ਤੁਸੀਂ ਇਹ ਕਿਹੜੀ ਸੋਚ ਦਾ ਬੀਜ ਆਪਣੇ ਬੱਚੇ ਅੰਦਰ ਲਾ ਰਹੇ ਹੋ? ਹੁਣ ਸਾਰੀ ਜ਼ਿੰਦਗੀ ਬੱਚਾ 100 ਸਾਲ ਦਾ ਵੀ ਹੋ ਜਾਏਗਾ ਤਾਂ ਤੁਹਾਡਾ ਲਾਇਆ ਬੀਜ ਉਹਨੂੰ ਤੰਗ ਕਰੇਗਾ, ਉਹ ਅੱਜ ਵੀ ਬਿੱਲੀ ਤੋਂ ਡਰੇਗਾ। ਤਾਂ ਜਿਹੜਾ ਚੰਗਾ ਬੀਜ ਲਾਏਗਾ ਉਹ ਕੀ ਕਹੇਗਾ? ਉਹ ਬੇਟਾ ਇਹ ਵਹਿਮਾਂ ਭਰਮਾਂ 'ਚ ਪੈਣ ਦੀ ਲੋੜ ਨਹੀਂ, ਆ ਪੈਂਚਕਾਂ, ਆ ਜਿਹੜੀਆਂ ਮੰਗਲੀਕ ਹੈ, ਆ ਜਿਹੜੇ ਗ੍ਰਹਿ ਨਕਸ਼ਤਰ ਹੈ, ਇਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਜਿਨ੍ਹਾਂ ਨੇ ਇਹ ਪ੍ਰਭੂ, ਜਿਸ ਪ੍ਰਮਾਤਮਾ ਨੇ, ਪ੍ਰਭੂ ਨੇ ਇਹਨਾਂ ਨੂੰ ਬਣਾਇਆ ਹੈ, ਬਸ ਤੂੰ ਉਸ ਤੇ ਵਿਸ਼ਵਾਸ ਰੱਖੀ, ਤੇਰਾ ਬਾਲ ਕਦੀ ਵਿੰਗਾ ਹੋਣ ਹੀ ਨਹੀਂ ਦੇਗਾ। ਤਾਂ ਐਸੀ ਬੱਚਿਆਂ ਦੇ ਜੀਵਨ 'ਚ ਉਹ ਵਿਸ਼ਵਾਸ ਦਾ ਬੀਜ ਲਾ ਰਹੇ ਕਿ ਹੁਣ ਬੱਚਾ ਸਦਾ ਵਿਸ਼ਵਾਸ ਦੇ ਪੇੜ ਥੱਲੇ ਬੈਠੇਗਾ ਔਰ ਜੀਵਨ 'ਚ ਕਾਮਯਾਬੀ ਦੇ ਫਲ ਖਾਏਗਾ। ਹੁਣ ਇੱਕ ਬਾਪ ਜੇ ਨਸ਼ਾ ਕਰਦਾ ਹੈ, ਫਰਜ਼ ਕਰੋ ਸਿਗਰਟ ਪੀਂਦਾ, ਸ਼ਰਾਬ ਪੀਂਦਾ, ਜਾਂ ਜਿੱਦਾਂ ਦੱਸਿਆ ਮਸਾਲਾ ਖਾਂਦਾ ਹੈ, ਮਸਾਲਾ ਯਾਨੀ ਕੀ ਹੁੰਦਾ ਹੈ? ਜਰਦਾ। ਸਮਝਦੇ ਹੋ? ਇਹ ਜਰਦਾ ਖਾਂਦਾ ਹੈ ਤਾਂ ਬੱਚਿਆਂ ਨੂੰ ਕਿਹੜਾ ਸੰਸਕਾਰ ਦਾ ਬੀਜ ਦੇ ਕੇ ਜਾ ਰਿਹਾ ਹੈ? ਬੱਚੇ ਨੇ ਕਹਿਣਾ ਡੈਡੀ ਖਾਂਦਾ ਸੀ, ਕੋਈ ਚੰਗੀ ਚੀਜ਼ ਹੋਣੀ, ਮੈਂ ਵੀ ਖਾ ਕੇ ਦੇਖਾਂ। ਡੈਡੀ ਨੇ ਕਹਿਣਾ ਨਹੀਂ ਪੁੱਤ ਤੂੰ ਨਹੀਂ ਖਾਣਾ, ਮਾੜਾ ਤੇਰੇ ਵਾਸਤੇ। ਹੁਣ ਬੱਚਾ ਉੱਥੇ ਤਾਂ ਸਮਝ ਜਾਏਗਾ। ਕਿਉਂ ਸਮਝੇਗਾ? ਕਿਉਂਕਿ ਉਹਨੂੰ ਪਤਾ ਹੈ ਕਿ ਮਾਂ-ਬਾਪ ਨੂੰ ਆਦਤ ਹਮੇਸ਼ਾ ਮਨਾ ਕਰਨ ਦੀ ਹੈ। ਜੇ ਬੱਚਾ ਗੱਡੀ ਚਲਾ, ਨਹੀਂ ਬੇਟਾ ਤੂੰ ਛੋਟਾ ਹੈ, ਗੱਡੀ ਨਹੀਂ ਚਲਾ ਸਕਦਾ, ਤੂੰ ਛੋਟਾ ਹੈ, ਮੋਟਰਸਾਈਕਲ ਨਹੀਂ ਚਲਾ ਸਕਦਾ, ਉਹ ਤੂੰ ਛੋਟਾ ਹੈ, ਕੋਠੇ ਤੇ ਇਕੱਲਾ ਨਹੀਂ ਜਾ ਸਕਦਾ। ਇਹ ਤਾਂ ਹਰ ਜਗ੍ਹਾ ਰੋਕਦੇ ਹੀ ਰਹਿੰਦੇ ਆ, ਇਹ ਤਾਂ ਹਰ ਜਗ੍ਹਾ ਮਨਾ ਹੀ ਕਰਦੇ ਰਹਿੰਦੇ ਆ। ਨਹੀਂ ਬੇਟਾ ਤੂੰ ਸ਼ਰਾਬ ਨਹੀਂ ਪੀ ਸਕਦਾ, ਤੂੰ ਨਸ਼ਾ ਨਹੀਂ ਕਰ ਸਕਦਾ, ਇਹ ਤਾਂ ਹਰ ਜਗ੍ਹਾ ਰੋਕਦੇ ਹੀ ਰਹਿੰਦੇ। ਜੇ ਤਾਂ ਮੋਟਰਸਾਈਕਲ ਤੋਂ ਰੋਕਦੇ ਤਾਂ ਬੀੜੀ ਤੋਂ ਰੋਕਦੇ। ਉਹ ਇਹੀ ਗੱਲ ਸੋਚਦਾ ਹੈ ਕਿ ਜੇ ਮੈਂ ਚੋਰੀ ਮੋਟਰਸਾਈਕਲ ਚਲਾ ਸਕਦਾ ਡੈਡੀ ਨੂੰ ਦੱਸੇ ਤੋਂ ਬਿਨਾਂ, ਤਾਂ ਡੈਡੀ ਨੂੰ ਦੱਸੇ ਤੋਂ ਬਿਨਾਂ ਸਿਗਰਟ, ਸ਼ਰਾਬ, ਬੀੜੀ ਵੀ ਪੀ ਸਕਦਾ ਹੈ। ਕਿਉਂ? ਕਿਉਂਕਿ ਮੇਰਾ ਡੈਡੀ ਪੀਂਦਾ ਹੈ। ਸੰਸਕਾਰ ਲਾਏ ਉਹਦੇ ਅੰਦਰ। ਇਸ ਕਰਕੇ ਅੱਜ ਸਾਨੂੰ ਵੀ ਜਦੋਂ ਬਜ਼ੁਰਗ ਇੱਕ ਬੀਜ ਲਾ ਰਿਹਾ ਹੈ, ਅਸੀਂ ਕਹਾਂਗੇ ਤੁਸੀਂ ਬਾਹਰਲੇ ਬੀਜ ਲਾਓ ਨਾ ਲਾਓ, ਪਰ ਸੰਸਕਾਰਾਂ ਦੇ ਬੀਜ ਜ਼ਰੂਰ ਐਸੇ ਸਮਾਜ ਅੰਦਰ ਬੋ ਕੇ ਜਾਓ, ਬੀਜ ਕੇ ਜਾਓ ਕਿ ਜਿੱਦਾਂ ਪੁਰਾਣੇ ਬਜ਼ੁਰਗਾਂ ਨੇ ਸਾਨੂੰ ਚੱਕਰ 'ਚ ਪਾ ਦਿੱਤਾ, ਪੈਂਚਕਾਂ ਮਾੜੀਆਂ, ਆ ਫਲਾਨਾ ਗ੍ਰਹਿ ਮਾੜਾ, ਆ ਫਲਾਨੀ ਚੱਕਰ ਮਾੜਾ। ਅੱਜ ਅਸੀਂ ਇਹ ਸੋਚ ਨੂੰ ਬਦਲੀਏ, ਵਹਿਮਾਂ ਭਰਮਾਂ ਨੂੰ ਤੋੜ ਕੇ ਸਾਰੇ ਸਮਾਜ ਦੇ ਅੰਦਰ ਇਹ ਵਿਸ਼ਵਾਸ ਪੈਦਾ ਕਰੀਏ ਕਿ ਕੁਝ ਨਹੀਂ ਹੈ, ਸਭ ਤੋਂ ਬੜਾ ਤਾਂ ਉਹ ਮਾਲਿਕ ਹੈ। ਇਸ ਲਈ ਜਿਹੜਾ ਆਪਣੇ ਮਾਲਿਕ ਤੇ ਯਕੀਨ ਰੱਖਦਾ ਹੈ, ਉਹ ਮਾਲਿਕ ਉਹਦੀ ਰੱਖਿਆ ਵੀ ਜ਼ਰੂਰ ਕਰਦਾ ਹੈ। ਇਹਨੂੰ ਕਹਿੰਦੇ ਚੰਗੇ ਸੰਸਕਾਰਾਂ ਦੇ ਬੀਜ। ਇਹ ਚੈੱਕ ਕਰੋ ਆਪਣੇ ਅੰਦਰ ਕਿ ਕੀ ਮੈਂ ਚੰਗੇ ਸੰਸਕਾਰਾਂ ਦੇ ਬੀਜ ਲਾ ਰਿਹਾ ਆਪਣੀ ਔਲਾਦ ਅੰਦਰ, ਜਾਂ ਮੈਂ ਵੀ ਪਿਛਲੀਆਂ ਗੱਲਾਂ ਮੰਨ ਕੇ ਵਹਿਮਾਂ 'ਚ ਵਸਿਆ ਤਾਂ ਆਪਣੇ ਬੱਚਿਆਂ ਨੂੰ ਵੀ ਵਹਿਮਾਂ 'ਚ ਹੀ ਫਸਾਈ ਜਾਂਦਾ ਹੈ। ਤਾਂ ਉਹੀ ਗੱਲ ਹੈ ਬੇਟਾ, ਆਹ ਰੱਸੀ 'ਚ ਮੈਂ ਸਾਰੀ ਜ਼ਿੰਦਗੀ ਵੱਜਾ ਬੈਠਾ ਰਿਹਾ, ਹੁਣ ਆਹ ਰੱਸੀ ਆਪਣੇ ਪੈਰੋਂ ਖੋਲ ਕੇ ਤੇਰੇ ਪੈਰ 'ਚ ਬੰਨ ਕੇ ਚੱਲਾਂ, ਤੂੰ ਵੀ ਵੱਜਾ ਹੀ ਰਹੀ, ਅੱਗੇ ਨਾ ਵਧੀ। ਕਿ ਇੱਕ ਮਾਤਾ ਪਿਤਾ ਇਦਾਂ ਆਪਣੇ ਬੱਚੇ ਨੂੰ ਅੱਗੇ ਵਧਾਉਣ ਵਾਲਾ ਕੰਮ ਕਰਦੇ ਆ ਜਾਂ ਉੱਥੇ ਹੀ ਫਸਾਉਣ ਵਾਲਾ ਕੰਮ ਕਰਦੇ ਆ? ਜਿਹੜੇ ਸਹੀ ਮਾਇਨਿਆਂ 'ਚ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਪਿਆਰ ਕਰਨਗੇ ਨਾ, ਉਹ ਵਹਿਮਾਂ ਭਰਮਾਂ ਦੀਆਂ ਸਾਰੀਆਂ ਰੱਸੀਆਂ ਤੋੜਨ ਦੀ ਕੋਸ਼ਿਸ਼ ਕਰਨਗੇ। ਉਹ ਕਹਿਣਗੇ ਹਟਾਓ, ਬਸ ਵਿਸ਼ਵਾਸ ਕਰੋ ਉਹ ਮਾਲਿਕ ਤੇ, ਕਿਉਂਕਿ ਵਹਿਮ ਸਾਨੂੰ ਰੋਕਦੇ ਹੈ ਤਾਂ ਸਾਡੇ ਮਾਲਿਕ ਦਾ ਵਿਸ਼ਵਾਸ ਸਾਨੂੰ ਅੱਗੇ ਵਧਾਉਂਦਾ ਹੈ। ਕਿਉਂਕਿ ਮਾਲਿਕ ਆਪ ਵੀ ਅੱਗੇ ਵਧਦਾ ਹੈ, ਉਹਦੀ ਰਹਿਮਤ ਵੀ ਅੱਗੇ ਵਧਦੀ ਹੈ ਤਾਂ ਸਾਨੂੰ ਵੀ ਉਹ ਅੱਗੇ ਵਧਾਉਂਦਾ ਹੈ। ਤਾਂ ਜਿਹੜੇ ਵਹਿਮਾਂ ਭਰਮਾਂ ਦੀਆਂ, ਸ਼ੰਕਾਵਾਂ ਦੀਆਂ ਹੀ ਰੱਸੀਆਂ 'ਚ ਵੱਜੇ ਰਹਿੰਦੇ ਆ, ਉਹਨਾਂ ਦੀ ਇੱਕ ਹੱਦ ਹੁੰਦੀ, ਉਸ ਤੋਂ ਬਾਅਦ ਕਦੀ ਉਹ ਜਾ ਹੀ ਨਹੀਂ ਸਕਦੇ। ਜਿੱਦਾਂ ਇੱਕ ਗਾਉਂ ਦੇ ਗਲੇ 'ਚ ਰੱਸੀ ਬੰਨ੍ਹਦੇ ਹੋ ਨਾ, ਉਹ ਕਿੰਨੀ ਕੁ ਦੂਰ ਤੱਕ ਜਾਏਗੀ? ਜਵਾਬ ਦਿਓ ਸਾਨੂੰ। ਇੱਕ ਗਾਉਂ ਦੇ ਗਲੇ 'ਚ ਰੱਸੀ ਵੱਜੀ ਹੋਵੇ ਤਾਂ ਕਿੰਨੀ ਕੁ ਦੂਰ ਤੱਕ ਜਾਏਗੀ? ਜਿੰਨੀ ਲੰਬੀ ਰੱਸੀ ਹੋਏਗੀ। ਜੇ ਰੱਸੀ 10 ਮੀਟਰ ਦੀ ਤਾਂ 10 ਮੀਟਰ ਤੱਕ ਹੀ ਘੁੰਮੇਗੀ ਉਹ, ਖੁੰਡੇ ਦੇ ਨਾਲ ਵੱਜੀ ਹੋਈ।
ਜੇ ਰੱਸੀ 20 ਮੀਟਰ ਦੀ ਤਾਂ 20 ਮੀਟਰ ਤੱਕ ਘੁੰਮੇਗੀ, ਤਾਂ ਜੇ ਰੱਸੀ ਹੈ ਹੀ 2 ਹੱਥ ਲੰਬੀ ਤਾਂ ਵਿਚਾਰੀ ਖੁੰਡੇ ਦੇ ਕੋਲ ਹੀ ਬੈਠੀ ਰਹੇਗੀ। ਉਹ ਇਹਦਾ ਮਤਲਬ ਕੀ ਹੈ, ਜਿੱਡੀ ਲੰਬੀ ਰੱਸੀ ਉਨੀ ਹੀ ਪਹੁੰਚ। ਅੱਜ ਇਨਸਾਨ ਬਾਹਰੋਂ ਤਾਂ ਕਹਿਣ ਨੂੰ ਆਜ਼ਾਦ ਹੈ ਕਿ ਮੈਂ ਜੀ ਆਜ਼ਾਦ ਹੋ ਗਿਆ, ਮੇਰਾ ਦੇਸ਼ ਆਜ਼ਾਦ ਹੋ ਗਿਆ, ਪਰ ਦੇਖਿਆ ਜਾਵੇ ਤਾਂ ਅੰਦਰੋਂ ਇਨਸਾਨ ਵਹਿਮਾਂ ਭਰਮਾਂ ਦੀਆਂ ਰੱਸੀਆਂ 'ਚ ਜਕੜਿਆ ਹੋਇਆ ਹੈ। ਜਾਤ ਪਾਤ ਬੰਧਨ ਧਰਮਾਂ ਦੀਆਂ ਰੱਸੀਆਂ 'ਚ ਜਕੜਿਆ ਹੋਇਆ ਹੈ। ਅੱਜ ਵੀ ਇਨਸਾਨ ਇਦਾਂ ਦੇ ਭੇਦਭਾਵ ਆਪਣੇ ਅੰਦਰ ਲੈ ਕੇ ਬੈਠਾ ਕਿ ਇਨਸਾਨ ਉਹਦੇ ਦਾਇਰੇ ਤੋਂ ਬਾਹਰ ਜਾਂਦਾ ਹੀ ਨਹੀਂ ਹੈ, ਨਿਕਲਦਾ ਹੀ ਨਹੀਂ ਹੈ। ਔਰ ਅਸੀਂ ਚਾਹੁੰਦੇ ਜਿਹੜੇ ਮਾਲਿਕ ਨਾਲ ਪਿਆਰ ਕਰਨ ਵਾਲੇ ਐ, ਅਸੀਂ ਤੁਹਾਡੀਆਂ ਰੱਸੀਆਂ ਖੋਲਣ ਆਏ ਆ, ਤੁਹਾਡੀਆਂ ਰੱਸੀਆਂ ਕੱਟਣ ਆਏ ਆ, ਤੁਹਾਡੀਆਂ ਵਹਿਮਾਂ ਭਰਮਾਂ ਦੀਆਂ ਡੋਰੀਆਂ ਤੋੜਨ ਆਏ ਆ, ਤਾਂ ਕਿ ਤੁਸੀਂ ਉਹ ਆਨੰਦ ਦੀਆਂ ਉਡਾਰੀਆਂ ਮਾਰ ਸਕੋ ਜਿੱਥੇ ਉਹ ਮਾਲਿਕ ਰਹਿੰਦਾ, ਤੁਸੀਂ ਵੀ ਉੱਥੇ ਪਹੁੰਚ ਸਕੋ। ਕਿਉਂਕਿ ਇਹਨਾਂ ਰੱਸੀਆਂ 'ਚ, ਵਹਿਮਾਂ ਭਰਮਾਂ ਦੀਆਂ ਰੱਸੀਆਂ 'ਚ ਫਸ ਕੇ ਤੁਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ ਜਿੱਥੇ ਤੁਹਾਡਾ ਮਾਲਿਕ ਵਸਦਾ ਹੈ। ਸਮਝਦੇ ਹੋ? ਜੇ ਆਪਣੇ ਪਿਆਰੇ ਨੂੰ ਆਪਣੇ ਤੱਕ ਲੈ ਕੇ ਆਣਾ ਹੋਵੇ ਤਾਂ ਉਹਦੇ ਬੰਧਨਾਂ ਨੂੰ ਕੱਟਣਾ ਹੀ ਪੈਣਾ ਹੈ, ਤੋੜਨਾ ਹੀ ਪੈਣਾ ਹੈ। ਹੁਣ ਪਿਆਰਾ ਤਾਂ ਕੋਸ਼ਿਸ਼ ਕਰਦਾ ਹੈ, ਪਰ ਜੇ ਐਸੀ ਕਹੀਏ ਨਹੀਂ ਜੀ ਬੰਧਨ ਮੇਰਾ ਜਨਮਾਂ ਦਾ ਆ, ਮੇਰੇ ਬਾਪ ਦਾਦੇ ਤੋਂ ਚਲੇ ਆ ਰਿਹਾ ਬੰਧਨ, ਮੈਂ ਨਹੀਂ ਇਹਨੂੰ ਤੋੜ ਸਕਦਾ, ਇਹ ਤਾਂ ਪਿਛਲੀਆਂ ਪੁਸ਼ਤਾਂ ਤੋਂ ਚਲੇ ਆ ਰਿਹਾ, ਪੂਰੀ ਦੁਨੀਆ ਮੰਨਦੀ ਆ ਗਈ, ਮੈਂ ਨਹੀਂ ਤੋੜ ਸਕਦਾ। ਤਾਂ ਹੁਣ ਭਾਈ ਪਹਿਲਾਂ ਪੂਰੀ ਦੁਨੀਆ ਮੰਨਦੀ ਸੀ ਕਿ ਧਰਤੀ ਚੋਰਸ ਹੈ। ਜਰਾ ਗੌਰ ਕਰਨਾ, ਪਹਿਲਾਂ ਕੀ ਮੰਨਿਆ ਜਾਂਦਾ ਸੀ? ਧਰਤੀ ਚੋਰਸ ਹੈ। ਕਿਉਂਕਿ ਕਈ ਕਹਿੰਦੇ ਸੀ ਕੋਈ ਨਹੀਂ, ਧਰਤੀ ਦੇ ਅੰਤਿਮ ਸਿਰਾ ਹੋਣਾ, ਜੇ ਤੋਂ ਅੱਗੇ ਹਨੇਰਾ ਹੀ ਹਨੇਰਾ ਹੈ, ਥੱਲੇ ਨਾ ਟੋਆ ਹੀ ਟੋਆ ਹੈ, ਖਾਈ ਖਾਈ ਅੱਗੇ ਹੈ ਹੀ ਕੁਝ ਨਹੀਂ, ਬਹੁਤ ਪਹਿਲਾਂ। ਪਰ ਫਿਰ ਵਿਗਿਆਨ ਨੇ ਖੋਜ ਕੀਤੀ ਕਿ ਧਰਤੀ ਚੋਰਸ ਨਹੀਂ ਹੈ, ਧਰਤੀ ਗੋਲ ਹੈ। ਪਹਿਲਾਂ ਕੀ ਮੰਨਿਆ ਜਾਂਦਾ ਸੀ ਕਿ ਸੂਰਜ ਧਰਤੀ ਦੇ ਚੱਕਰ ਲਾਉਂਦਾ ਹੈ। ਸਮਝਦੇ ਹੋ ਕਿ ਨਹੀਂ? ਕਿ ਧਰਤੀ ਖੜੀ ਹੈ, ਸੂਰਜ ਚੱਕਰ ਲਾ ਰਿਹਾ ਹੈ। ਪਰ ਅੱਜ ਬੱਚਾ ਜਾਣਦਾ ਹੈ ਕਿ ਸੂਰਜ ਖੜਾ ਹੈ ਤਾਂ ਧਰਤੀ ਚੱਕਰ ਲਾ ਰਹੀ ਹੈ। ਹੁਣ ਇਹਦਾ ਮਤਲਬ ਕਿ ਜੇ ਸਾਡੇ ਸਿਆਣੇ ਪਹਿਲਾਂ ਮੰਨਦੇ ਸੀ ਧਰਤੀ ਚਪਟੀ ਹੈ ਜਾਂ ਧਰਤੀ ਖੜੀ ਹੈ, ਸੂਰਜ ਚੱਕਰ ਲਗਾ ਰਿਹਾ ਹੈ, ਤਾਂ ਅਸੀਂ ਕਹਿੰਦੇ ਨਹੀਂ ਉਹ ਸੱਚ ਹੈ। ਅੱਜ ਵਿਗਿਆਨ ਨੇ ਸਾਬਿਤ ਕਰ ਦਿੱਤਾ, ਤਸਵੀਰਾਂ ਦਿਖਾ ਦਿੱਤੀਆਂ, ਫੋਟੋਆਂ ਦਿਖਾ ਦਿੱਤੀਆਂ, ਇਦਾਂ ਦੀ ਵੀਡੀਓਜ਼ ਦੇ ਜ਼ਰੀਏ ਸਾਨੂੰ ਸਮਝਾ ਦਿੱਤਾ ਕਿ ਭਾਈ ਧਰਤੀ ਸੂਰਜ ਦੇ ਇਰਦ ਗਿਰਦ ਘੁੰਮ ਰਹੀ ਹੈ। ਤਾਂ ਹੁਣ ਜਰਾ ਬੰਦਾ ਕਹੇ ਨਹੀਂ ਜੀ ਜੋ ਸਾਡੇ ਬਾਪ ਦਾਦਾ ਪੜਦਾਦਾ ਪਿੱਛੇ ਨਾ ਬਜ਼ੁਰਗ ਕਹਿੰਦੇ ਆ ਗਏ ਤਾਂ ਉਹੀ ਮੰਨਣਾ, ਧਰਤੀ ਚੋਰਸ ਹੈ। ਨਹੀਂ ਵੀ ਮੈਂ ਮੋਟਰਸਾਈਕਲ ਲੈ ਕੇ ਨਹੀਂ ਕਿਤੇ ਨਿਕਲਣ ਲੱਗਦੇ, ਧਰਤੀ ਚੋਰਸ ਹੋਵੇ ਤਾਂ ਮੈਂ ਘੇਰੀ ਜਾਵਾਂ ਥੱਲੇ। ਸਮਝਦੇ ਹੋ? ਇਹ ਤਾਂ ਨਾ ਸਮਝੀ ਹੈ ਨਾ। ਪਹਿਲਾਂ ਦੁਨੀਆ ਕੀ ਮੰਨਦੀ ਸੀ? ਆਪਣੀ ਸਮਝ ਦੇ ਹਿਸਾਬ ਨਾਲ ਮੰਨਦੀ ਸੀ, ਪਰ ਜਿੱਦਾਂ ਸਮਝ ਦੇ ਦਾਇਰੇ ਵਧੇ ਸੱਚਾਈ ਵਧੀ, ਸੱਚਾਈ ਦਾ ਪਤਾ ਲੱਗਾ ਤਾਂ ਬੰਦੇ ਨੇ ਉਹਨੂੰ ਐਕਸੈਪਟ ਕੀਤਾ, ਮੰਨਿਆ ਉਹਨੂੰ। ਇਦਾਂ ਹੀ ਅਸੀਂ ਕਵਾਂਗੇ ਜੇ ਵਿਗਿਆਨ ਦੇ ਮਾਮਲੇ 'ਚ ਤੁਸੀਂ ਮੰਨ ਸਕਦੇ ਹੋ ਤਾਂ ਧਿਆਨ ਦੇ ਮਾਮਲੇ 'ਚ ਕਿਉਂ ਨਹੀਂ ਮੰਨ ਸਕਦੇ? ਰੂਹਾਨੀਅਤ ਦੇ ਮਾਮਲੇ 'ਚ ਕਿਉਂ ਨਹੀਂ ਮੰਨ ਸਕਦੇ ਕਿ ਅੱਜ ਤੋਂ ਮੈਂ ਸਾਰੇ ਵਹਿਮ ਭਰਮ ਛੱਡਣੇ ਆ? ਇਹ ਵਹਿਮਾਂ ਭਰਮਾਂ ਚੋਂ ਬਾਹਰ ਨਿਕਲਣਾ ਹੈ। ਇਹ ਜਾਤ ਪਾਤ ਊਚ ਨੀਚ ਦੇ ਬੰਧਨ ਤੋੜਨੇ ਆ ਮੈਂ, ਔਰ ਆਪਣੇ ਮਾਲਿਕ ਦੇ ਪ੍ਰੇਮ ਨਾਲ, ਵਿਸ਼ਵਾਸ ਨਾਲ ਇਹ ਯਾਦ ਰੱਖਣਾ ਹੈ ਕਿ ਸਭ ਦਾ ਮਾਲਿਕ ਏਕ ਹੈ। ਅਸੀਂ ਸਾਰੇ ਇੱਕੋ ਹੀ ਬਾਪ ਦੇ ਬੱਚੇ ਆ, ਇਸ ਲਈ ਸਾਡੇ ਅੰਦਰ ਕੋਈ ਊਚ ਨੀਚ ਜਾਤ ਪਾਤ ਦੇ ਭੇਦਭਾਵ ਨਹੀਂ ਹੈ। ਸਾਰੇ ਵਹਿਮ ਭਰਮ ਖਤਮ ਕਰਨੇ ਆ, ਛੱਡੋ ਇਹਨਾਂ ਵਹਿਮਾਂ ਭਰਮਾਂ ਨੂੰ। ਔਰ ਜਿਹੜੇ ਮਾਲਕ ਦੇ ਹੋ ਗਏ ਉਹ ਤਾਂ ਛੱਡਣਗੇ ਹੀ, ਇਹ ਗੱਲ ਯਾਦ ਰੱਖਣਾ ਹਮੇਸ਼ਾ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੱਦਾਂ ਦੱਸਿਆ ਹੈ ਕਿ ਜਿਨ੍ਹਾਂ ਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੈ ਫਿਰ ਉਹ ਚਿੰਤਾ ਨਹੀਂ ਕਰਦੇ ਦਿਨਾਂ ਤਿਉਹਾਰਾਂ ਦੀ। ਉਹ ਕਹਿੰਦੇ ਸਭ ਤੋਂ ਬੜਾ ਦਿਨ ਤਿਉਹਾਰ ਉਹੀ ਹੈ ਜਦੋਂ ਸਾਡੇ ਮਾਲਿਕ ਦਾ ਹੁਕਮ ਹੋ ਗਿਆ। ਸਮਝਦੇ ਹੋ ਕਿ ਨਹੀਂ? ਜਿੱਦਾਂ ਦੱਸੀਦਾ ਨਾ, ਪਲਟੂ ਸ਼ੁਭ ਦਿਨ ਜੁਬ ਸ਼ੁਭ ਘੜੀ, ਯਾਦ ਕਰੇ ਜਬ ਨਾਮ, ਲਗਨ ਮੁਹੂਰਤ ਝੂਠ ਸਭ ਔਰ ਬਿਗਾੜੇ। ਉਹ ਏਡੇ ਏਡੇ ਸੰਤ ਮਹਾਪੁਰਸ਼ ਆਪਣੀਆਂ ਬਾਣੀ 'ਚ ਕਹਿ ਗਏ ਕਿ ਲਗਨ ਮੁਹੂਰਤ ਜੋ ਤੁਸੀਂ ਘੜਾਉਂਦੇ ਫਿਰਦੇ ਹੋ ਨਾ, ਕਿ ਜਨਮ ਪੱਤਰੀ ਲੈ ਕੇ ਕੁੰਡਲੀ ਕੱਢਦੇ ਹੋ, ਇਹ ਕਰਦੇ ਹੋ, ਝੂਠ ਹੈ, ਸਭ ਕੁਝ ਵਿਅਰਥ ਹੈ। ਇਹ ਤਾਂ ਐਵੇਂ ਆਪਣਾ ਸਮਾਂ, ਆਪਣਾ ਟਾਈਮ, ਆਪਣਾ ਮਨ, ਜਿੱਦਾਂ ਸਮਝ ਲਓ ਵਹਿਮਾਂ ਭਰਮਾਂ ਨਾਲ ਭਰ ਕੇ ਆਪਣਾ ਟਾਈਮ, ਆਪਣਾ ਸਮਾਂ, ਪੈਸਾ ਖਰਾਬ ਕਰਨ ਦੀ ਗੱਲ ਹੈ। ਸਭ ਤੋਂ ਬੜੀ ਗੱਲ ਤਾਂ ਇੱਕ, ਉਹ ਕਹਿੰਦੇ ਉਹ ਦਿਨ ਇਨਸਾਨ ਵਾਸਤੇ ਸਭ ਤੋਂ ਉੱਤਮ ਹੋ ਜਾਂਦਾ ਜਦੋਂ ਇਨਸਾਨ ਵਿਸ਼ਵਾਸ ਨਾਲ ਆਪਣੇ ਮਾਲਿਕ ਨੂੰ ਯਾਦ ਕਰ ਲੈਂਦਾ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ। ਔਰ ਜਿੱਦਾਂ ਕਹੀਦਾ ਜਬ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਕਦੀ ਗੱਲ ਹੈ ਡਰਨ ਦੀ, ਉਹ ਚਿੰਤਾ ਹੀ ਨਹੀਂ ਕਰਦਾ। ਅੱਜ ਸਾਨੂੰ ਵੀ ਜਿੱਦਾਂ ਵਿਗਿਆਨ ਦੀ ਸੋਚ ਨਾਲ ਇਨਸਾਨ ਦੀ ਸੋਚ ਬਦਲੀ, ਵਿਗਿਆਨ ਨੂੰ ਲੈ ਕੇ, ਧਰਤੀ ਨੂੰ ਲੈ ਕੇ, ਸੂਰਜ ਚੰਦ ਸਿਤਾਰਿਆਂ ਨੂੰ ਲੈ ਕੇ, ਇਸੇ ਤਰ੍ਹਾਂ ਅੱਜ ਜ਼ਰੂਰਤ ਹੈ ਕਿ ਸਾਡੇ ਵਚਨਾਂ ਨੂੰ ਸੁਣੋ, ਗੁਰੂਆਂ ਰਹਿਬਰਾਂ ਦੇ ਵਚਨਾਂ ਨੂੰ ਸੁਣੋ, ਔਰ ਆਪਣੇ ਅੰਦਰਲੀ ਸੋਚ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰੀਏ। ਇਹ ਵਹਿਮਾਂ ਭਰਮਾਂ ਨੂੰ ਤੋੜੀਏ, ਹਕੀਕਤ ਨੂੰ ਪਹਿਚਾਣੀਏ। ਕਿਉਂਕਿ ਹਮੇਸ਼ਾ ਯਾਦ ਰੱਖੋ ਕਿ ਜਿੱਦਾਂ ਦਾ, ਇਹ ਬਹੁਤ ਵਾਰ ਕਹੀਦਾ ਕਿ ਜਿੱਦਾਂ ਦਾ ਤੁਹਾਡਾ ਵਿਸ਼ਵਾਸ ਹੁੰਦਾ ਤੁਹਾਨੂੰ ਉਦਾਂ ਦਾ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ। ਅੱਜ ਤੁਸੀਂ ਇਹ ਗੱਲ ਸੁਣ ਲਈ ਹੈ ਕਿ ਜਿੱਦਾਂ ਦਾ ਵਿਸ਼ਵਾਸ ਹੁੰਦਾ ਉਦਾਂ ਦਾ ਫਲ ਮਿਲਣਾ ਸ਼ੁਰੂ ਹੋ ਜਾਂਦਾ। ਕੱਲ ਨੂੰ ਘਰ ਜਾ ਕੇ ਨਾ ਤੁਸੀਂ ਕਿਸੇ ਰੰਗ ਦਾ ਕੱਪੜਾ ਪਾ ਕੇ ਸੋਚੋ ਇਹ ਰੰਗ ਮੇਰੇ ਵਾਸਤੇ ਚੰਗਾ ਨਹੀਂ ਹੋਣਾ, ਇਹਨਾਂ ਮੇਰਾ ਮਾੜਾ ਹੀ ਕਰਨਾ ਹੈ, ਤਾਂ ਵਾਕਈ ਤੁਹਾਨੂੰ ਜਿੱਦਾਂ ਦਾ ਵਿਸ਼ਵਾਸ ਹੋਣਾ ਫਲ ਮਿਲਣਾ
ਸ਼ੁਰੂ ਹੋ ਜਾਣਾ। ਤਾਂ ਜੇ ਕਹੋ ਸਾਰੇ ਰੰਗ ਮੇਰੇ ਮਾਲਕ ਦੇ ਹੈ, ਸਾਰੇ ਰੰਗ ਮੈਨੂੰ ਫਾਇਦਾ ਹੀ ਦੇਣਗੇ, ਕਿਉਂਕਿ ਜਿਹੜੀ ਮੇਰੇ ਮਾਲਕ ਨੇ ਬਣਾਈ ਹੈ ਉਹ ਚੀਜ਼ ਮੇਰੇ ਵਾਸਤੇ ਫਾਇਦੇਮੰਦ ਹੀ ਹੋ ਸਕਦੀ ਹੈ, ਤਾਂ ਉਹ ਚੀਜ਼ ਫਾਇਦਾ ਦੇਣਾ ਸ਼ੁਰੂ ਕਰ ਦੇਗੀ। ਸੋਚ ਸਮਝਦੇ ਹੋ ਕਿ ਨਹੀਂ? ਕਈ ਜੀਵ ਨਾਮ ਦੀ ਦਾਤ ਲੈ ਕੇ ਮਾਲਕੋ ਕਿਹੜੇ ਦਿਸ਼ਾ ਨੂੰ ਮੂੰਹ ਕਰਕੇ ਨਾਮ ਜਪਣਾ ਚਾਹੀਦਾ ਹੈ। ਅਸੀਂ ਕਿਹਾ ਭਾਈ ਕਿਹੜੀ ਦਿਸ਼ਾ ਸਾਡਾ ਮਾਲਕ ਹੈ ਨਹੀਂ, ਜਿੱਧਰ ਹੈ ਨਹੀਂ ਉਧਰ ਨੂੰ ਨਾ ਕਰ, ਜਿੱਧਰ ਤੈਨੂੰ ਲੱਗਦਾ ਮੇਰਾ ਮਾਲਕ ਹੈ ਉਧਰ ਨੂੰ ਮੂੰਹ ਕਰਕੇ ਨਾਮ ਜਪ ਲੈ। ਫਿਰ ਕਹਿੰਦੇ ਜੀ ਲੇਟ ਕੇ ਜਪ ਸਕਦੇ ਆ ਕਿ ਜਪ ਸਕਦਾ ਉਧਰ ਵੀ ਤਾਂ ਉਹੀ ਹੈ। ਸਮਝਦੇ ਹੋ ਕਿ ਨਹੀਂ? ਤੂੰ ਚਾਹੇ ਪੇਟ ਦੇ ਵੱਲ ਲੇਟ ਜਾ, ਕਿਉਂਕਿ ਧਰਤੀ ਵਿੱਚ ਵੀ ਉਹੀ ਹੈ, ਚਾਹੇ ਪਿੱਠ ਦੇ ਵੱਲ ਲੇਟ ਜਾ, ਆਕਾਸ਼ ਵੱਲ ਵੀ ਉਹੀ ਹੈ, ਚਾਹੇ ਪੂਰਬ ਵੱਲ ਮੂੰਹ ਕਰ ਲੈ, ਪੱਛਮ ਉੱਤਰ ਦੱਖਣ ਜਿੱਧਰ ਮਰਜੀ ਮੂੰਹ ਕਰ ਲੈ, ਸਾਡਾ ਮਾਲਿਕ ਤਾਂ ਹਰ ਜਗ੍ਹਾ ਮੌਜੂਦ ਹੈ। ਇਸ ਲਈ ਮਾਲਿਕ ਤਾਂ ਉਹ ਸ਼ਕਤੀ ਹੈ ਜਿਹੜੀ ਹਰ ਜਗ੍ਹਾ ਆਪਣਾ ਕਰਮ ਕਰ ਰਹੀ ਹੈ। ਪਰ ਸਾਡਾ ਵਿਸ਼ਵਾਸ ਹੈ, ਜੇ ਅਸੀਂ ਆਪਣੇ ਮਨ 'ਚ ਹੀ ਸੋਚੀਏ ਕਿ ਨਹੀਂ ਜੀ ਇਹ ਪੂਰਬ ਵੱਲ ਮੂੰਹ ਕਰਕੇ ਪੂਜਾ ਕੀਤੀ ਫੇਰ ਹੀ ਸਫਲ ਹੈ, ਜੇ ਦੱਖਣ ਕਰ ਲਈ, ਪੱਛਮ ਕਰ ਲਈ, ਜਾਂ ਲਹਿੰਦੇ ਚੜ੍ਹਦੇ ਇੱਧਰ ਉੱਧਰ ਕਰ ਲਈ ਤਾਂ ਫਿਰ ਮੇਰੀ ਪੂਜਾ ਸਫਲ ਨਹੀਂ ਹੋਣੀ। ਤਾਂ ਪ੍ਰਮਾਤਮਾ ਨੂੰ ਇਹਦਾ ਮਤਲਬ ਨਹੀਂ ਅਸੀਂ ਸੋਚ ਲਿਆ ਤਾਂ ਸਾਡੇ ਮਨ 'ਚ ਸ਼ੰਕਾ ਜੀ ਰਹਿਣੀ ਹੈ ਕਿ ਸਫਲ ਨਹੀਂ ਹੋਈ ਕਿਉਂਕਿ ਮੈਂ ਪੂਰਬ ਵੱਲ ਮੂੰਹ ਨਹੀਂ ਕੀਤਾ, ਜਾਂ ਮੇਰੀ ਨਮਾਜ਼ ਸਫਲ ਨਹੀਂ ਹੋਈ, ਮੈਂ ਲਹਿੰਦੇ ਵੱਲ ਮੂੰਹ ਨਹੀਂ ਕੀਤਾ, ਪੱਛਮ ਵੱਲ ਮੂੰਹ ਨਹੀਂ ਕੀਤਾ। ਉਹ ਹਰ ਜਗ੍ਹਾ ਪ੍ਰਮਾਤਮਾ ਹੀ ਹੈ। ਬਸ ਤੇਰਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਜਿੱਧਰ ਮੂੰਹ ਕਰ ਲਵਾਂ ਮੇਰਾ ਮਾਲਿਕ ਉਧਰ ਹੈ। ਤਾਂ ਤੂੰ ਜਿੱਧਰ ਮਰਜੀ ਮੂੰਹ ਕਰਕੇ ਬਹਿ ਜਾ, ਉਹ ਤੇਰੀ ਬੰਦਗੀ, ਤੇਰੀ ਇਬਾਦਤ, ਤੇਰੀ ਪੂਜਾ, ਤੇਰੀ ਨਮਾਜ਼ ਕਬੂਲ ਕਰ ਲਏਗਾ, ਕਿਉਂਕਿ ਉਹੀ ਤਾਂ ਹੈ। ਸਮਝ ਆ ਰਹੀ ਕਿ ਨਹੀਂ? ਹੁਣ ਸੂਰਜ ਦਾ ਪ੍ਰਕਾਸ਼ ਕਿੱਧਰਲੇ ਪਾਸੇ ਹੈ? ਜਵਾਬ ਦਿਓ ਜ਼ਰਾ। ਪੂਰਬ ਹੈ, ਪੱਛਮ ਹੈ, ਉੱਤਰ ਹੈ, ਦੱਖਣ ਹੈ, ਕਿੱਧਰ ਹੈ ਪ੍ਰਕਾਸ਼? ਹਰ ਪਾਸੇ ਹੈ ਕਿ ਨਹੀਂ? ਤਾਂ ਜੇ ਇੱਕ ਛੋਟੇ ਜਿਹੇ ਸੂਰਜ ਦਾ ਪ੍ਰਕਾਸ਼ ਹਰ ਪਾਸੇ ਹੋ ਸਕਦਾ ਤਾਂ ਮੇਰੇ ਏਡੇ ਵੱਡੇ ਮਾਲਿਕ ਦਾ ਪ੍ਰਕਾਸ਼ ਕਿਉਂ ਨਹੀਂ ਹਰ ਪਾਸੇ ਹੋ ਸਕਦਾ? ਜਿਹਨੇ ਸੂਰਜ ਨੂੰ ਪੈਦਾ ਕੀਤਾ, ਲੱਖਾਂ ਹੀ ਸੂਰਜ, ਲੱਖਾਂ ਹੀ ਚੰਦ, ਲੱਖਾਂ ਹੀ ਆਕਾਸ਼, ਲੱਖਾਂ ਹੀ ਪ੍ਰਿਥਵੀਆਂ, ਲੱਖਾਂ ਹੀ ਬ੍ਰਹਿਮੰਡ, ਲੱਖਾਂ ਹੀ ਆਕਾਸ਼ ਗੰਗਾ ਜਿਹਨੇ ਬਣਾਈਆਂ ਹੈ, ਫਿਰ ਉਹ ਕਿੱਧਰ ਨਹੀਂ ਹੋਏਗਾ? ਜਰਾ ਸਮਝਣਾ ਸਾਰਿਆਂ ਨੇ। ਇਸ ਲਈ ਭਰਮਾਂ ਚੋਂ ਨਿਕਲਣਾ ਹੈ ਅਸੀਂ, ਔਰ ਵਿਸ਼ਵਾਸ ਨਾਲ ਆਪਣੇ ਆਪ ਨੂੰ ਭਰਪੂਰ ਕਰਨਾ ਹੈ, ਕਿਉਂਕਿ ਜਿੰਨਾ ਸਾਡੇ ਅੰਦਰ ਵਿਸ਼ਵਾਸ ਵੱਧਦਾ ਚਲਾ ਜਾਏਗਾ ਉਨੀ ਸਾਡੀ ਜ਼ਿੰਦਗੀ ਖੁਸ਼ੀਆਂ ਨਾਲ, ਆਨੰਦ ਨਾਲ, ਸ਼ਾਂਤੀ ਨਾਲ ਭਰਪੂਰ ਹੁੰਦੀ ਚਲੀ ਜਾਏਗੀ। ਇਸ ਲਈ ਅੰਦਰ ਜਿੱਦਾਂ ਦੱਸਿਆ ਕਿ ਜੋ ਅੰਦਰ ਭੇਜਾਂਗੇ ਬਾਹਰ ਵੀ ਫਿਰ ਉਹੀ ਆਣਾ ਹੈ। ਇਸ ਲਈ ਵਿਸ਼ਵਾਸ ਨੂੰ ਅੰਦਰ ਭੇਜੀਏ, ਕਿਉਂਕਿ ਵਿਸ਼ਵਾਸ ਅੰਦਰ ਜਾਏਗਾ ਤਾਂ ਮਾਲਕ ਦੀਆਂ ਰਹਿਮਤਾਂ ਨੂੰ ਲੈ ਕੇ ਆਏਗਾ। ਬਿਹਤਰ ਅੰਦਰ ਜਾਏਗਾ ਤਾਂ ਬਿਹਤਰ ਹੀ ਬਾਹਰ ਆਏਗਾ। ਇਸ ਲਈ ਬਿਹਤਰ ਸੁਣਨਾ ਹੈ, ਚੰਗਾ ਸੁਣਨਾ ਹੈ, ਚੰਗਾ ਖਾਣਾ ਹੈ, ਚੰਗਾ ਦੇਖਣਾ ਹੈ, ਚੰਗਾ ਹੀ ਆਪਣੇ ਅੰਦਰ ਲੈ ਜਾਣਾ ਹੈ ਤਾਂ ਕਿ ਚੰਗਾ ਹੀ ਬਾਹਰ ਆ ਸਕੇ। ਇਸ ਲਈ ਸਵਾਲ ਆਪਣੇ ਆਪ ਨੂੰ ਪੁੱਛਣਾ ਜ਼ਰੂਰ ਹੈ। ਸਿਰਫ ਇਦਾਂ ਨਹੀਂ ਕਿ ਇੱਥੇ ਸਤਸੰਗ 'ਚ ਸਿਰ ਹਿਲਾ ਦਿੱਤਾ ਕਿ ਮੈਂ ਆਪਣੇ ਜੀਵਨ ਨੂੰ ਔਰ ਇਹ ਸੰਸਾਰ ਨੂੰ ਬਿਹਤਰ ਬਣਾਉਣ ਵਾਸਤੇ, ਅੱਛਾ ਬਣਾਉਣ ਵਾਸਤੇ ਕੀ ਕਰ ਸਕਦਾ ਹਾਂ। ਫਿਰ ਜੋ ਵੀ ਅੰਦਰੋਂ ਆਵਾਜ਼ ਆਵੇ ਕਿ ਭਾਈ ਆਪਣੇ ਆਪ ਨੂੰ ਅੱਛਾ ਬਣਾਉਣ ਵਾਸਤੇ ਤੂੰ ਸਿਮਰਨ ਕਰ ਸਕਦਾ ਹੈ, ਸਤਸੰਗ ਵਿੱਚ ਬਹਿ ਸਕਦਾ ਹੈ, ਚੰਗਾ ਭੋਜਨ ਕਰ ਸਕਦਾ ਹੈ, ਐਕਸਰਸਾਈਜ਼ ਕਰ ਸਕਦਾ ਹੈ, ਜਾਂ ਆ ਅੱਛੀ ਚੀਜ਼ ਸੁਣ ਸਕਦਾ ਹੈ, ਆ ਅੱਛੀ ਚੀਜ਼ ਪੜ੍ਹ ਸਕਦਾ ਹੈ, ਤਾਂ ਫਿਰ ਜੋ ਅੰਦਰੋਂ ਆਵਾਜ਼ ਆਵੇ ਕਰੋ। ਕਿਉਂਕਿ ਇੰਨੀ ਸਮਝ ਸਾਨੂੰ ਮਾਲਕ ਨੇ ਦਿੱਤੀ ਹੋਈ ਹੈ ਕਿ ਅਸੀਂ ਇਹ ਜਾਣਦੇ ਹਾਂ ਕਿ ਕਿਹੜੀ ਚੀਜ਼ ਸਾਡੇ ਵਾਸਤੇ ਅੱਛੀ ਹੈ ਤੇ ਕਿਹੜੀ ਚੀਜ਼ ਸਾਡੇ ਵਾਸਤੇ ਮਾੜੀ ਹੈ। ਹੁਣ ਜੋ ਅੱਛੀ ਹੈ ਉਹਨੂੰ ਅਪਣਾਓ, ਤਾਂ ਜੋ ਬੁਰੀ ਹੈ ਉਹਦਾ ਤਿਆਗ ਕਰੋ। ਸਮਝਦੇ ਹੋ ਕਿ ਨਹੀਂ? ਔਰ ਵੈਸੇ ਵੀ ਹਜ਼ਰਤ ਅਲੀ ਨੇ ਬੜੀ ਪਿਆਰੀ ਗੱਲ ਕਹੀ ਹੈ। ਹਜ਼ਰਤ ਅਲੀ ਕਹਿੰਦੇ ਹੈ, ਇੱਕ ਉਹਨਾਂ ਦੀ ਬੜੀ ਪਿਆਰੀ ਲਾਈਨ ਹੈ ਜਿਹਨਾਂ ਵਿੱਚ ਉਹ ਬੜਾ ਗਹਿਰਾ ਔਰ ਪਿਆਰਾ ਰਾਜ ਦੱਸਦੇ ਹੈ। ਉਹ ਕਹਿੰਦੇ ਹੈ ਕਿ ਜਬ ਤੱਕ तुम्हारे अंदर क्रोध और अहंकार है, यानी लाइन तो उन्होंने भी अरबी च है पर इत्थे अनुवाद दसिया जा रहा है कि जब तक तुम्हारे अंदर क्रोध और अहंकार है अपनी गिनती अच्छे इंसानों में मत करना। कहते बंदा कहा मैं बहुत अच्छा, कई बार बंदे तू किदां दा भाई, ले मेरे वर्गा तो कोई होना ही नहीं है, मैं बहुत अच्छा, मैं बहुत चंगा, मेरे वर्गा कौन होना है, मैं बहुत अच्छा है, अच्छा है बुरा, मैं बहुत अच्छा है। पर कहते याद रख जब तक तेरे अंदर क्रोध और अहंकार है उदों तक अपनी गिनती कदी अच्छे लोगों च ना करी, क्योंकि जे तेरे अंदर क्रोध है, अहंकार है तो तू अच्छा हाले है ही नहीं। अच्छा हो सकता है, हाले नहीं अच्छा। जिदा बंदा कहता कपड़ा चिट्टा या काला है, वो तो धब्बे लगे हुण मैला होवे तो बंदा कहता है तो सफेद पर हाले सफेद है नहीं, थोड़ा इहनूं धोना पैना है, इहदी मैल नूं इत्ते लगे दागां नूं साफ करना पैना। जे धो दिता जावे फिर चिट्टा हो सकता है। तुसीं अच्छे हो सकते हो, तुसीं अच्छे बन सकते हो, पर वो अच्छे बनने वास्ते तुहानूं की करना पैना? अच्छे बनने वास्ते तुहानूं अपनियां कमियां नूं दूर करना पैना, अपने अंदर लगे हुए दागां नूं हटाना पैना है। बुराई दे दाग, एक क्रोध दे, अहंकार दे दाग जिहड़े ना धोवांगे तो फिर ही साडी अच्छाई बाहर, सफाई बाहर आएगी। इसलिए जब तक तुम्हारे अंदर क्रोध और अहंकार है अपने आप को अच्छे लोगों में मत गिनना। कभी गिनती ना करो कि मैं भी अच्छा हाँ,
ਜੇ ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਕ੍ਰੋਧ ਹੈ, ਮੈਨੂੰ ਲੱਗਦਾ ਮੇਰੇ ਅੰਦਰ ਹੰਕਾਰ ਹੈ, ਮੈਨੂੰ ਮਾੜੀ ਮਾੜੀ ਗੱਲ ਤੇ ਗੁੱਸਾ ਆ ਜਾਂਦਾ ਹੈ, ਜਾਂ ਮਾੜੀ ਮਾੜੀ ਗੱਲ ਮੈਨੂੰ ਤਕਲੀਫ ਦਿੰਦੀ ਹੈ, ਉਹਨਾਂ ਮੈਨੂੰ ਬੁਲਾਇਆ ਨਹੀਂ, ਮੈਨੂੰ ਗੁੱਸਾ ਆ ਗਿਆ, ਕਿਉਂਕਿ ਹੰਕਾਰ ਹੁੰਦਾ ਸਾਡਾ, ਲੈ ਵੀ ਉਹਨਾਂ ਮੇਰੇ ਪੈਰੀ ਹੱਥ ਨਹੀਂ ਲਾਇਆ, ਉਹਨਾਂ ਮੈਨੂੰ ਬੁਲਾਇਆ ਨਹੀਂ, ਜਾਂ ਉਹਨਾਂ ਮੇਰੀ ਇੱਜ਼ਤ ਨਹੀਂ ਕੀਤੀ, ਸਤਿਕਾਰ ਨਹੀਂ ਕੀਤਾ, ਉਹਨਾਂ ਮੈਨੂੰ ਗਾਲੀ ਕਿਉਂ ਦੇ ਦਿੱਤੀ, ਇਹ ਹੰਕਾਰ ਹੈ। ਜਦੋਂ ਦੁੱਖ ਲੱਗੇ ਤਾਂ ਸਮਝ ਲਓ ਅੰਦਰ ਅਹੰਕਾਰ ਹੈ। ਤਾਂ ਹਾਲੇ ਮੈਂ ਅੱਛੇ ਲੋਕਾਂ ਦੀ ਗਿਣਤੀ ਵਿੱਚ ਨਹੀਂ ਆ ਸਕਦਾ, ਕਿਉਂਕਿ ਹਾਲੇ ਮੇਰੇ ਅੰਦਰ ਜਿੱਦਾਂ ਕਹਿ ਲਓ ਹਾਲੇ ਮੈਂ ਸਾਫ਼ ਕੱਪੜਿਆਂ ਦੀ ਗਿਣਤੀ 'ਚ ਨਹੀਂ ਆ ਸਕਦਾ, ਹਾਲੇ ਕੁਝ ਦਾਗ ਲੱਗੇ ਹੋਏ ਹੈ। ਪਹਿਲਾਂ ਇਹਨੂੰ ਧੋ ਲਈਏ। ਜਿਹਦਾ ਬੰਦਾ ਕਹਿੰਦਾ ਨਾ ਡਰੈਗਲਿਨ ਵਾਲੇ ਕੀ ਕਰਦੇ, ਜਿਹੜੇ ਕੱਪੜੇ ਸਾਫ਼ ਹੁੰਦੇ ਉਹਨਾਂ ਨੂੰ ਚੱਕ ਕੇ ਇੱਕ ਪਾਸੇ ਰੱਖਦੇ, ਜਿਹੜੇ ਧੋਣ ਵਾਲੇ ਹੁੰਦੇ ਆ ਉਹਨਾਂ ਨੂੰ ਇੱਥੇ ਰੱਖਦੇ ਆ। ਤਾਂ ਕੋਈ ਪੁੱਛੇ ਭਾਈ ਇਹਨਾਂ ਨੂੰ ਸਾਫ਼ ਦੇ ਕੱਪੜਿਆਂ ਦੀ ਲਾਈਨ 'ਚ ਰੱਖਦੇ ਮੈਂ, ਉਹ ਨਹੀਂ, ਹਾਲੇ ਸਾਫ਼ ਦੇ ਲਾਈਨ 'ਚ ਲੱਗਣ ਵਾਲੇ ਨਹੀਂ ਹੈ, ਕਿਉਂਕਿ ਹਾਲੇ ਧੋਣਾ ਜ਼ਰੂਰੀ ਹੈ। ਇੱਦਾਂ ਹੁੰਦਾ ਕਿ ਨਹੀਂ? ਤੁਸੀਂ ਘਰ 'ਚ ਰੱਖਦੇ ਹੋ ਕੱਪੜੇ ਖੋਲ ਕੇ, ਜਿਹੜੇ ਮੈਲੇ ਹੁੰਦੇ ਇੱਕ ਪਾਸੇ ਰੱਖਦੇ ਹੋ, ਤਾਂ ਜਿਹੜੇ ਧੋਤੇ ਹੁੰਦੇ ਆ। ਤਾਂ ਜੇ ਤੁਸੀਂ ਕਹੋ ਇਹਨੂੰ ਇੱਥੇ ਰੱਖ ਦੇਵਾਂ, ਉਹ ਨਹੀਂ, ਹਾਲੇ ਧੋਣ ਵਾਲੇ ਆ, ਘਰ ਵਾਲੀ ਕਹੇਗੀ ਜਾਂ ਕੋਈ ਮੈਂਬਰ ਹਾਲੇ ਧੋਣ ਵਾਲੇ ਆ, ਇਹਨੂੰ ਇੱਥੇ ਰਹਿਣ ਦਿਓ। ਇਹਦਾ ਮਤਲਬ ਹਾਲੇ ਸਾਡੇ ਅੰਦਰ ਦਾਗ ਹੈ, ਹਾਲੇ ਅਸੀਂ ਉਹ ਗਿਣਤੀ ਜਾਣ ਵਾਲੇ ਹੈ ਨਹੀਂ, ਉਹ ਸਟੇਜ ਤੇ ਬੈਠਣ ਵਾਲੇ ਹੈ ਨਹੀਂ ਜਿੱਥੇ ਸਾਫ਼ ਸੁਥਰੇ ਪਾਕ ਪਵਿੱਤਰ ਔਰ ਰੱਬ ਦੇ ਪਿਆਰੇ ਬਹਿੰਦੇ ਆ। ਇਸ ਲਈ ਇਹਨਾਂ ਦਾਗਾਂ ਨੂੰ ਜਾਣੀਏ ਔਰ ਧੋਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਸਾਡੀ ਗਿਣਤੀ ਵੀ ਅੱਛਿਆਂ ਵਿੱਚ ਹੋ ਸਕੇ। ਕਹਿ ਰਹੇ ਆ ਬਿਹਤਰ ਦਾ ਮਤਲਬ ਹੈ ਅੱਛਾ। ਜਿੱਦਾਂ ਬੰਦਾ ਕਹਿੰਦਾ ਬਹੁਤ ਅੱਛੀ ਚਾਹ ਬਣੀ ਹੈ, ਬਹੁਤ ਬਿਹਤਰ ਚਾਹ ਬਣੀ ਹੈ, ਹੁਣ ਇਹਨੂੰ ਇੱਦਾਂ ਹੀ ਸਮਝੋ ਕਿ ਮੈਂ ਆਪਣੇ ਜੀਵਨ ਨੂੰ ਬਿਹਤਰ ਕਿੱਦਾਂ ਬਣਾ ਸਕਦਾ ਹਾਂ, ਕਿੱਦਾਂ ਮੈਂ ਆਪਣੇ ਅੰਦਰ ਕਮੀਆਂ ਜੋ ਬੁਰਾਈਆਂ ਹੈ ਇਹਨਾਂ ਨੂੰ ਦੂਰ ਕਰਕੇ ਕਿੱਦਾਂ ਮੈਂ ਆਪਣੇ ਆਪ ਨੂੰ ਅੱਛਾ ਬਣਾ ਸਕਦਾ, ਤਾਂ ਕਿ ਮੇਰੀ ਗਿਣਤੀ ਵੀ ਅੱਛੇ ਇਨਸਾਨਾਂ 'ਚ ਹੋਵੇ। ਕਿਉਂਕਿ ਜੇ ਮਾਲਿਕ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਨਾ, ਤਾਂ ਬਿਹਤਰ ਬਣ ਕੇ ਹੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਇਹ ਗੱਲ ਯਾਦ ਰੱਖਣਾ ਸਾਰਿਆਂ ਨੇ। ਔਰ ਜਿੱਦਾਂ ਅਸੀਂ ਸਵਾਲ ਕਰ ਰਹੇ ਸੀ ਕਿ ਗਾਂ ਦੇ ਗਲ 'ਚ ਰੱਸੀ ਹੋਵੇ ਤਾਂ ਉਹ ਕਿੱਥੇ ਤੱਕ ਜਾਏਗੀ, ਜਿੰਨੀ ਲੰਬੀ ਉਹਦੀ ਰੱਸੀ ਹੁੰਦੀ ਹੈ। ਬਸ ਇਸੇ ਤਰ੍ਹਾਂ ਸਮਝ ਲਓ ਕਿ ਜਿੱਦਾਂ ਦੀ ਸਾਡੀ ਕਰਨੀ ਹੁੰਦੀ ਹੈ ਨਾ, ਜਿੱਦਾਂ ਦੀ ਸਾਡੀ ਸੋਚ ਦਾ ਦਾਇਰਾ ਹੁੰਦਾ ਹੈ, ਸਾਡੀ ਪਹੁੰਚ ਵੀ ਉੱਥੇ ਤੱਕ ਹੀ ਹੁੰਦੀ ਹੈ। ਜੇ ਆਪਣੀ ਸੋਚ ਦੇ ਦਾਇਰੇ ਨੂੰ ਬੜਾ ਕਰਾਂਗੇ, ਆਪਣੀ ਕਰਨੀ ਨੂੰ ਅੱਛਾ ਬਣਾਵਾਂਗੇ, ਤਾਂ ਅੱਛੇ ਬਣਦਿਆਂ ਬਣਦਿਆਂ ਸਾਡੀ ਸੋਚ ਦਾ ਦਾਇਰਾ ਇੰਨਾ ਬੜਾ ਹੋ ਜਾਏਗਾ ਕਿ ਅਸੀਂ ਆਪਣੇ ਮਾਲਿਕ ਤੱਕ ਪਹੁੰਚ ਜਾਵਾਂਗੇ। ਪਰ ਸਮਝਦੇ ਹੋ ਕਿ ਨਹੀਂ? ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ। ਇਸ ਲਈ ਇੱਥੇ ਗਾਉਂ ਦੀ ਗੱਲ ਤੋਂ ਇੱਕ ਅੰਦਰ ਸਾਡੇ ਆਇਆ ਕਿ ਸਾਨੂੰ ਗਾਉਂ ਯਾਨੀ ਗਾਈ ਸਾਨੂੰ ਕੀ ਦਿੰਦੀ ਹੈ? ਜਵਾਬ ਦਿਓ। ਅੰਮ੍ਰਿਤ ਰੂਪੀ ਕੀ ਦਿੰਦੀ ਹੈ? ਅੱਛਾ, ਗਾਉਂ ਦੁੱਧ ਦਿੰਦੀ ਹੈ? ਸੱਚੀ ਦਿੰਦੀ ਹੈ? ਸੋਚ ਲਓ, ਵਿਚਾਰ ਕਰ ਲਓ, ਵਿਚਾਰ ਕਰੋ। ਗਾਉਂ ਸਾਨੂੰ ਦੁੱਧ ਦਿੰਦੀ ਹੈ, ਮੰਨਦੇ ਹੋ ਦਿੰਦੀ ਹੈ? ਨਹੀਂ, ਗਾਉਂ ਦੁੱਧ ਦਿੰਦੀ ਨਹੀਂ ਹੈ, ਸਾਨੂੰ ਮਿਹਨਤ ਕਰਕੇ ਕੋਸ਼ਿਸ਼ ਕਰਕੇ ਦੁੱਧ ਕੱਢਣਾ ਪੈਂਦਾ ਹੈ। ਦਿੰਦੀ ਨਹੀਂ, ਆਪਣੇ ਆਪ ਨਹੀਂ ਦਿੰਦੀ ਕਿ ਅਸੀਂ ਬੈਠੇ ਆ, ਗਾਉਂ ਆਈ, ਆ ਲੈ ਭਰਤਾ ਤੇਰਾ ਗਲਾਸ ਪੀ ਲੈ, ਇਹਨੂੰ ਕਹਿੰਦੇ ਦੇਣਾ। ਗਾਉਂ ਦੁੱਧ ਦਿੰਦੀ ਨਹੀਂ ਹੈ, ਉਹ ਦੁੱਧ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਮਿਹਨਤ ਕਰਮ ਕਰਨਾ ਪੈਂਦਾ ਹੈ। ਨਹੀਂ ਤਾਂ ਗਾਉਂ ਖੜੀ ਹੈ, ਖੜੀ ਰਵੇ, ਤੁਹਾਡਾ ਗਲਾਸ ਖਾਲੀ ਹੈ, ਬਾਲਟੀ ਖਾਲੀ ਹੈ, ਖਾਲੀ। ਜਦ ਤੱਕ ਤੁਸੀਂ ਕੋਸ਼ਿਸ਼ ਨਹੀਂ ਕਰੋਗੇ, ਤੁਸੀਂ ਕਰਮ ਨਹੀਂ ਕਰੋਗੇ, ਐਕਸ਼ਨ ਨਹੀਂ ਲਓਗੇ, ਉਦੋਂ ਤੱਕ ਤੁਹਾਡੀ ਬਾਲਟੀ 'ਚ ਦੁੱਧ ਨਹੀਂ ਆਏਗਾ। ਚਾਹੇ ਉਹ ਗਾਉਂ ਦਾ ਦੁੱਧ ਜਿੰਨਾ ਮਰਜ਼ੀ ਭਰਪੂਰ ਹੋਵੇ ਉਹਦੇ ਥਣਾਂ 'ਚ, ਉਹ ਜਰੀਆ ਹੈ, ਪਰ ਕੱਢਣਾ ਸਾਨੂੰ ਪੈਂਦਾ ਹੈ। ਇਸੇ ਤਰ੍ਹਾਂ ਅੱਜ ਬੰਦਾ ਵੀ ਕੀ ਕਹਿੰਦਾ ਹੈ, ਸਮਝ ਲਓ ਮਾਲਿਕ ਦੀ ਰਹਿਮਤ ਗਾਉਂ ਦੀ ਤਰ੍ਹਾਂ ਹੈ। ਹੁਣ ਉਹ ਗਾਉਂ ਦੇ ਕੋਲੋਂ ਦੁੱਧ ਪ੍ਰਾਪਤ ਕਰਨ ਵਾਸਤੇ ਸਾਨੂੰ ਕੁਛ ਨਾ ਕੁਛ ਕਰਮ ਕਰਨਾ ਪੈਣਾ ਹੈ, ਕੋਸ਼ਿਸ਼ ਕਰਨੀ ਪੈਣੀ ਹੈ, ਮਿਹਨਤ ਕਰਨੀ ਪੈਣੀ ਹੈ। ਆ ਜੋ ਅਸੀਂ ਬਿਹਤਰ ਬਣਨ ਦੀ ਗੱਲ ਕਰਦੇ ਆ ਨਾ, ਇਹ ਬਿਹਤਰ ਬਣਨ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਬਿਹਤਰ ਆਪਣੇ ਆਪ ਨੂੰ ਬਣਾਉਂਦੇ ਆ, ਤਾਂ ਸਮਝ ਲਓ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਹੁਣ ਇਹ ਗਾਉਂ ਦਾ ਦੁੱਧ ਸਾਡੀ ਬਾਲਟੀ 'ਚ ਆ ਜਾਵੇ, ਤਾਂ ਕਿ ਅਸੀਂ ਇਹਦਾ ਸਵਾਦ, ਇਹਦਾ ਫਾਇਦਾ, ਇਹਦਾ ਲਾਭ ਲੈ ਸਕੀਏ। ਨਹੀਂ ਤਾਂ ਦਿੰਦੀ ਨਹੀਂ ਹੈ, ਸਾਨੂੰ ਲੈਣਾ ਪੈਂਦਾ ਹੈ, ਕੋਸ਼ਿਸ਼ ਕਰਕੇ, ਮਿਹਨਤ ਕਰਕੇ, ਬੂੰਦ ਬੂੰਦ ਕਰਕੇ ਚੋਣਾ ਪੈਂਦਾ ਹੈ, ਦੋਣਾ ਪੈਂਦਾ ਹੈ ਉਹਨੂੰ, ਫਿਰ ਸਾਨੂੰ ਮਿਲਦਾ ਹੈ। ਇਸੇ ਤਰ੍ਹਾਂ ਮਾਲਿਕ ਦੀ ਰਹਿਮਤ ਵੀ ਉਦਾਂ ਨਹੀਂ ਸਾਨੂੰ ਮਿਲ ਜਾਂਦੀ। ਇਹੀ ਚੀਜ਼ ਤੋਂ ਸਾਨੂੰ ਇੱਕ ਇਸ਼ਾਰਾ ਹੁੰਦਾ ਕਿ ਐ ਪਿਆਰਿਆ, ਜੇ ਤੂੰ ਮਾਲਿਕ ਦੀ ਰਹਿਮਤ ਨੂੰ ਵੀ ਪ੍ਰਾਪਤ ਕਰਨਾ, ਤਾਂ ਉਹਦੇ ਵਾਸਤੇ ਵੀ ਤੈਨੂੰ ਕਰਮ ਕਰਨਾ ਪੈਣਾ ਹੈ, ਉਹਦੇ ਵਾਸਤੇ ਵੀ ਤੈਨੂੰ ਕੋਸ਼ਿਸ਼ ਕਰਨੀ ਪੈਣੀ ਹੈ। ਹੁਣ ਚਾਹੇ ਅਸੀਂ ਮਾਲਿਕ ਦੀ ਰਹਿਮਤ ਦੀ ਗੱਲ ਕਰ ਲਈਏ, ਚਾਹੇ ਜੀਵਨ 'ਚ ਕਾਮਯਾਬੀ ਦੀ ਗੱਲ ਕਰ ਲਈਏ, ਸਫਲਤਾ ਦੀ ਗੱਲ ਕਰ ਲਈਏ, ਚਾਹੇ ਦੁਨਿਆਵੀ ਚਾਹੇ ਰੂਹਾਨੀ, ਇੱਥੇ ਦੋਨਾਂ ਪਾਸੇ ਇਸ਼ਾਰੇ ਆ ਕਿ ਅਗਰ ਸਾਨੂੰ ਕਾਮਯਾਬੀ, ਸਫਲਤਾ, ਤੰਦਰੁਸਤੀ, ਖੁਸ਼ੀਆਂ ਚਾਹੀਦੀਆਂ ਹੈ ਤਾਂ ਇਦਾਂ ਨਹੀਂ ਮਿਲਣੀਆਂ, ਉਹਦੇ ਵਾਸਤੇ ਸਾਨੂੰ ਕਰਮ, ਮਿਹਨਤ ਕਰਨੀ ਪੈਣੀ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਕਰਕੇ ਜਦੋਂ ਅਸੀਂ ਆਪਣੇ ਆਪ ਨੂੰ ਇਹ ਪੁੱਛਦੇ ਹਾਂ, ਮੈਂ ਕੀ ਬਿਹਤਰ ਕਰ ਸਕਦਾ ਹਾਂ, ਤਾਂ ਸਮਝ ਲਓ ਜਦੋਂ ਅਸੀਂ ਪੁੱਛ ਕੇ ਬਿਹਤਰ ਬਣਨ ਦੇ ਮਾਰਗ ਤੇ ਚੱਲਦੇ ਹਾਂ, ਤੇ ਅਸੀਂ ਹੁਣ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਤੱਕ ਉਹਦੀ ਰਹਿਮਤ ਪਹੁੰਚੇ, ਯਾਨੀ ਉਹਦੀ ਰਹਿਮਤ ਸਾਨੂੰ ਮਿਲੇ, ਕਾਮਯਾਬੀ ਸਾਨੂੰ ਮਿਲੇ, ਸਫਲਤਾ ਸਾਨੂੰ ਮਿਲੇ। ਬੋਲੋ, ਸਮਝਦੇ ਹੋ ਕਿ ਨਹੀਂ? ਜਰਾ ਇੱਕ ਨੋਟ ਫੜਾਇਓ, ਨੋਟ ਕੋਈ
है किसी को नोट? ਦਿਓ जरा, जल्दी करो जल्दी, समझना जरा। ਹੁਣ ਦੇਖੋ ਆ ਕਿੰਨੇ ਦਾ ਨੋਟ ਹੈ? 100 ਦਾ। ਚਾਹੀਦਾ ਕਿਸੇ ਨੂੰ? ਇਹ ਚਾਹੀਦਾ ਕਿਸੇ ਨੂੰ? ਕਿਹਨੂੰ ਚਾਹੀਦਾ ਹੈ? ਕਿਹਨੂੰ ਚਾਹੀਦਾ ਹੈ? ਹੱਥ ਖੜਾ ਕਰਕੇ ਦੱਸੋ ਕਿਹਨੂੰ ਚਾਹੀਦਾ ਹੈ? ਵਾਕਈ सोच लो, विचार लो। विचार लिया, सोच लिया, चाहिए है? सच्ची बोलता कोई नहीं, देखा ना? चाहिए किसी को? 100 का नोट सोच लिया, विचार लिया, चाहते रहो फिर, चाहना नहीं मिलना। हुण अगर एक भी उठ के आंदा और कहता मालको दे दो मैनू, फड़ना तो असीं दे देना सी, पर तुसीं की कीता? चाहते रहे, सोचते रहे, पर इत्थे तक आके लैण दी कोशिश नहीं की। पॉइंट है, सिर्फ चाहते रहे, बैठे बैठे सोचते रहे मैनू चाहिए, मैनू चाहिए, मैनू चाहिए। सोचण नाल नहीं चीज़ मिलती। मैनू चाहिए, मैनू मिल जाए, काश मैनू मिल जाए, क्योंकि हाँ मैनू चाहिए, मैनू मिल जाए, मैनू मिल जाए। वो सिर्फ सोचण नाल नहीं रहमतां मिलदियां, सोचण नाल नहीं मालिक मिलदा। जिन्होंने वाकई चाहिए हुंदा है उन्हें कहना मालिक लैके बैठे, मैं दौड़ के जावां, हत्थों ही खोला वा, मौका मिल जाए तो मालिक ने कहना रोक लाने मैनू। बैठे सी कोल भी, दूर भी, आना सी, फड़ लेना सी, माल को ले लिया। ठीक है, की है दुनिया की कहेगी वो बड़ा लालची सी, जाके खो लिया, वो बड़ा ये तो बेशर्म सी, खो लिया। वो कहते रहे दुनिया लालची, कहते रहे बेशर्म, रहमत तेन मिल गई ना। मीरा नूं लोकां ने किन्ना किया बेशर्म, मीरा नूं लोकां ने किन्ना किया ये किदां दी है, ये कुलैनी है, ये है वो है। बुल्ले शाह नूं लोकां ने किन्ना किया कंजरी है, ये है वो है, पर उन्होंने परवाह नहीं की। दुनिया जो कहती रहे, असीं तां जाके खो लेना है, बस ले लेना और रहमत नूं हासिल कर लेना अपने मुर्शद नूं, क्योंकि असीं कहण वाले जो नहीं है, करन वालियां चों है। जरा सोच के देखो। अच्छा जी कोई सचमुच आके फड़ लैंदा, यही मना करना सी, लेकिन ले जावे, तू हिम्मत की, कोशिश की, एक्शन लिया, ले जा। क्योंकि जेड़ा कोशिश करता है ना, जेड़ा आंदा है, एक हुंदा विचार करने वाला, सोचने वाला, मैनू चाहिए। हुण इत्थे बैठे रहमत किहनूं चाहिदी है? मैनू चाहिए, मैनू चाहिए। ओ मैनू चाहिए सारे की कहते, तुसीं रहमत नूं लैण वास्ते कर की रहे हो? मैनू मालिक चाहिए, मालिक नूं पाण वास्ते कर की रहे हो तुसीं? जिहनूं चाहिदा होवे ना, वो सोचदा नहीं है, वो एक्शन लैंदा है, वो कर्म करदा है, वो स्टैप उठांदा और जाके कहंदा कह रहे हैं तो इदां खो लवां, ले लवां, लुट लवां रहमत दे खजाने, मौका मिल रहा मैनूं। पर नहीं, दुनिया की कहेगी। हुण जरा सच दस्सिओ, तुहाडे मन च की आया? सोचिया तो सारिਆਂ ने, समझदे हो कि नहीं? कईयां ने हत्थ खड़े कीते, कईयां ने नहीं कीते, पर मन च तो उन्हां दे भी सी, सानू चाहिदा है, सानू मिल जावे, सानू मिल जावे। चाहते तो सारे ही है, पर एक्शन किसी ने नहीं लिया, कोशिश किसी ने नहीं की। क्योंकि बंदा सिर्फ सोचना ही मर जाता है, चाहता ही मर जाता है, कभी कोशिश करता ही नहीं है, कभी वो स्टैप उठाता ही नहीं है जिहदे नाल वाकई मैनू मेरा मालिक ओदी रहमत मिल सके। ओदी रहमत सोचण वालिਆਂ ਨੂੰ नहीं मिलती, ओदी रहमत कहण वालिਆਂ ਨੂੰ नहीं मिलती, ओदी रहमत करन वालिਆਂ ਨੂੰ मिलती है, जिहड़े करके दिखाते हैं कि मैनू चाहिए है, तो ओदी खातर जो भी मैनू करना पवे कर देना है मैं। क्योंकि फिर कहांगे गांव दुध दिंदी नहीं है, लेना पैंदा है, दोना पैंदा मेहनत नाल, कर्म नाल। हुण जे असीं किसी नूं दिंदे तां फिर मालकां ने किसी एक नूं देता, पर एक उठ के आंदा ले जांदा, ले जी खो लिया मालकां कोलों, क्योंकि खो लिया मतलब फड़ लिया, माल को दे दिओ, जां कह दिंदा माल को पा दिओ झोली च, आ गया मैं, असीं दे देना सी। पर ਇਹਦਾ ਮਤਲਬ ਇਹਨਾਂ ਸਿਰਫ ਸੋਚਿਆ ਨਹੀਂ, ਇਹਨਾਂ ਸਿਰਫ ਵਿਚਾਰ ਨਹੀਂ ਕੀਤਾ, ਬੋਲਿਆ ਨਹੀਂ, ਇਹਨਾਂ ਐਕਸ਼ਨ ਲਿਆ, ਕਰਮ ਕੀਤਾ। ਇਹ ਆ ਗਿਆ ਕਿ ਮਾਲਕ ਕਹ ਰਹੇ ਚਾਹੀਦਾ, ਹਾਂਜੀ ਆ ਗਿਆ मैं, दे दिओ। ਇਹ ਤੋਂ ਬੜਾ ਮੌਕਾ ਹੋਰ ਕੀ ਹੈ ਕਿ ਮਾਲਕ ਆਪ ਕਹਿ ਰਹੇ ਚਾਹੀਦਾ। जरा समझो सारे जी। सो ये आपां क्यों दसिया कि मालिक दियां रहमतां नूं प्राप्त करन दा एक नियम हुंदा है, वो सिर्फ विचारां नाल नहीं मिलदी। ऐसी घर बैठे सोचते रहंदे आ मालिको कदों रहमत करोगे, कदों रहमत करोगे, साडे घर च बरकत है नहीं, कदों बरकत पेगी। जरा सोचो घर च खुशियां नहीं, कदों खुशियां आणगियां। ऐसी एक्शन की लै रहे हैं? जिदा जीसस क्राइस्ट ने बड़ी प्यारी गल कही है कि अगर तुम ईश्वर के मार्ग में देते हो तो तुम्हें प्राप्त होता है। कहते जे तू ईश्वर के रास्ते च दान करता है, पुण्य करता है, कुछ भी दिंदा तो तेनों वो प्राप्त होता है। हुण असीं बरकतां चाहते हैं, पर रब दे रास्ते लांदे की हैं असीं? जिदा हजरत अली ने किया है कि राहे खुदा में जो भी तुम दोगे वो बढ़कर तुम्हें मिलेगा। कि जो भी तू रास्ते रब दे रास्ते, खुदा दे रास्ते जो भी लांदा है ना, जे अपने स्वासां नूं लांदा है, जे अपने जीवन नूं लांदा है, तो हर चीज बद के तैनूं मिलदी है, खुशियां मिलदियां है। एक रुपया भी तू रब दे रास्ते लांदा है राहे खुदा दे विच, वो एक जाएगा तो कई गुना होके वापस भी आएगा।
ਹੁਣ ਚਾਹੁੰਦੇ ਸਾਰੇ ਹੈ ਕਿ ਮੈਨੂੰ ਬਰਕਤ ਮਿਲੇ, ਖੁਸ਼ੀਆਂ ਮਿਲਣ, ਪਰ ਬੰਦਾ ਕਰਮ ਐਕਸ਼ਨ ਜਦ ਤੱਕ ਨਹੀਂ ਲਏਗਾ, ਉਹਨੂੰ ਪਾਣ ਦੀ ਖਾਤਰ ਕਰਮ ਨਹੀਂ ਕਰੇਗਾ, ਉਦੋਂ ਤੱਕ ਕੋਈ ਚੀਜ਼ ਸਾਨੂੰ ਮਿਲੇਗੀ ਨਹੀਂ। ਹੁਣ ਅਸੀਂ ਬੜੀਆਂ ਰਹਿਮਤਾਂ ਲੈ ਕੇ ਬੈਠੇ ਆ, ਮਾਲਕ ਬੜੀਆਂ ਰਹਿਮਤਾਂ ਲੈ ਕੇ ਬੈਠੇ ਆ, ਪ੍ਰਮਾਤਮਾ ਬੜੀਆਂ ਰਹਿਮਤਾਂ ਦਾ ਭੰਡਾਰ ਹੈ, ਪਰ ਲੈ ਕੇ ਤਾਂ ਬੈਠਾ ਹੈ, ਕੋਈ ਐਕਸ਼ਨ ਲੈ ਕੇ ਉੱਥੇ ਤੱਕ ਪਹੁੰਚਣ ਵਾਲਾ ਤਾਂ ਹੋਵੇ, ਕੋਈ ਕਰਨ ਵਾਲਾ ਤਾਂ ਹੋਵੇ ਕਿ ਮੈਂ ਕੁਝ ਐਸਾ ਕਰਾਂ ਕਿ ਮੈਨੂੰ ਰਹਿਮਤ ਮਿਲ ਜਾਵੇ, ਜਾਂ ਮੈਂ ਸਿਰਫ ਵਿਚਾਰ ਹੀ ਕਰਨ ਲੱਗਾ ਹਾਂ, ਦੁਨੀਆ ਦੀ ਪਰਵਾਹ ਕਰਨ ਲੱਗਾ ਹਾਂ, ਸੋਚੀ ਜਾਂਦਾ ਹਾਂ। ਮੈਂ ਸੋਚਣ ਵਾਲਿਆਂ ਨੂੰ, ਜਿੱਦਾਂ ਹੁਣ ਤੁਸੀਂ ਆ 100 ਤੱਕ ਨਹੀਂ ਪਹੁੰਚ ਪਾਏ, ਬੈਠੇ ਸੋਚਦੇ ਹੀ ਰਹਿ ਗਏ, ਇਹ ਰਹਿਮਤਾਂ ਤੱਕ ਵੀ ਬੰਦਾ ਨਹੀਂ ਪਹੁੰਚ ਪਾਉਂਦਾ, ਸੋਚਦਾ ਹੀ ਰਹਿ ਜਾਂਦਾ, ਜਿਹੜਾ ਐਕਸ਼ਨ ਨਹੀਂ ਲੈਂਦਾ, ਜਿਹੜਾ ਕਰਮ ਨਹੀਂ ਕਰਦਾ। ਇਸ ਲਈ ਅਸੀਂ ਕਹਾਂਗੇ ਕਰਮ ਕਰਨੇ ਵਾਲੇ ਬਣੀਏ, ਐਕਸ਼ਨ ਲੈਣ ਵਾਲੇ ਬਣੀਏ, ਕਿ ਸੁਣ ਲਿਆ ਨਾਲ ਹੀ ਐਕਸ਼ਨ। ਬੋਲੋ ਸਮਝਦੇ ਹੋ ਕਿ ਨਹੀਂ? ਨਾਲ ਹੀ ਐਕਸ਼ਨ, ਕਿ ਸੁਣ ਲਿਆ ਕਿ ਆਹ ਚੀਜ਼ ਮੇਰੇ ਵਾਸਤੇ ਫਾਇਦੇਮੰਦ ਆ, ਤਾਂ ਹੁਣ ਮੈਂ ਇੰਤਜ਼ਾਰ ਨਹੀਂ ਕਰਨਾ, ਸੋਚਣਾ ਨਹੀਂ ਹੈ, ਹੁਣ ਮੈਂ ਨਾਲ ਹੀ ਕਰਮ ਕਰਨਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਫਰਜ਼ ਕਰੋ ਤੁਸੀਂ ਤੁਰੇ ਜਾਂਦੇ ਹੋ, ਸਾਹਮਣੇ ਤੁਹਾਡੇ ਇੱਕ ਸੋਨੇ ਦੀ ਡਲੀ ਪਈ ਹੋਈ ਹੈ, ਚਾਹੇ ਸੋਨੇ ਦੀ ਅੰਗੂਠੀ ਪਈ ਹੋਈ ਹੈ। ਹੁਣ ਤੁਸੀਂ ਕੀ ਕਹੋਗੇ? ਪਹਿਲਾਂ ਸੋਚਾਂ, ਚੱਕਾਂ ਕਿ ਨਹੀਂ ਚੱਕਾਂ, ਘਰ ਨੂੰ ਜਾ ਕੇ ਵਿਚਾਰ ਕਰਾਂ, ਕੱਲ ਨੂੰ ਆ ਕੇ ਚੱਕੂ। ਨਹੀਂ, ਤੁਸੀਂ ਸੋਚਦੇ ਨਹੀਂ, ਉਹ ਪਤਾ ਕੀਮਤੀ ਚੀਜ਼ ਹੈ, ਕੋਈ ਦੇਖਦਾ ਤਾਂ ਨਹੀਂ, ਚੱਕ ਕੇ ਜੇਬ 'ਚ ਪਾ ਲਾਂਦੇ ਹੋ, ਆਲੇ ਦੁਆਲੇ ਦੇਖ ਕੇ, ਇੱਕ ਸੈਕਿੰਡ ਨਹੀਂ ਲਾਉਂਦੇ ਤੁਸੀਂ, ਸਭ ਤੋਂ ਪਹਿਲਾਂ ਚੱਕ ਕੇ ਜੇਬ 'ਚ ਹੀ ਪਾਉਂਦੇ ਹੋ, ਕਿਉਂਕਿ ਪਤਾ ਕੀਮਤੀ ਚੀਜ਼ ਹੈ। ਇੱਥੇ ਸੋਚਣ ਦੀ ਗੱਲ ਨਹੀਂ ਹੈ, ਜਦੋਂ ਅੱਗੇ ਕੀਮਤੀ ਚੀਜ਼ ਹੋਵੇ ਤਾਂ ਵਿਚਾਰ ਨਹੀਂ ਹੁੰਦੇ, ਸੋਚਾਂ ਨਹੀਂ ਹੁੰਦੀਆਂ, ਫਿਰ ਤਾਂ ਕਰਨਾ ਹੈ। ਅੱਜ ਇਨਸਾਨ ਮਾਲਿਕ ਦੀ ਸੇਵਾ ਨੂੰ, ਮਾਲਿਕ ਦੇ ਸਿਮਰਨ ਨੂੰ, ਸਤਸੰਗ ਨੂੰ ਜਾਂ ਆਪਣੀ ਸਿਹਤ ਨੂੰ ਤਾਂ ਸਮਝਦੇ ਕੁਛ ਨਹੀਂ। ਜਦੋਂ ਸਤਸੰਗ ਦੀ ਗੱਲ ਆਵੇ, ਭਾਈ ਕੱਲ ਨੂੰ ਸਤਸੰਗ ਤੇ ਜਾਣਾ, ਨਹੀਂ ਸੋਚਦੇ ਹਾਂ ਯਾਰ, ਸੋਚਦੇ ਹਾਂ, ਸੋਚ ਕੇ ਦੱਸੂ ਮੈਂ ਜਾਣਾ ਜਾਂ ਨਹੀਂ ਜਾਣਾ। ਬੋਲੋ ਸਮਝਦੇ ਹੋ? ਇਦਾਂ ਹੁੰਦੀ ਹੈ ਜਾਂ ਨਹੀਂ? ਵਿਚਾਰ ਕਰਕੇ ਦੇਖੋ। ਜਾਂ ਸਿਹਤ ਦੀ ਗੱਲ ਹੋਵੇ, ਸਿਹਤ ਦੀ ਗੱਲ ਕਿ ਸਵੇਰ ਨੂੰ ਐਕਸਰਸਾਈਜ਼ ਕਰਨੀ ਹੈ, ਰਨਿੰਗ ਕੋਈ ਨਹੀਂ, ਸੋਚਦੇ ਹਾਂ ਕਦੋਂ ਤੋਂ ਸ਼ੁਰੂ ਕਰਨਾ ਹੈ, ਪਹਿਲਾਂ ਸੋਚ ਲੈਣ ਦੇ ਫਿਰ ਸ਼ੁਰੂ ਕਰਾਂਗੇ। ਇਹਦਾ ਮਤਲਬ ਸਿਹਤ ਦੀ ਵੈਲਿਊ ਅਸੀਂ ਸਮਝੀ ਨਹੀਂ ਹੈ, ਉਹ ਸਤਸੰਗ ਦੀ ਵੈਲਿਊ ਸਮਝੀ ਨਹੀਂ ਹੈ। ਜੇ ਕੋਈ ਕਹੇ ਨਾ ਉਹ ਨਾਮਦਾਨ ਲੈਣਾ, ਯਾਰ ਸੋਚ ਲੈਣ ਦੇ, ਹੁਣ ਲਵਾਂਗੇ ਵਿਆਹ ਤੋਂ ਬਾਅਦ ਲਵਾਂ, ਜਾਂ ਬੱਚੇ ਹੋ ਜਾਣ, ਬੱਚੇ ਵਿਆਹ ਨੂੰ ਫੇਰ ਲਵਾਂ। ਇਦਾਂ ਨਾ ਇਹਨਾਂ ਮੋਹਰ ਲਵਾ ਕੇ ਉੱਥੋਂ ਲਿਖ ਕੇ ਲਿਆਂਦਾ ਹੁੰਦਾ ਸਰਟੀਫਿਕੇਟ ਤੇ ਕਿ ਇੰਨੀ ਉਮਰ ਹੈ ਇਹਦੇ ਕੋਲ, ਤੇ ਇਹਨਾਂ ਇੰਨੀ ਉਮਰ ਜੀਣਾ ਹੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਿਹਨੂੰ ਪਤਾ ਹੈ ਕਿ ਜਿੱਦਾਂ ਸੋਨਾ ਚੱਕਣ ਵਾਸਤੇ, ਹੀਰਾ ਚੱਕਣ ਵਾਸਤੇ ਅਸੀਂ ਸੋਚ ਵਿਚਾਰ ਨਹੀਂ ਕਰਦੇ, ਚੱਕ ਕੇ ਜੇਬ 'ਚ ਪਾ ਲੈਂਦੇ ਆ, ਕਿ ਪਤਾ ਕੀਮਤੀ ਹੈ। ਉਹ ਸਤਸੰਗ ਨੂੰ, ਗੁਰੂ ਸੇਵਾ ਨੂੰ, ਉਹ ਮਾਲਕ ਦੀਆਂ ਰਹਿਮਤਾਂ ਨੂੰ, ਸ਼ਬਦ ਨੂੰ ਵੀ ਇੱਦਾਂ ਹੀ ਕੀਮਤੀ ਸਮਝੋ ਕਿ ਵਿਚਾਰ ਕੀ ਕਰਨੇ ਹੈ, ਇਹ ਚੀਜ਼ ਮੇਰੇ ਜੀਵਨ ਵਾਸਤੇ ਫਾਇਦੇਮੰਦ ਹੈ, ਤਾਂ ਇਹਨੂੰ ਸੋਚਣ ਵਿਚਾਰਨ 'ਚ ਹੀ ਸਮਾਂ ਨਹੀਂ ਮੈਂ ਗਵਾਉਣਾ, ਬਲਕਿ ਇਹਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ। ਸੋਚਣ ਵਾਲਾ ਸੋਚਦਾ ਹੀ ਰਹਿ ਜਾਂਦਾ ਹੈ। ਜਿੱਦਾਂ ਹੀ ਇੱਕ ਚੁਟਕਲਾ ਸੁਣਾਈ ਦਾ ਨੱਥੂ ਲਾਲ ਦਾ, ਇੱਥੇ ਦੱਸਾਂਗੇ ਕਿ ਨੱਥੂ ਲਾਲ ਨਾ ਬਹੁਤ ਕੰਮ ਸੋਚ ਵਿਚਾਰ ਕੇ ਕਰਦਾ ਹੁੰਦਾ ਸੀ, ਕੋਈ ਵੀ ਕੰਮ ਕਰਨਾ ਸੋਚ ਕੇ ਕਰਨਾ। ਹੁਣ ਜਦੋਂ ਕਾਲਜ ਪੜ੍ਹਦਾ ਸੀ ਤਾਂ ਆਪ ਤਾਂ ਉਹ ਥੋੜਾ ਕਦੀ ਫੇਲ ਹੋ ਗਿਆ, ਕਦੀ ਪਾਸ ਹੋ ਗਿਆ, ਪਰ ਇੱਕ ਲੜਕੀ ਸੀ ਜਿਹੜੀ ਹਮੇਸ਼ਾ ਫਸਟ ਨੰਬਰ ਲੈ ਕੇ ਪਾਸ ਹੁੰਦੀ ਸੀ, ਫਸਟ ਪੋਜੀਸ਼ਨ 'ਚ ਆਉਂਦੀ ਹੁੰਦੀ ਸੀ। ਉਹ ਨੱਥੂ ਲਾਲ ਨੂੰ ਬੜਾ ਪਿਆਰ ਕਰਦੀ ਸੀ। ਉਹਨਾਂ ਕਾਲਜ ਗਿਆ, ਨੱਥੂ ਲਾਲ ਮੈਂ ਤੇਰੇ ਨਾਲ ਸ਼ਾਦੀ ਕਰਨੀ ਚਾਹੀਦੀ। ਅੱਛਾ, ਮੈਨੂੰ ਸੋਚ ਲੈਣ ਦੇ, ਸੋਚ ਕੇ ਦੱਸੋ। ਕਾਲਜ ਤੋਂ ਬਾਅਦ 4-5 ਸਾਲ ਗੁਜ਼ਰ ਗਏ, ਉਹਨੇ ਫਿਰ ਕਿਹਾ ਨੱਥੂ ਲਾਲ ਸੋਚਿਆ ਨਹੀਂ, ਉਹ ਮੈਂ ਹੁਣ ਡਾਕਟਰ ਬਣ ਗਈ ਹਾਂ, MBBS ਦੀ ਡਿਗਰੀ ਕਰ ਲਈ ਹੈ, ਹੁਣ ਮੈਂ ਹਸਪੀਟਲ ਵੀ ਲੱਗ ਗਈ, ਹੁਣ ਤਾਂ ਸ਼ਾਦੀ ਕਰ ਲੈ। ਸੋਚ ਤਾਂ ਲੈਣ ਦੇ, ਸੋਚ ਕੇ ਦੱਸੂ। ਆਪ ਨਲਾਇਕ ਵਿਹਲਾ ਬੈਠਾ ਹੈ ਪਰ ਸੋਚ ਰਿਹਾ ਹੈ। 4 ਸਾਲ ਹੋਰ ਲਾਤੇ ਸੋਚਣ ਨੂੰ। ਫਿਰ ਜਾ ਕੇ ਨਾ ਕੁੜੀ ਦੇ ਘਰ ਦਾ ਦਰਵਾਜ਼ਾ ਖੜਕਾਇਆ। ਜਦੋਂ ਘਰ ਦਾ ਦਰਵਾਜ਼ਾ ਖੜਕਾਇਆ, ਨੱਥੂ ਲਾਲ ਕਹਿੰਦਾ ਹਾਂ ਮੈਂ ਸੋਚ ਲਿਆ, ਮੈਂ ਤੇਰੇ ਨਾਲ ਵਿਆਹ ਕਰਨ ਨੂੰ ਤਿਆਰ। ਉਹ ਕਹਿੰਦੀ ਹੁਣ ਮੇਰਾ ਇੱਕ ਨਿਆਣਾ ਵੀ ਹੈ, ਆਪਣੇ ਮਾਪਿਆਂ ਨੂੰ ਮਿਲਣ ਆਈ ਸੀ, ਕਿਉਂਕਿ 2 ਸਾਲ ਪਹਿਲੇ ਮੇਰੀ ਸ਼ਾਦੀ ਹੋ ਗਈ, 8 ਸਾਲ ਹੋ ਗਏ ਤੈਨੂੰ ਸੋਚਦੇ ਨੂੰ, ਹੁਣ ਹੋਰ ਸੋਚ ਲੈਂਦਾ ਤਾਂ ਫਿਰ ਸ਼ਾਇਦ ਮੈਂ ਹੀ ਤੇਰੀ ਅਰਥੀ ਤੇ ਆਂਦੀ। ਉਹ ਪੁੱਛਦੀ ਸੋਚਿਆ ਕਿ ਨਹੀਂ ਸੋਚਿਆ। ਸੋ ਕਹਿਣ ਦਾ ਮਤਲਬ ਕਿ ਹੈ ਤਾਂ ਇੱਕ ਇਹ ਚੁਟਕਲਾ, ਪਰ ਇਹ 'ਚੋਂ ਗਿਆਨ ਬਹੁਤ ਮਿਲਦਾ ਹੈ। ਕਈ ਵਾਰ ਜੀਵਨ 'ਚ ਬੜੀਆਂ ਰਹਿਮਤਾਂ ਨੂੰ, ਖੁਸ਼ੀਆਂ ਨੂੰ, ਕਾਮਯਾਬੀ, ਸਫਲਤਾ ਨੂੰ ਹਾਸਲ ਕਰਨ ਦੇ ਅਵਸਰ ਆਉਂਦੇ, ਪਰ ਬੰਦਾ ਕਹਿੰਦਾ ਸੋਚ ਲੈਣ ਦੇ, ਔਰ ਸੋਚ ਵਿੱਚ ਹੀ ਟਾਈਮ ਨਿਕਲ ਜਾਂਦਾ ਹੈ। ਤਾਂ ਹੀ ਤਾਂ ਕਹਿੰਦੇ ਫਿਰ ਬਾਅਦ 'ਚੋਂ ਪਛਤਾਉਣ ਦਾ ਕੀ ਫਾਇਦਾ ਜਦ ਚਿੜੀਆ। ਇਸ ਲਈ ਕਹਿੰਦੇ ਆ ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। ਅੱਛੀ ਚੀਜ਼ ਨੂੰ ਕਦੀ ਕੱਲ ਤੇ ਨਾ ਟਾਲੋ। ਔਰ ਇਹ ਕਈ ਵਾਰ ਦੱਸਿਆ ਕਿ ਬੁਰੀਆਂ ਚੀਜ਼ਾਂ ਹਮੇਸ਼ਾ ਬੰਦਾ, ਜਰਾ ਗੌਰ ਕਰਨਾ, ਅੱਜ ਕਰਦਾ ਹੈ, ਔਰ ਚੰਗੀਆਂ ਚੀਜ਼ਾਂ ਹਮੇਸ਼ਾ ਕੱਲ ਕਰਨ ਦਾ ਵਾਅਦਾ ਕਰਦਾ, ਕੱਲ ਤੋਂ ਕਰਾਂਗੇ। ਜਿੱਦਾਂ ਇਹ ਕਈ ਵਾਰ ਦੱਸਦੇ ਨਾ, ਕੋਈ ਸ਼ਰਾਬ ਪੀਂਦਾ ਹੈ, ਉਹਨੂੰ ਕੋਈ ਛੱਡ ਦੇ, ਕੋਈ ਨਹੀਂ ਕੱਲ ਤੋਂ ਛੱਡ ਦੋ, ਨਾਮ ਲੈ ਲਾ, ਕੋਈ ਨਹੀਂ ਅਗਲੀ 11ਵੀਂ ਤੇ ਲੈ ਲਓ। ਸਮਝਦੇ ਹੋ ਕਿ ਨਹੀਂ? ਯਾਨੀ ਬੁਰਾ ਮੈਂ ਕੱਲ ਛੱਡਣਾ ਹੈ, ਉਹ ਕੱਲ ਕਦੀ ਆਂਦਾ ਨਹੀਂ ਹੈ, ਬੁਰਾ ਛੁੱਟਦਾ ਨਹੀਂ, ਔਰ ਅੱਛਾ ਕਦੀ ਜੀਵਨ 'ਚ ਆਂਦਾ ਨਹੀਂ ਹੈ। ਇਹਦਾ ਮਤਲਬ ਕੀ ਹੈ ਕਿ ਅੱਜ ਇਨਸਾਨ ਸਮਝਦਾਰ ਹੁੰਦਿਆਂ ਹੋਇਆਂ ਵੀ
ਨਾ ਸਮਝੀ ਕਰ ਰਿਹਾ, ਬੇਵਕੂਫੀਆਂ ਕਰ ਰਿਹਾ ਹੈ। ਇਸ ਲਈ ਸਮਝੋ ਇਸ ਚੀਜ਼ ਨੂੰ ਕਿ ਸਿਰਫ ਸੋਚਣ ਨਾਲ ਸਾਨੂੰ ਮਾਲਕ ਦੀਆਂ ਰਹਿਮਤਾਂ ਨਹੀਂ ਮਿਲਦੀਆਂ, ਸੋਚਣ ਨਾਲ ਸਾਨੂੰ ਜੀਵਨ 'ਚ ਕਾਮਯਾਬੀ ਸਫਲਤਾ ਨਹੀਂ ਮਿਲਦੀ। ਉਹਦੇ ਵਾਸਤੇ ਸਾਨੂੰ ਐਕਸ਼ਨ ਕਰਮ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਉਹਦੀ ਰਹਿਮਤ ਹਰ ਜਗ੍ਹਾ ਮੌਜੂਦ ਹੈ, ਉਹ ਰਹਿਮਤਾਂ ਦਾ ਭੰਡਾਰ ਹੈ। ਪਰ ਅਸੀਂ ਸੋਚਦੇ ਰਹੀਏ ਮਾਲਕੋ ਰਹਿਮਤ ਕਰੋ, ਮਾਲਕੋ ਕਿਰਪਾ ਕਰੋ। ਅਸੀਂ ਕਹਿੰਦੇ ਮੰਗੋ ਨਾ, ਕਰਮ ਕਰੋ। ਸਮਝਦੇ ਹੋ ਕਿ ਨਹੀਂ? ਕਰਕੇ ਦਿਖਾਓ ਕਿ ਮੈਂ ਕੁਝ ਅੱਛਾ ਕਰਾਂ, ਮੈਂ ਕੁਝ ਨੇਕ ਕਰਾਂ, ਅੱਛਾਈ ਕਰਾਂ, ਤਾਂ ਕਿ ਮੇਰਾ ਕਰਮ ਹੀ ਮੈਨੂੰ ਉਹਦੀਆਂ ਰਹਿਮਤਾਂ ਨਾਲ ਭਰਪੂਰ ਕਰ ਦੇਵੇ। ਸਮਝਦੇ ਹੋ? ਸਿਰਫ ਸੋਚਣ ਵਾਲੇ ਨਾ ਬਣੋ, ਬੋਲਣ ਵਾਲੇ ਨਾ ਬਣੋ, ਕਰਕੇ ਦਿਖਾਉਣ ਵਾਲੇ ਬਣੋ। ਕਿਉਂਕਿ ਜੋ ਕਰਕੇ ਦਿਖਾਉਂਦੇ ਆ ਉਹੀ ਉਹ ਰਹਿਮਤਾਂ ਤੱਕ ਪਹੁੰਚ ਜਾਂਦੇ ਹੈ। ਬੋਲੋ, ਸਮਝਦੇ ਹੋ? ਇਸ ਲਈ ਯਾਦ ਰੱਖਿਆ ਕਰੋ ਹਮੇਸ਼ਾ ਕਿ ਜਿੱਦਾਂ ਫਿਰ ਕਵਾਂਗੇ ਕੀਮਤੀ ਚੀਜ਼ ਹੀਰੇ ਮੋਤੀ ਨੂੰ ਦੇਖ ਕੇ ਚੱਕ ਕੇ ਜੇਬ 'ਚ ਪਾ ਲੈਂਦੇ ਹੋ ਨਾ, ਇਸੇ ਤਰ੍ਹਾਂ ਸਤਸੰਗ ਦੀ ਕੀਮਤ ਵੀ ਸਮਝੋ ਕਿ ਜਿੱਥੇ ਮੈਨੂੰ ਮੌਕਾ ਮਿਲੇ ਸਤਸੰਗ 'ਚ ਮੈਂ ਜਾਣਾ ਜ਼ਰੂਰ ਹੈ। ਸੋਚਣਾ ਵਿਚਾਰਨਾ ਕੀ ਹੈ ਭਾਈ? ਜੇ ਵਿਹਲਾ ਆ, ਫ੍ਰੀ ਹੈ, ਕੋਈ ਕੰਮ ਨਹੀਂ ਹੈ, ਤਾਂ ਫਿਰ ਮੈਂ ਸਤਸੰਗ 'ਚ ਜਾਵਾਂ। ਹਾਂ, ਕੋਈ ਡਿਊਟੀ ਹੈ, ਫਿਰ ਤਾਂ ਠੀਕ ਹੈ। ਪਰ ਸੋਚਣਾ ਕੀ? ਜਿੱਥੇ ਮੈਨੂੰ ਮੌਕਾ ਮਿਲਦਾ ਹੈ ਨਾਮ ਨਾਲ ਜੁੜਨ ਦਾ, ਸਿਮਰਨ ਕਰਨ ਦਾ, ਧਿਆਨ ਕਰਨ ਦਾ, ਆਪਣੀ ਹੈਲਥ ਨੂੰ ਲੈ ਕੇ ਅੱਛਾ ਭੋਜਨ ਕਰਨ ਦਾ, ਕੋਈ ਐਕਸਰਸਾਈਜ਼ ਕਰਨ ਦਾ, ਫਿਰ ਸੋਚਣਾ ਕੀ ਹੈ? ਇਹ ਚੀਜ਼ਾਂ ਦਾ ਮੇਰੇ ਜੀਵਨ 'ਚ ਫਾਇਦਾ ਹੈ, ਇਹਨਾਂ ਚੀਜ਼ਾਂ ਦਾ ਮੇਰੇ ਜੀਵਨ 'ਚ ਲਾਭ ਹੈ। ਇਹਨੂੰ ਸੋਚਣਾ ਨਹੀਂ, ਇਹਨੂੰ ਤਾਂ ਕਰਨਾ ਆ, ਐਕਸ਼ਨ ਲੈਣਾ ਹੈ ਉਸੇ ਵੇਲੇ। ਸਮਝਦੇ ਹੋ ਕਿ ਨਹੀਂ? ਫਿਰ ਜੀਵਨ ਦੇ ਵਿੱਚ ਜਿਹੜੀ ਫਿਲਮ ਹੈ ਨਾ ਸੁਪਰ ਹਿੱਟ ਹੁੰਦੀ ਹੈ। ਜਿਹੜਾ ਡਾਇਰੈਕਟਰ ਕਹਿੰਦਾ ਨਾ, ਪ੍ਰੋਡਿਊਸਰ ਕਹਿੰਦਾ ਐਕਸ਼ਨ, ਨਾਲ ਹੀ ਕਲਾਕਾਰ ਸ਼ੁਰੂ ਕਰ ਦਿੰਦੇ ਡਾਇਲੋਗ ਬੋਲਣਾ, ਆਪਣਾ ਕਰਮ ਕਰਨਾ। ਤਾਂ ਜਿਲੇ ਉਹ ਕਹਿੰਦਾ ਕੱਟ, ਉਸ ਵੇਲੇ ਸਭ ਕੁਝ ਸਟਾਪ। ਤਾਂ ਜੇ ਹੁਣ ਫਰਜ਼ ਕਰੋ ਹੀਰੋ ਖੜਾ ਹੈ ਜਾਂ ਵਿਲਨ ਵੀ ਅੱਗੇ ਖੜਾ ਹੈ, ਉਹ ਕਹੇ ਐਕਸ਼ਨ, ਉਹ ਭਾਈ ਐਕਸ਼ਨ ਐਕਸ਼ਨ। ਸੋਚ ਰਹੇ ਹਾਂ, ਪਹਿਲਾਂ ਸੋਚ ਤਾਂ ਲੈਣ ਦਿਓ, ਫਿਰ ਐਕਸ਼ਨ ਲਵਾਂਗੇ। ਤਾਂ ਫਿਲਮ ਕਦੀ ਹਿੱਟ ਹੋਣੀ ਆ ਉਹ, ਕਿਉਂਕਿ ਖੜਾ ਸੋਚੀ ਜਾਂਦਾ, ਐਕਸ਼ਨ ਲੈਂਦਾ ਹੀ ਨਹੀਂ ਇਹ। ਸਮਝਦੇ ਹੋ? ਹੁਣ ਇਸੇ ਤਰ੍ਹਾਂ ਐਕਸ਼ਨ ਦਾ ਮਤਲਬ ਹੁੰਦਾ ਉਹ ਬੋਲਣਾ, ਉਹ ਕਰਮ ਕਰਨਾ। ਜੋ ਅਸੀਂ ਕੰਮ ਕਰਦੇ ਨੇ ਇਹਨੂੰ ਕਹਿੰਦੇ ਐਕਸ਼ਨ ਲੈਣਾ, ਕਿ ਸਿਰਫ ਸੋਚਦੇ ਨਾ ਰਹੀਏ। ਜਿੱਦਾਂ ਹੁਣ ਅਸੀਂ ਕਹੀਏ ਪਾਣੀ ਦਾ ਗਲਾਸ, ਤਾਂ ਹੁਣ ਅੱਛਾ ਪਾਣੀ ਦਾ ਗਲਾਸ ਹੁਣ ਲੈ ਕੇ ਨਾ ਆਈ, ਇਹ ਸਿਰਫ ਕਿਹਾ ਹੈ। ਐਕਸ਼ਨ ਦਾ ਮਤਲਬ ਕੀ ਹੁੰਦਾ ਹੈ? ਕਿ ਜਿੱਦਾਂ ਹੀ ਕੋਈ ਐਕਸ਼ਨ ਹੋਇਆ, ਕੁਝ ਚੀਜ਼ ਕਹੀ ਗਈ, ਉਹ ਕਰਨਾ ਸ਼ੁਰੂ। ਜਿੱਦਾਂ ਅੱਜ ਤੋਂ ਅਸੀਂ ਕਿਹਾ ਅੱਛਾਈ ਕਰੋ, ਆਪਣੇ ਜੀਵਨ ਨੂੰ ਬਿਹਤਰ ਬਣਾਓ, ਤਾਂ ਤੁਸੀਂ ਐਕਸ਼ਨ ਲਓ ਕਿ ਮੈਂ ਹੁਣ ਬਿਹਤਰ ਕਿੱਦਾਂ ਆਪਣੇ ਜੀਵਨ ਨੂੰ ਬਣਾ ਸਕਦਾ ਹਾਂ, ਇਹ ਸੰਸਾਰ ਨੂੰ ਬਿਹਤਰ ਬਣਾਉਣ ਵਾਸਤੇ ਮੈਂ ਕੀ ਕਰ ਸਕਦਾ ਹਾਂ। ਸਮਝਦੇ ਹੋ? ਫਿਰ ਇਹ ਸੰਸਾਰ ਬਿਹਤਰ ਬਣੇਗਾ, ਫਿਰ ਇਹ ਜ਼ਿੰਦਗੀ, ਇਹ ਜੀਵਨ ਬਿਹਤਰ ਬਣੇਗਾ। ਔਰ ਹੁਣ ਸਮਾਂ ਕਾਫੀ ਹੋ ਗਿਆ, ਇਸ ਲਈ ਆਖਰਲੇ ਪੁਆਇੰਟਾਂ ਵੱਲ ਚਲੀਏ ਕਿ ਅਸੀਂ ਇਹ ਵੀ ਸਮਝਣਾ ਹੈ, ਜ਼ਰਾ ਧਿਆਨ ਦੇਣਾ। ਕਈ ਵਾਰ ਬੰਦਾ ਕਹਿੰਦਾ ਹੈ ਕਿ ਮਾਲਕੋ ਤੁਸੀਂ ਕਹਿੰਦੇ ਹੋ ਕਿ ਜੀਵਨ ਨੂੰ ਬਿਹਤਰ ਬਣਾਉਣ ਵਾਸਤੇ, ਇਹ ਸੰਸਾਰ ਨੂੰ ਬਿਹਤਰ ਬਣਾਉਣ ਵਾਸਤੇ ਮੈਂ ਕੀ ਕਰ ਸਕਦਾ? ਸੋਚੋ, ਪਰ ਮੈਂ ਕੀ ਕਰ ਸਕਦਾ? ਮੇਰੇ ਕੋਲ ਤਾਂ ਚੀਜ਼ ਹੀ ਬੜੀ ਥੋੜੀ ਹੈ, ਮੇਰੇ ਕੋਲ ਤਾਂ ਸਹੂਲਤਾਂ ਹੀ ਬੜੀਆਂ ਥੋੜੀਆਂ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਮੇਰੇ ਕੋਲ ਆਹ ਚੀਜ਼ ਦੀ ਕਮੀ ਹੈ। ਹੁਣ ਅਸੀਂ ਇੱਕ ਗੱਲ ਤੁਹਾਨੂੰ ਕਵਾਂਗੇ ਕਿ ਇਹਦੇ ਬਾਰੇ ਨਾ ਸੋਚੋ ਕਿ ਮੇਰੇ ਕੋਲ ਆਹ ਚੀਜ਼ ਘੱਟ ਹੈ ਜਾਂ ਆਹ ਚੀਜ਼ ਦੀ ਕਮੀ ਹੈ, ਬਲਕਿ ਇਹ ਸੋਚੋ ਕਿ ਜਿੰਨਾ ਮੇਰੇ ਕੋਲ ਹੈ, ਚਾਹੇ ਕਮੀ ਵੀ ਹੈ, ਘੱਟ ਵੀ ਹੈ, ਜਿੰਨਾ ਮੇਰੇ ਕੋਲ ਹੈ, ਮੈਂ ਉਹਦੇ ਨਾਲ ਅੱਛਾ ਕੀ ਕਰ ਸਕਦਾ, ਮੈਂ ਉਹਦੇ ਨਾਲ ਬਿਹਤਰ ਕੀ ਕਰ ਸਕਦਾ। ਕਿਉਂਕਿ ਕਦੀ ਹੋ ਹੀ ਨਹੀਂ ਸਕਦਾ ਕਿ ਤੁਹਾਡੇ ਕੋਲ ਥੋੜਾ ਵੀ ਹੋਵੇ ਤਾਂ ਤੁਸੀਂ ਉਹਦੇ ਨਾਲ ਚੰਗਾ ਨਾ ਕਰ ਸਕੋ। ਜੇ ਬੰਦਾ ਕਹੇ ਨਾ, ਉਦਾਹਰਨ ਲੈ ਲਓ, ਇੱਕ ਮਿਸਾਲ ਦੇ ਰਹੇ ਹਾਂ ਕਿ ਬੰਦਾ ਕਹੇ ਮੇਰੇ ਕੋਲ 100 ਰੁਪਏ ਨਾਲ ਮੈਂ ਕੀ ਕਰ ਸਕਦਾ, ਤਾਂ 100 ਰੁਪਏ ਨਾਲ ਭਾਈ ਤੂੰ ਇੱਕ ਫਰੂਟ ਵੀ ਖਰੀਦ ਕੇ ਖਾ ਸਕਦਾ, ਕੋਈ ਚੰਗੀ ਰੋਟੀ ਵੀ ਖਾ ਸਕਦਾ, ਤਾਂ 100 ਰੁਪਏ ਦੀ ਸਿਗਰਟ ਡੱਬੀ ਲੈ ਕੇ ਜਾਂ ਕੋਈ ਨਸ਼ੇ ਵਾਲੀ ਤਮਾਕੂ ਦੀ ਪੂੜੀ ਲੈ ਕੇ ਉਹ ਵੀ ਖਾ ਸਕਦਾ ਹੈ। ਹੁਣ ਇਹ ਤੂੰ ਦੇਖਣਾ ਜੇ ਘੱਟ ਵੀ ਹੈ ਤਾਂ ਬਿਹਤਰ ਕੀ ਮੈਂ ਕਰ ਸਕਦਾ। ਉਦਾਹਰਨ ਦੇ ਰਹੇ ਹਾਂ ਅਸੀਂ। ਜੇ ਬੰਦਾ ਕਹਿੰਦਾ ਮੇਰੇ ਕੋਲ ਥੋੜਾ ਹੈ, ਤਾਂ ਥੋੜੇ 'ਚ ਵੀ ਮੈਂ ਕਿੱਦਾਂ ਸੇਵਾ ਕਰ ਸਕਦਾ, ਕਿੱਦਾਂ ਦਾਨ ਪੁੰਨ ਕਰ ਸਕਦਾ, ਕਿੱਦਾਂ ਅੱਛਾਈ ਕਰ ਸਕਦਾ ਆ, ਤਾਂ ਕਿ ਥੋੜੇ ਨੂੰ ਮੈਂ ਬਿਹਤਰ 'ਚ ਲਾ ਸਕਾਂ। ਕਿਉਂਕਿ ਜਦੋਂ ਸੋਚਾਂਗੇ ਤਾਂ ਥੋੜੇ ਨੂੰ ਵੀ ਉਹਦੇ ਨਾਲ ਵੀ ਬਿਹਤਰ ਕਰਨਾ ਸ਼ੁਰੂ ਕਰ ਸਕਦੇ ਹਾਂ ਅਸੀਂ। ਔਰ ਇਹ ਗੱਲ ਯਾਦ ਰੱਖੋ, ਜਦੋਂ ਅਸੀਂ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ, ਜੇ ਥੋੜਾ ਵੀ ਹੈ ਨਾ, ਉਹਨੂੰ ਲੈ ਕੇ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਬਿਹਤਰ ਕਰਦਿਆਂ ਕਰਦਿਆਂ ਅਸੀਂ ਆਪ ਹੀ ਬਿਹਤਰ ਹੁੰਦੇ ਚਲੇ ਜਾਵਾਂਗੇ। ਕਿਉਂਕਿ ਜੋ ਅੱਛਾ ਕਰਦਾ ਵੀ ਆਪ ਹੀ ਹੌਲੀ ਹੌਲੀ ਅੱਛਾ ਹੁੰਦਾ ਚਲਾ ਜਾਂਦਾ ਹੈ। ਇਹ ਗੱਲ ਯਾਦ ਰੱਖੋ ਹਮੇਸ਼ਾ। ਕਦੀ ਵੀ ਇਹ ਨਾ ਕੋ ਥੋੜਾ, ਬਲਕਿ ਅਸੀਂ ਕਵਾਂਗੇ ਜੇ ਥੋੜਾ ਵੀ ਹੈ ਨਾ, ਤਾਂ ਵੀ ਕੋਈ ਸ਼ੁਕਰ ਹੈ ਮੇਰੇ ਮਾਲਿਕ, ਜਿੰਨਾ ਵੀ ਹੈ ਇਹ ਥੋੜਾ ਨਹੀਂ ਹੈ, ਇਹ ਤੇਰਾ ਦਿੱਤਾ ਬਹੁਤ ਹੈ, ਸ਼ੁਕਰ ਹੈ। ਹੁਣ ਮੈਂ ਇਹ ਸੋਚਣਾ ਹੈ ਕਿ ਇਹ ਥੋੜੇ ਨਾਲ ਮੈਂ ਕੀ ਅੱਛਾ ਕਰ ਸਕਦਾ। ਜਿੱਦਾਂ ਇੱਥੇ ਸਾਨੂੰ ਇੱਕ ਮਿਸਾਲ ਯਾਦ ਆ ਗਈ, ਇੱਕ ਬਹੁਤ ਪਿਆਰੀ ਘਟਨਾ ਯਾਦ ਆ ਗਈ ਸਾਨੂੰ। ਇੱਕ ਨਾ ਬਹੁਤ ਬੜੇ ਵਾਇਲਨ ਵਾਦਕ ਸੀ, ਨਿਕੋਲੋ ਪਗਨਨੀ,
ਜਿਹੜੇ ਇਟਲੀ ਦੇ ਬਹੁਤ ਮਸ਼ਹੂਰ ਸੰਗੀਤਕਾਰ ਸੀ, ਯਾਨੀ ਉਹ ਵਾਇਲਨ ਵਜਾਉਂਦੇ ਸੀ, ਗਿਟਾਰ, ਇਦਾਂ ਦੇ ਕਈ ਸਾਜ਼ ਸੀ ਜਿਹੜੇ ਉਹ ਬੜੇ ਵਧੀਆ ਵਜਾਉਂਦੇ ਸੀ। ਹੁਣ ਨਿਕੋਲੋ ਪਗਨਨੀ, ਉਹਨਾਂ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਹੈ ਜਿਹਦੇ ਨਾਲ ਉਹਨਾਂ ਨੂੰ ਰਾਤੋਂ ਰਾਤ ਮਸ਼ਹੂਰੀ ਮਿਲ ਗਈ, ਉਹ ਮਸ਼ਹੂਰ ਹੋ ਗਏ। ਹੁਣ ਕਿਹੜੀ ਇਦਾਂ ਦੀ ਘਟਨਾ ਸੀ, ਇਹ ਉਹਨਾਂ ਵਾਸਤੇ ਸਮਝਣੀ ਜ਼ਰੂਰੀ ਹੈ ਜਿਹੜੇ ਕਹਿੰਦੇ ਨਾ ਮੇਰੇ ਕੋ ਕਮੀ ਹੈ, ਮੇਰੇ ਕੋ ਥੋੜਾ ਹੈ, ਮੈਂ ਬਿਹਤਰ ਕੀ ਕਰ ਸਕਦਾ, ਮੈਂ ਚੰਗਾ ਕੀ ਕਰ ਸਕਦਾ ਹੈ। ਤਾਂ ਯਾਦ ਰੱਖੋ, ਜਿਨ੍ਹਾਂ ਨੇ ਚੰਗਾ ਕਰਨਾ ਹੋਵੇ ਨਾ, ਅੱਛਾ ਕਰਨਾ ਹੋਵੇ, ਉਹ ਇਹ ਬਹਾਨੇ ਨਹੀਂ ਬਣਾਉਂਦੇ ਮੇਰੇ ਕੋਲ ਥੋੜਾ, ਉਹ ਕਹਿੰਦੇ ਜਿੰਨਾ ਮੇਰੇ ਕੋਲ ਹੈ ਨਾ ਮੈਂ ਇੰਨੇ ਨਾਲ ਹੀ ਅੱਛਾ ਕਰਨ ਦੀ ਕੋਸ਼ਿਸ਼ ਕਰੂੰ। ਬੋਲੋ ਸਮਝਦੇ ਹੋ ਕਿ ਨਹੀਂ? ਬੰਦਾ ਕਹੇ ਪਹਿਲਾਂ ਮੇਰੇ ਕੋਲ ਕਰੋੜ ਆਵੇ ਫਿਰ ਅੱਛਾ ਕਰੂੰ। ਭਾਈ ਜੇ ਤੇਰੇ ਕੋਲ 100 ਵੀ ਹੈ, 10 ਵੀ ਹੈ, 50 ਵੀ ਹੈ, ਤਾਂ ਉਹਦੇ ਨਾਲ ਅੱਛਾ ਕਰਨ ਦੀ ਕੋਸ਼ਿਸ਼ ਕਰ। ਉਹਦੇ ਨਾਲ ਅੱਛਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹੀ ਵੱਧ ਕੇ ਲੱਖਾਂ 'ਚ ਪਹੁੰਚ ਜਾਏਗਾ, ਕਰੋੜਾਂ 'ਚ ਪਹੁੰਚ ਜਾਏਗਾ। ਕਿਉਂਕਿ ਜਿੱਦਾਂ ਦੱਸਿਆ, ਜਦੋਂ ਅੱਛਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅੱਛਿਆਂ ਨੂੰ ਪ੍ਰਮਾਤਮਾ ਵਧਾਉਂਦਾ ਵੀ ਹੈ। ਹੁਣ ਨਿਕੋਲੋ ਪਗਨਨੀ, ਉਹਨਾਂ ਦਾ ਸ਼ੋਅ ਸੀ ਇਟਲੀ ਦੇ ਅੰਦਰ, ਔਰ ਜਿਹੜਾ ਸ਼ੋਅ ਸੀ ਉਹ 1 ਘੰਟੇ ਦਾ ਸ਼ੋਅ ਸੀ। ਕਿਉਂਕਿ ਜਿੱਦਾਂ ਕਈ ਸੰਗੀਤਕਾਰ ਕਈ ਵੇਲੇ ਨਾ ਆਪਣੇ ਹਰੀ ਪ੍ਰਸਾਦ ਚੌਰਸੀਆ ਜੀ ਜਿਹੜੇ ਬਾਂਸਰੀ ਵਾਦਕ, ਉਹ ਵੀ ਸ਼ੋਅ ਲਾਉਂਦੇ ਤਾਂ ਬੜੇ ਲੋਕ ਜਾਂਦੇ ਦੇਖਣ ਵਾਸਤੇ, ਉਹਨਾਂ ਦੀ ਬਾਂਸਰੀ ਨੂੰ ਸੁਣਨ ਵਾਸਤੇ। ਹਾਲਾਂਕਿ ਉਹ ਗਾਉਂਦੇ ਨਹੀਂ ਆ, ਪਰ ਸਿਰਫ ਬਾਂਸਰੀ ਵਜਾਉਂਦੇ। ਹੁਣ ਇਸੇ ਤਰ੍ਹਾਂ ਉਹ ਵੀ ਵਾਇਲਨ ਜਿਹੜਾ ਇਦਾਂ ਪਕੜ ਕੇ ਨਾ ਡੰਡੀ ਲੈ ਕੇ ਇਦਾਂ ਵਜਾਉਂਦੇ, ਵਾਇਲਨ ਵਜਾਉਂਦੇ ਹੁੰਦੇ ਸੀ ਪਗਨਨੀ। ਉਹਨਾਂ ਦਾ ਸ਼ੋਅ ਦਾ ਟਾਈਮ ਸੀ 1 ਘੰਟੇ ਦਾ, 60 ਮਿੰਟ ਦਾ ਸ਼ੋਅ ਟਾਈਮ ਸੀ। ਹੁਣ ਜਦੋਂ ਸ਼ੋਅ ਚੱਲ ਰਿਹਾ ਸੀ, ਦਰਸ਼ਕ ਬੈਠੇ ਹੋਏ ਆ ਔਰ ਉਹ ਦਰਸ਼ਕਾਂ ਵੱਲ ਮੂੰਹ ਕਰਕੇ ਵਾਇਲਨ ਵਜਾ ਰਹੇ ਆ, ਨਾਲ ਉਹਨਾਂ ਦੇ ਹੋਰ ਵੀ ਸਾਜੀ ਹੈ ਪਿੱਛੇ ਕੁਰਸੀਆਂ ਤੇ ਬੈਠੇ, ਉਹ ਖੜੇ ਹੋ ਕੇ ਵਜਾ ਰਹੇ ਆ। ਵਜਾਉਂਦਿਆਂ ਅਚਾਨਕ ਕੀ ਹੋਇਆ, ਵਜਾਉਂਦਿਆਂ ਵਾਇਲਨ ਦੀ ਇੱਕ ਤਾਰ ਟੁੱਟ ਗਈ। ਹੁਣ ਦਰਸ਼ਕਾਂ ਨੂੰ ਵੀ ਪਤਾ ਲੱਗ ਗਿਆ ਜਦੋਂ ਤਾਰ ਟੁੱਟੀ, ਝੂਲ ਗਈ ਥੱਲੇ ਨੂੰ, ਝੂਲੀ। ਤਾਂ ਦਰਸ਼ਕ ਵੀ ਦੇਖ ਰਹੇ ਸੀ, ਜਿਨ੍ਹਾਂ ਨੇ ਉਹਨਾਂ ਦਾ ਸ਼ੋਅ ਰੱਖਿਆ ਸੀ ਉਹ ਵੀ ਦੇਖ ਰਹੇ ਸੀ ਕਿ ਹੁਣ ਤਾਂ ਕੰਮ ਖਰਾਬ ਹੋ ਗਿਆ, 1 ਘੰਟੇ ਦਾ ਸ਼ੋਅ ਹਾਲੇ ਤਾਂ ਹੋਈ 15-20 ਮਿੰਟ ਹੈ ਔਰ ਤਾਰ ਟੁੱਟ ਗਈ। ਪਰ ਪਗਨਨੀ ਕਹਿੰਦੇ ਰੁਕੇ ਨਹੀਂ। ਇੱਕ ਤਾਰ ਟੁੱਟੀ, 3 ਤਾਰਾਂ, ਕਿਉਂਕਿ ਵਾਇਲਨ ਦੀਆਂ 4 ਤਾਰਾਂ ਹੁੰਦੀਆਂ, ਇੱਕ ਟੁੱਟ ਗਈ, ਕਿੰਨੀਆਂ ਰਹਿ ਗਈਆਂ? 3। ਉਹ 3 ਤਾਰਾਂ ਨਾਲ ਵਜਾਉਂਦੇ ਰਹੇ, ਰੁਕੇ ਨਹੀਂ। ਔਰ ਕਿਹਾ ਜਾਂਦਾ ਹੈ ਕਿ ਵਜਾਉਂਦਿਆਂ 10 ਮਿੰਟ ਹੋਰ ਗੁਜ਼ਰੇ, ਥੋੜਾ ਟਾਈਮ ਹੋਰ ਗੁਜ਼ਰਿਆ ਕਿ ਦੂਜੀ ਤਾਰ ਵੀ ਟੁੱਟ ਗਈ। ਤਾਂ ਦਰਸ਼ਕ ਵੀ ਦੇਖ ਰਹੇ ਔਰ ਉਹ ਵੀ ਸੋਚ ਰਹੇ ਹੁਣ ਕੰਮ ਖਰਾਬ ਹੈ, ਸ਼ੋਅ ਵਿੱਚ ਹੀ ਬੰਦ ਕਰਨਾ ਪਏਗਾ। ਪਰ ਉਹ ਦੋਵਾਂ ਤਾਰਾਂ ਤੇ ਵੀ ਵਜਾਉਂਦੇ ਰਹੇ, ਸਾਜ਼ ਕਰਦੇ ਰਹੇ। ਹੁਣ ਕਰਦਿਆਂ 45 ਮਿੰਟ ਦੇ ਕਰੀਬ ਟਾਈਮ ਪਹੁੰਚਿਆ, 15 ਮਿੰਟ ਦਾ ਸ਼ੋਅ ਬਾਕੀ ਸੀ ਕਿ ਤੀਸਰੀ ਤਾਰ ਵੀ ਟੁੱਟ ਗਈ। ਹੁਣ ਇੱਕੋ ਹੀ ਤਾਰ ਰਹਿ ਗਈ। ਤਾਂ ਉਸ ਵੇਲੇ ਪਗਨਨੀ ਨੇ ਆਪਣੇ ਵਾਇਲਨ ਨੂੰ ਇਦਾਂ ਹਵਾ 'ਚ ਉਠਾ ਕੇ ਕਿਹਾ ਦਰਸ਼ਕਾਂ ਦੀ ਤਰਫ ਕਿ ਪਗਨਨੀ, ਆਖਰੀ ਤਾਰ ਜੋ ਬੈਸਟ ਕਰ ਸਕਦਾ ਹੈ ਕਰਕੇ ਦਿਖਾ ਦੇ। ਪਗਨਨੀ ਆਪਣੇ ਆਪ ਨੂੰ ਗਿਆ ਕਿ ਸਿਰਫ ਆਖਰੀ ਤਾਰ ਹੈ, ਉਹ ਜੋ ਬੈਸਟ ਕਰ ਸਕਦਾ, ਵਧੀਆ ਕਰ ਸਕਦਾ ਕਰਕੇ ਦਿਖਾ ਦੇ, ਇਹੀ ਟਾਈਮ ਹੈ ਦਿਖਾਉਣ ਦਾ। ਕਿਉਂਕਿ ਜਦੋਂ ਸਾਰੀਆਂ ਚੀਜ਼ਾਂ ਪੂਰੀਆਂ ਹੋਣ ਉਦੋਂ ਕੋਈ ਬਣਾ ਦੇਵੇ, ਉਹ ਕਲਾਕਾਰ ਨਹੀਂ ਹੁੰਦਾ। ਕਲਾਕਾਰ ਤਾਂ ਉਹ ਹੁੰਦਾ ਜਿਹੜੀਆਂ ਥੋੜੀਆਂ ਚੀਜ਼ਾਂ ਦਿੱਤੀਆਂ ਜਾਣ। ਜਿੱਦਾਂ ਇੱਕ ਪੇਂਟਰ ਕੋਲ ਸਾਰੇ ਰੰਗ ਹੋਣ ਨਾ, ਉਹਨੂੰ ਕਹੇ ਭਾਈ ਤਸਵੀਰ ਬਣਾ ਦੇ ਚੰਗੀ ਜੀ, ਤਾਂ ਹੁਣ ਉਹਦੇ ਕੋਲ ਸਾਰੇ ਰੰਗ ਹੈ, ਸਾਰਾ ਸਮਾਨ ਹੈ, ਉਹਦੇ ਨਾਲ ਤਸਵੀਰ ਬਣਾ ਦੇਵੇ ਤਾਂ ਉਹਦੇ ਇੱਕ ਬੱਚਾ ਵੀ ਬਣਾ ਲਏਗਾ ਕੋਈ ਵੀ ਤਸਵੀਰ। ਪਰ ਇੱਕ ਪੇਂਟਰ ਨੂੰ ਇੱਕੋ ਹੀ ਬ੍ਰਸ਼ ਦਿੱਤਾ ਜਾਵੇ, 1-2 ਰੰਗ ਦਿੱਤੇ ਜਾਣਗੇ, ਇਹਦੇ ਨਾਲ ਵਧੀਆ ਬਣਾ। ਤਾਂ ਜਿਹੜਾ ਕਲਾਕਾਰ ਹੁੰਦਾ ਉਹ 1-2 ਰੰਗਾਂ ਨਾਲ ਵੀ ਤਸਵੀਰ ਨੂੰ ਇੰਨਾ ਸੋਹਣਾ ਬਣਾ ਦਿੰਦਾ ਕਿ ਦੇਖਣ ਵਾਲਾ ਹੈਰਾਨ ਰਹਿ ਜਾਂਦਾ ਕਿ ਇੰਨੀ ਪਿਆਰੀ ਤਸਵੀਰ। ਕਿਉਂਕਿ ਕਲਾਕਾਰ ਉਹੀ ਹੁੰਦਾ ਹੈ ਕਿ ਜਿਹਦੇ ਕੋਲ ਥੋੜਾ ਹੋਵੇ ਫਿਰ ਵੀ ਥੋੜੇ ਤੋਂ ਵਧੀਆ ਕਰਕੇ ਦਿਖਾ ਦੇਵੇ ਕਿ ਮੇਰੇ ਕੋਲ ਸਾਧਨ ਥੋੜੇ ਹੈ, ਪਰ ਇਹ ਥੋੜੇ ਸਾਧਨ ਨਾਲ ਵੀ ਮੈਂ ਬੈਸਟ ਕਰਕੇ ਦਿਖਾਇਆ, ਫਿਰ ਤੁਸੀਂ ਚੈਂਪੀਅਨ ਹੋ, ਫਿਰ ਤੁਸੀਂ ਕਲਾਕਾਰ ਹੋ। ਜਿਹਦੇ ਕੋਲ ਬਹੁਤਾ ਹੋਵੇ ਫਿਰ ਕਰੇ ਤਾਂ ਕੋਈ ਵੀ ਕਰ ਸਕਦਾ ਹੈ। ਇਸ ਲਈ ਪਗਨਨੀ ਨੇ ਕਿਹਾ ਕਿ ਆਖਰੀ ਤਾਰ ਪਗਨਨੀ ਜੋ ਬੈਸਟ ਕਰ ਸਕਦਾ ਆ ਕਰਕੇ ਦਿਖਾ ਦੇ, ਆਹੀ ਸਮਾਂ ਹੈ। ਕਹਿੰਦੇ ਉਹ ਇੱਕ ਤਾਰ ਨਾਲ 15 ਮਿੰਟ ਤੱਕ, ਅਗਲੇ 15 ਮਿੰਟ ਤੱਕ, 60 ਮਿੰਟ ਤੱਕ ਵਜਾਉਂਦੇ ਰਹੇ। ਦਰਸ਼ਕਾਂ ਨੇ ਦੇਖਿਆ, ਜਿਨ੍ਹਾਂ ਨੇ ਸ਼ੋਅ ਕਰਾਇਆ ਸੀ ਉਹਨਾਂ ਨੇ ਦੇਖਿਆ। ਕਹਿੰਦੇ 60 ਮਿੰਟ ਬਾਅਦ ਜਦੋਂ ਉਹਨਾਂ ਨੇ ਵਜਾਣਾ ਬੰਦ ਕੀਤਾ, ਯਾਨੀ ਸ਼ੋਅ ਪੂਰਾ ਹੋਇਆ, ਤਾਂ 5 ਮਿੰਟ ਤੱਕ ਦਰਸ਼ਕ ਖੜੇ ਹੋ ਕੇ ਤਾਲੀਆਂ ਵਜਾਉਂਦੇ ਰਹੇ। ਉਹਨਾਂ ਦੇ ਅੱਖਾਂ 'ਚ ਪਾਣੀ ਸੀ ਕਿ ਬੰਦਾ ਹੀ ਕਮਾਲ ਦਾ ਕਲਾਕਾਰ ਹੈ ਕਿ ਇੱਕ ਤਾਰ ਨਾਲ ਇੰਨਾ ਰੰਗ ਬੰਨ ਦਿੱਤਾ ਹੈ ਨਾ। ਨਾਮ ਹੋ ਗਿਆ ਉਹਦਾ ਮਸ਼ਹੂਰ ਕਿ 3 ਤਾਰਾਂ ਟੁੱਟਣ ਦੇ ਬਾਵਜੂਦ ਵੀ ਰੰਗ ਬੰਨ ਦਿੱਤਾ। ਇਹ ਨਹੀਂ ਥੱਕਿਆ ਕਿਉਂਕਿ ਇਹਨਾਂ ਪਰਵਾਹ ਨਹੀਂ ਕੀਤੀ ਕਿ ਤਾਰਾਂ ਕਿੰਨੀਆਂ ਹੈ। ਇਹਨਾਂ ਇਹ ਪਰਵਾਹ ਕੀਤੀ ਕਿ ਮੈਂ ਕੀ ਬੈਸਟ ਕਰ ਸਕਦਾ ਜਿੰਨਾ ਵੀ ਹੈ। ਜੇ 4 ਤਾਰਾਂ ਨਾਲ ਬੈਸਟ ਕਰ ਸਕਦਾ ਸੀ ਕੀਤਾ, ਫਿਰ 4 ਚੋਂ 3 ਰਹਿ ਗਈਆਂ, 1 ਟੁੱਟ ਗਈ ਤਾਂ ਵੀ ਬੈਸਟ ਕੀਤਾ, ਫਿਰ 2 ਟੁੱਟ ਗਈਆਂ, 2 ਰਹਿ ਗਈਆਂ ਤਾਂ ਵੀ ਬੈਸਟ ਕੀਤਾ, ਫਿਰ ਆਖਰੀ ਤਾਰ ਬਚੀ ਤਾਂ ਫਿਰ ਤਾਂ ਉਹਨਾਂ ਐਲਾਨ ਹੀ ਕਰ ਦਿੱਤਾ ਕਿ ਆਖਰੀ ਤਾਰ ਪਗਨਨੀ ਜੋ ਬੈਸਟ ਕਰ ਸਕਦਾ ਕਰਕੇ
ਦਿਖਾ ਦੇ। ਸੋ ਅਸੀਂ ਵੀ ਤੁਹਾਨੂੰ ਕਵਾਂਗੇ ਕਿ ਚਾਹੇ ਤੁਹਾਡੇ ਕੋਲ ਥੋੜਾ ਹੈ, ਚਾਹੇ ਤੁਹਾਡੇ ਕੋਲ ਘੱਟ ਹੈ, ਔਰ ਤੁਸੀਂ ਮਾਲਕ ਦੇ ਪਿਆਰੇ ਹੋ, ਜੋ ਬੈਸਟ ਕਰ ਸਕਦੇ ਹੋ ਕਰਕੇ ਦਿਖਾ ਦਿਓ ਦੁਨੀਆ ਨੂੰ। ਦਿਖਾ ਦਿਓ ਦੁਨੀਆ ਨੂੰ ਬੈਸਟ ਕਰਕੇ ਕਿ बेशक मेरे को थोड़ा पैसा है, थोड़ा है, थोड़ी पदवी है, छोटा घर है, छोटी गड्डी है, छोटी चीज है, पर फिर भी मैं अपने मालिक का प्यारा है, मैं जो बेस्ट कर सकता है करके दिखाना है। पता तो फिर लग रहा है ना, नहीं जी पहला मेरे को सब कुछ पूरा हो गए फिर करके दिखाऊं, वो मजा नहीं है। समझते हो कि नहीं? क्योंकि सुपरस्टार या सुपर हीरो तो वही हुंदा है जेड़ा बिगड़ी बाजी नूं भी बना देवे, जेड़ा थोड़े नूं भी इदां बना देवे कि थोड़े च भी रंग बन जावे। जिदा इसे लिए पगनीनी नूं स्टार किया गया। स्टार दा मतलब कि गायकां दा, संगीता दा वो स्टार सितारा मन्निया गया कि बहुत अच्छा, रातों रात उसदा नाम मशहूर हो गया कि पगनीनी ने 60 मिनट का शो किया, तारा टुटन के बावजूद भी वो रुकिया नहीं, शो नूं बंद नहीं किया। नहीं तो चाहता तो कह सकता सी पहली तार ते कि बंद करो शो, क्योंकि तार टुट गई, हुण अगे नहीं बजा सकता, पर वो रुकिया नहीं। लोगों को पता लग गया कि ये कोल तारां थोड़ियां है, यानी एक गई, दूजी गई, तीजी गई, लोगों को पता लगने के बावजूद भी वो मेहनत करता रहा। इसलिए तुहानू भी यही कहांगे, बेशक दुनिया को पता लगे कि कोई थोड़ा है, ये गरीब है, ये इदां है, बेशक एक बाहरों थोड़ा है, पर फिर भी ये रुकदा नहीं है, ये हटदा नहीं है, ये तो अगे वधदा जा रहा है। और जिहड़ा अगे वधदा जावे फिर शिखर ते पहुंचदा भी ਉਹੀ है। ਉਹ ਪਗਨੀਨੀ ਜਿਹਨੂੰ ਸ਼ੋਅ ਤੋਂ ਪਹਿਲਾਂ ਥੋੜੇ ਲੋਕ ਜਾਣਦੇ ਸੀ ਇਟਲੀ ਦੇ ਅੰਦਰ, ਜਦੋਂ ਮਸ਼ਹੂਰੀ ਹੋਈ ਤਾਂ ਪੂਰੇ ਵਿਸ਼ਵ ਚ ਉਹਨੂੰ ਜਾਣਨਾ ਸ਼ੁਰੂ ਕਰ ਦਿੱਤਾ। ਜਰਾ ਸਮਝਣਾ, ਇਦਾਂ ਦੇ ਕਲਾਕਾਰ ਤੁਸੀਂ ਵੀ ਬਣੋ ਕਿ ਥੋੜੇ ਵੱਲ ਧਿਆਨ ਨਾ ਦਿਓ ਕਿ ਮੇਰੀ ਜੇਬ ਚ ਕੀ ਹੈ, ਬਲਕਿ ਇਹ ਦੇਖੋ ਜਿੰਨਾ ਵੀ ਆ ਮੈਂ ਇਹਦੇ ਨਾਲ ਅੱਛਾ ਕੀ ਕਰ ਸਕਦਾ, ਮੈਂ ਇਹਦੇ ਨਾਲ ਬੈਟਰ ਕੀ ਕਰ ਸਕਦਾ, मैं ਇਹਦੇ ਨਾਲ ਇਹ ਸੰਸਾਰ ਵਾਸਤੇ, ਆਪਣੇ ਮਾਲਿਕ ਵਾਸਤੇ, ਆਪਣੇ ਜੀਵਨ ਵਾਸਤੇ ਅੱਛਾ ਕੀ ਕਰ ਸਕਦਾ ਹੈ। ਬਸ ਮੈਂ ਅੱਛੇ ਵੱਲ ਧਿਆਨ ਦੇਵਾਂ। ਜਦੋਂ ਅਸੀਂ ਅੱਛੇ ਵੱਲ ਕਰਨ ਵੱਲ ਧਿਆਨ ਦਿੰਦੇ ਕਿ ਮੈਂ ਅੱਛਾ ਕਰਨਾ ਹੈ, ਤਾਂ ਫਿਰ ਤੁਹਾਡਾ ਜੀਵਨ ਅੱਛਾ ਹੁੰਦਾ ਚਲਾ ਜਾਂਦਾ ਹੈ, ਤੁਸੀਂ ਅੱਛੇ ਹੁੰਦੇ ਚਲੇ ਜਾਂਦੇ ਹੋ। ਔਰ ਜਿਹੜਾ ਅੱਛਾ ਹੋ ਗਿਆ ਫਿਰ ਉਹ ਮਾਲਿਕ ਦੀਆਂ ਰਹਿਮਤਾਂ ਪਾ ਵੀ ਲੈਂਦਾ ਹੈ। ਇਹ ਸਟੈਪ ਹੈ, ਇਹ ਗਿਆਨ ਹੈ ਉਹ ਜਿਹੜਾ ਸਾਨੂੰ ਆਨੰਦ ਤੱਕ, ਸ਼ਾਂਤੀ ਤੱਕ ਲੈ ਕੇ ਜਾਏਗਾ। इसलिए ये ना देखो मेरे को किन्ना है, बोलो समझ दो नहीं, लास्ट वचन आज फिर कहांगे, ये ना देखो मेरे को किन्ना है, बल्कि देखो मेरे को जिन्ना भी है शुक्र है उस मालिक का। पहला तो शुक्राना करना है, जिन्ना भी है मेरे मालिक तेरा शुक्रिया। बोलो दिलों शुक्र करना है, क्योंकि ये नहीं देखना कहना मेरे को आ घट है, मेरे को घट है, मेरे को आ है नहीं, मेरे को है नहीं। जो भी मेरे मालिक ने दिता है, ऐ मेरे मालिक तेरा शुक्रिया, तेरा बहुत बहुत धन्यवाद, तू जिन्ना दे रहा है, जो दे रहा तेरा शुक्रिया। जिदा ही दसी था ना शेख सादी की गल कि शेख सादी मस्जिद गए, जुत्ती चक्की गई, जो बाहर निकले कहते ऐ खुदा की मेरी जुत्ती लै गया कोई है, कमाल की गल है, तेरे घर च मेरी कोई जुत्ती लै गया। शिकायतां करनियां शुरू कर दित्तियां, शिकायतां करनियां शुरू कर दित्तियां। जदों शिकायत की कि कोई जुत्ती लै गया, तो अचानक की देखिया सामने एक बंदा आ रहा जिहदे पैर ही नहीं है, वो रेहड़ी उपर तुर रहा है, हाथां नाल ही धक्का ला के तुर रहा है। जदों शेख सादी ने उहनूं देखिया तो ਉਹਦੇ ਚਿਹਰੇ ਤੇ ਮੁਸਕਰਾਹਟ ਸੀ। ਤਾਂ शेख सादी ने कहा मुस्कुरा क्यों रहा है, हंस क्यों रहा है, तेरे तो पैर है नहीं। वो कहता फिर की होया, पैर है नहीं, ये जिंदगी तो है ना, जीवन तो है ना, इसलिए हंस रहा कि मेरे खुदा ने मैनू ये तो दिता है ना। तो शेख सादी उसे वेले सजदे च गिर गए, और रस्ते च सजदे च गिरे, अखां च पानी आ गया, कहते शुक्र है खुदा मैं जुत्ती जानते तेरे नाल शिकायत कर रहा है, तो ये पैर है नहीं, तां भी तेरा शुक्र कर रहा। शुक्र है जे मेरी जुत्ती है नहीं तो पैर तो है ना। शुक्र किया उन्होंने। सो कहने का मतलब कमियां नूं देखांगे तो दुखी होवांगे, जो मेरे रब ने, मेरे मालिक ने दिता उन्होंने देखांगे तो दिलों शुकराना निकलता, फिर तो दिलों सजदा हुंदा। बंदा कहता हुण सिर रख दे मैं अपने मुर्शद दे, अपने मालिक दे कदमां च, क्योंकि जिन्ना उन्होंने मैनूं दिता है ना, जितना दिया सरकार ने मुझको, कह दे हुण आपे उतनी कि जे अपनी करनी नूं देखा तो मेरी करनी तो ना कदी उहदा शुक्र करता, ना उन्होंने याद करता, पर फिर भी वो इन्ना कुछ दे रहा है, इन्नियां रहमतां कर रहा है। इसलिए याद रखना, असीं चाहते तुसीं होर भी अच्छा करो, ताकि होर भी रहमतां दे नेड़े होवो, होर भी खुशियां दे नेड़े होवो। क्योंकि असीं भी अपने अंदर एक फैसला लिया है कि जब तक साडे संपर्क विच आउण वाले, साडे सत्संग नाल जुड़न वाले सब दे जीवन च खुशियां दे रंग भर देने, चैन नाल असीं भी नहीं बैठना। इसलिए दिन रात असीं कोशिश कर रहे हैं, दिन रात तुहानूं बेहतर बनाने की कोशिश कर रहे हैं, अच्छा बनाने की कोशिश कर रहे हैं, ताकि बेहतर बनदियां तुसीं उस ऊंचाई ते पहुंच जावो जिथे वो परमानंद परमात्मा है, जिथे वो जीवन की सफलता है, खुशियां है,
ਜੀਵਨ ਦੀ ਸਫਲਤਾ ਦਾ ਮਤਲਬ ਉਹਨੂੰ ਪਾਉਣ 'ਚ ਹੀ ਜੀਵਨ ਦੀ ਸਫਲਤਾ ਹੈ, ਉਹਦੇ ਨਾਲ ਜੁੜਨ 'ਚ ਹੀ ਜੀਵਨ ਦੀ ਸਫਲਤਾ ਹੈ। ਨਦੀ ਦੀ ਸਫਲਤਾ ਸਮੁੰਦਰ 'ਚ ਮਿਲ ਕੇ ਹੀ ਹੈ ਕਿ ਮੈਂ ਏਡੀ ਲੰਬੀ ਯਾਤਰਾ ਕਰਕੇ ਸਾਗਰ ਤੱਕ ਪਹੁੰਚ ਗਈ, ਮੇਰੀ ਯਾਤਰਾ ਸਫਲ ਹੋ ਗਈ। ਇਹ ਜੀਵਨ ਦੀ ਯਾਤਰਾ ਦੀ ਸਫਲਤਾ ਵੀ ਉਹਦੇ ਹੋਣ ਵਿੱਚ ਹੈ। ਸਮਝ ਆ ਗਈ ਕਿ ਨਹੀਂ? ਇਸ ਕਰਕੇ ਐਸੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਬਿਹਤਰ ਬਣਾਇਆ ਜਾਵੇ, ਪਰ ਜੇ ਆਪਣੀਆਂ ਕਮੀਆਂ ਨੂੰ ਹੀ ਦੇਖੀ ਜਾਵਾਂਗੇ ਕਿ ਮੈਂ ਬਿਹਤਰ ਕੀ ਕਰਾਂ, ਬੋਲੋ ਸਮਝਦੇ ਹੋ ਕਿ ਨਹੀਂ? ਬੰਦਾ ਕਹਿੰਦਾ ਜੀ 8 ਘੰਟੇ ਦਾ ਮੈਂ ਡਿਊਟੀ ਕਰਦਾ ਆ, ਰਾਤ ਨੂੰ ਆਹ ਕਰਦਾ, ਮੈਂ ਬਿਹਤਰ ਕੀ ਕਰ ਸਕਦਾ? ਉਹ 8 ਘੰਟੇ ਜੋ 10 ਮਿੰਟ ਵੀ ਮਿਲਦੇ ਆ ਤਾਂ ਉਹ 'ਚ ਸੋਚ ਲੈ ਕੀ ਬਿਹਤਰ ਕਰਾਂ। ਥੋੜੇ ਜੀ ਸੋਚ, ਜਿੰਨਾ ਵੀ ਤੇਰੇ ਕੋਲ ਮੌਕਾ ਹੈ, ਜਿੰਨਾ ਵੀ ਤੇਰੇ ਕੋਲ ਸਮਾਂ ਹੈ, ਜਿੱਦਾਂ ਦੱਸਿਆ 5 ਹੈ, 10 ਹੈ, 20 ਹੈ, 100 ਹੈ, 50 ਹੈ, ਇਹ ਸੈਕਿੰਡ ਮਿੰਟ ਜਿੰਨੇ ਵੀ ਤੇਰੇ ਕੋਲ ਹੈ, ਇਹ ਜੀਵਨ 'ਚ ਜੋ ਵੀ ਤੇਰੇ ਕੋਲ ਹੈ, ਜਿੰਨੀਆਂ ਰਾਤਾਂ, ਜਿੰਨੇ ਵੀ ਦਿਨ ਹੈ, ਇਹ ਸੋਚ ਮੈਂ ਕੀ ਬਿਹਤਰ ਕਰ ਸਕਦਾ, ਆਪਣੇ ਜੀਵਨ ਨੂੰ ਕਿੱਦਾਂ ਅੱਛਾ ਬਣਾ ਸਕਦਾ ਹੈ, ਆਪਣੀ ਬੋਲਬਾਣੀ ਨੂੰ, ਆਪਣੇ ਸੁਭਾਅ ਨੂੰ, ਆਪਣੇ ਦੇਖਣ ਦੇ, ਸੋਚਣ ਦੇ, ਬੋਲਣ ਦੇ ਨਜ਼ਰੀਏ ਨੂੰ, ਆਪਣੀ ਕਰਨੀ ਦੇ ਨਜ਼ਰੀਏ ਨੂੰ ਮੈਂ ਕਿੱਦਾਂ ਅੱਛਾ ਬਣਾ ਸਕਦਾ ਹਾਂ। ਕਿਉਂਕਿ ਜਿੰਨਾ ਅਸੀਂ ਬਿਹਤਰ ਬਣਦੇ ਜਾਵਾਂਗੇ, ਫਿਰ ਕਵਾਂਗੇ ਉਨਾ ਹੀ ਰੱਬ ਦੀਆਂ ਰਹਿਮਤਾਂ ਦੇ ਨੇੜੇ ਹੁੰਦੇ ਚਲੇ ਜਾਓਗੇ ਔਰ ਜੀਵਨ ਦੀਆਂ ਕਮੀਆਂ ਦੂਰ ਹੁੰਦੀਆਂ ਜਾਣਗੀਆਂ। ਜੀਵਨ ਦੀਆਂ ਕਮੀਆਂ ਨੂੰ ਦੂਰ ਕਰਨਾ ਹੈ। ਹੁਣ ਇੱਕ ਪੇਂਟਿੰਗ ਹੈ, ਉਹ 'ਚ 100 ਕਮੀਆਂ ਹੈ, ਪਰ ਇੱਕ ਕਲਾਕਾਰ ਨੂੰ ਬਿਹਤਰ ਕਰਦਾ ਜਾਂਦਾ, ਬਿਹਤਰ ਕਰਦਾ ਜਾਂਦਾ। ਬਿਹਤਰ ਦਾ ਮਤਲਬ ਹੈ ਕਿ ਜਿੰਨੀ ਉਹ ਬਿਹਤਰ ਹੁੰਦੀ ਜਾਣੀ, ਉਹਦੀ ਕਮੀ ਖਤਮ ਹੁੰਦੀ ਜਾਣੀ ਹੈ। ਇਦਾਂ ਹੀ ਤੁਹਾਡੇ ਜੀਵਨ ਦੀਆਂ ਕਮੀਆਂ, ਚਾਹੇ ਉਹ ਕਿਸੇ ਪਾਸਿਓਂ ਵੀ ਹੈ, ਚਾਹੇ ਸਿਹਤ ਨੂੰ ਲੈ ਕੇ ਹੈ, ਕਾਰੋਬਾਰ ਨੂੰ ਲੈ ਕੇ ਹੈ, ਰਹਿਮਤਾਂ ਬਰਕਤਾਂ ਨੂੰ ਲੈ ਕੇ ਹੈ, ਮੈਡੀਟੇਸ਼ਨ ਨੂੰ ਲੈ ਕੇ ਹੈ, ਜੇ ਤੁਸੀਂ ਆਪਣੇ ਆਪ ਨੂੰ ਬਿਹਤਰ ਬਣਾਉਂਦੇ ਜਾਓਗੇ ਤਾਂ ਜਿਹੜੀਆਂ ਸਾਰੀਆਂ ਕਮੀਆਂ ਨਾ ਹੌਲੀ ਹੌਲੀ ਦੂਰ ਹੁੰਦੀਆਂ ਜਾਣਗੀਆਂ। ਪਰ ਜੇ ਕੋਸ਼ਿਸ਼ ਹੀ ਨਹੀਂ ਕਰਾਂਗੇ ਬਿਹਤਰ ਬਣਾਉਣ ਦੀ ਤਾਂ ਫਿਰ ਮਿਲੇਗਾ ਕਿੱਦਾਂ? ਬੋਲੋ ਸਮਝਦੇ ਹੋ ਕਿ ਨਹੀਂ? ਇਹ ਤਾਂ ਹੀ ਇਹ ਕਿਹਾ ਕਿ ਹਰ ਰੋਜ਼ ਸਵੇਰੇ ਜਦੋਂ ਉੱਠਦੇ ਹੋ ਤਾਂ ਸਵੇਰੇ ਉੱਠ ਕੇ ਪਹਿਲਾਂ ਸ਼ੁਕਰ ਕਰਨਾ ਆਪਣੇ ਮਾਲਿਕ ਦਾ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਸ਼ੁਕਰ ਕਰਨ ਵਾਸਤੇ ਧਿਆਨ 'ਚ ਬੈਠੋ, ਸਿਮਰਨ ਨਾਲ ਜੁੜੋ। ਜਿੱਦਾਂ ਅਸੀਂ ਦੀਵਾਲੀ ਵਾਲੇ ਸਤਸੰਗ ਦੱਸਿਆ ਕਿ 7 ਆਦਤਾਂ ਆਪਣੇ ਜੀਵਨ 'ਚ ਬਣਾਉਣੀਆਂ। ਤੁਸੀਂ ਸੁਣਿਆ ਕਿ ਨਹੀਂ ਸਤਸੰਗ? ਇਹ ਤਾਂ YouTube ਤੇ ਸੁਣ ਲਿਓ ਕਿ ਉੱਤੇ ਪਾ ਦਿੱਤਾ ਗਿਆ ਕਿ 7 ਆਦਤਾਂ ਆਪਣੇ ਜੀਵਨ। ਉਹ 'ਚ ਇਹ ਵੀ ਕਵਾਂਗੇ ਕਿ ਆਪਣੇ ਆਪ ਨੂੰ ਸਵੇਰੇ ਉੱਠ ਕੇ ਸ਼ੁਕਰਾਨਾ ਵੀ ਕਰਨਾ ਹੈ, ਨਾਲੇ ਇਹ ਵੀ ਪੁੱਛਣਾ ਹੈ ਕਿ ਆਪਣੇ ਅੱਜ ਇਹ ਦਿਨ ਨੂੰ ਔਰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਵਾਸਤੇ ਅੱਜ ਮੈਂ ਕੀ ਕਰ ਸਕਦਾ, ਮਾਲਕ ਦੀਆਂ ਰਹਿਮਤਾਂ ਨੂੰ ਹਾਸਲ ਕਰਨ ਵਾਸਤੇ ਅੱਜ ਮੈਂ ਕੀ ਕਰ ਸਕਦਾ ਹਾਂ। ਬਸ ਇਹ ਜਦੋਂ ਅਸੀਂ ਪੁਆਇੰਟ ਪੁੱਛ ਲੈਂਦੇ ਆ ਨਾ ਆਪਣੇ ਆਪ ਨੂੰ, ਤਾਂ ਫਿਰ ਮਨ ਸਾਨੂੰ ਉਹ ਰਸਤਾ ਦਿਖਾ ਦਿੰਦਾ ਕਿ ਭਾਈ ਜੇ ਮਾਲਕ ਦੀ ਰਹਿਮਤ ਪਾਣੀ ਹੈ, ਖੁਸ਼ੀਆਂ ਪਾਣੀਆਂ, ਬਰਕਤਾਂ ਪਾਣੀਆਂ, ਤੈਨੂੰ ਆਹ ਕਰਮ ਕਰਨਾ ਪਏਗਾ। ਬਸ ਫਿਰ ਜੋ ਅੰਦਰੋਂ ਆਵੇ ਨਾ ਉਹ ਕਰਮ ਕਰਨਾ ਸ਼ੁਰੂ ਕਰ ਦਿਓ ਤਾਂ ਬਿਹਤਰ ਹੁੰਦੇ ਚਲੇ ਜਾਓਗੇ। ਜੀਵਨ 'ਚ ਖੁਸ਼ੀਆਂ ਆਉਂਦੀਆਂ ਚਲੀਆਂ ਜਾਣਗੀਆਂ, ਸਫਲਤਾਵਾਂ ਆਉਂਦੀਆਂ ਚਲੀਆਂ ਜਾਣਗੀਆਂ। ਕਿਉਂਕਿ ਫਿਰ ਇੱਕ ਵਾਰ ਕਵਾਂਗੇ ਕਿ ਅਸੀਂ ਚਾਹੁੰਦੇ ਹਾਂ ਤੁਸੀਂ ਮਾਲਕਾਂ ਦੇ ਬੱਚੇ ਹੋ, ਕਿ ਤੁਸੀਂ ਵੀ ਕਹਿ ਸਕੋ ਕਿ ਮੇਰੇ ਕੋਲ ਜਿੰਨਾ ਵੀ ਹੈ, ਚਾਹੇ ਸਮਾਂ ਕਹਿ ਲਈਏ, ਕੁਝ ਵੀ ਕਹਿ ਲਈਏ, ਕਿ ਮੈਂ ਕਮੀ ਵੱਲ ਨਹੀਂ ਦੇਖਣਾ, ਬਲਕਿ ਮੈਂ ਸੋਚਣਾ ਹੈ ਕਿ ਜਿੰਨਾ ਵੀ ਹੈ ਮੇਰੇ ਕੋਲ ਮੈਂ ਇਹਦੇ ਨਾਲ ਬਿਹਤਰ ਕੀ ਕਰ ਸਕਦਾ। ਕਿਉਂਕਿ ਮੈਂ ਮਾਲਕ ਦਾ ਪਿਆਰ ਹਾਂ, ਬਿਹਤਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਬੋਲੋ ਕਰੋਗੇ ਕਿ ਨਹੀਂ? ਅੱਜ ਤੋਂ ਕੀਤਾ ਵਚਨ ਫਿਰ ਤਾਂ ਯਾਦ ਰੱਖੋ, ਜੇ ਤੁਸੀਂ ਬਿਹਤਰ ਕਰਨ ਦੀ ਕੋਸ਼ਿਸ਼ ਕਰੋਗੇ ਨਾ ਤਾਂ ਮਾਲਕ ਦਾ ਵੀ ਵਚਨ ਹੈ, ਉਹ ਤੁਹਾਡੇ ਜੀਵਨ 'ਚ ਖੁਸ਼ੀਆਂ ਵੀ, ਆਨੰਦ ਵੀ, ਸ਼ਾਂਤੀ ਵੀ ਉਹ ਭਰਨਗੇ ਜਿਹਦੀ ਕਮੀ ਨਹੀਂ ਆਏਗੀ ਜੀਵਨ 'ਚ ਕੋਈ। ਤੇ ਯਾਦ ਰੱਖਣਾ, ਕਿਉਂਕਿ ਜਿੱਤਦਾ ਉਹੀ ਹੈ ਜਿਹੜਾ ਬਿਹਤਰ ਹੁੰਦਾ ਹੈ। 10 ਆਦਮੀ ਦੌੜ ਰਹੇ, ਕਿਹੜਾ ਜਿੱਤੇਗਾ? ਜਿਹੜਾ 9 ਤੋਂ ਕਹਿ ਦਿਓ ਬਿਹਤਰ, ਅੱਛਾ ਹੈ। 10 ਜਗ੍ਹਾ ਭੋਜਨ ਰੱਖਿਆ ਹੋਇਆ ਹੈ, ਸਵਾਦ ਉਹੀ ਹੋਏਗਾ ਜਿਹੜਾ 9 ਤੋਂ ਅੱਛਾ ਹੈ, ਬਿਹਤਰ ਹੈ। ਕੱਪੜੇ ਵੀ ਅਲਮਾਰੀ ਭਰੀ ਹੋਈ ਹੈ, ਪਰ ਸੋਹਣਾ ਉਹੀ ਹੋਏਗਾ ਜਿਹੜਾ ਬਾਕੀਆਂ ਤੋਂ। ਇਸੇ ਤਰ੍ਹਾਂ ਲੱਖਾਂ ਅਰਬਾਂ ਖਰਬ ਇਨਸਾਨ ਹੈ, ਪਰ ਅੱਗੇ ਉਹੀ ਵਧੇਗਾ, ਰਹਿਮਤਾਂ ਤੱਕ ਉਹੀ ਪਹੁੰਚੇਗਾ ਜਿਹੜਾ ਬਾਕੀਆਂ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰੇਗਾ। ਇਸ ਲਈ ਅੱਜ ਤੋਂ ਅਸੀਂ ਬਿਹਤਰ ਬਣਨ ਦੀ ਕੋਸ਼ਿਸ਼ ਕਰਨੀ ਹੈ, ਅੱਛਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਤਸੰਗ ਨਾਲ ਜੁੜਨਾ ਹੈ। ਜਦੋਂ ਸਤਸੰਗ ਨੂੰ ਮੌਕਾ ਮਿਲੇ, ਸਿਮਰਨ ਨੂੰ ਮੌਕਾ ਮਿਲੇ, ਅੱਛਾਈ ਨੂੰ ਮੌਕਾ ਮਿਲੇ, ਦਾਨ ਪੁੰਨ ਨੇਕੀਆਂ ਕਰਨ ਨੂੰ ਮੌਕਾ ਮਿਲੇ, ਤਾਂ ਜਿੱਦਾਂ ਜੀਸਸ ਦੀ ਗੱਲ ਦੱਸੀ ਕਿ ਜੋ ਈਸ਼ਵਰ ਕੇ ਮਾਰਗ ਮੇਂ ਦੇਤਾ ਹੈ ਵਹੀ ਪਾਤਾ ਹੈ। ਕਹਿੰਦੇ ਜਿਹੜਾ ਈਸ਼ਵਰ ਦੇ ਰਸਤੇ ਤੇ ਦਿੰਦਾ ਹੈ ਮਿਲਦਾ ਵੀ ਉਹਨੂੰ ਹੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਆਪਣਾ ਸਮਾਂ, ਆਪਣਾ ਜਿਹੜਾ ਧਿਆਨ ਹੈ ਆਪਣੇ ਮਾਲਿਕ ਦੀ ਤਰਫ ਲਾਓ, ਬਿਹਤਰੀ ਦੀ ਤਰਫ ਲਾਓ, ਤਾਂ ਤੁਹਾਡਾ ਜੀਵਨ ਇੰਨਾ ਖੁਸ਼ੀਆਂ, ਆਨੰਦ, ਸ਼ਾਂਤੀ ਨਾਲ ਭਰਪੂਰ ਹੋ ਜਾਏਗਾ। ਤਾਂ ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ, ਪਹਿਲਾਂ ਹੀ ਦੱਸਿਆ ਕਿ ਸੋ ਧਨ ਕਹੂੰ ਨਾ ਪਾਈਏ ਜੋ ਧਨ ਹੈ ਘਟ ਮਾਈਏ। ਤੁਹਾਡੇ ਅੰਦਰ ਹੀ ਹੈ, ਕਿਉਂਕਿ ਤੁਹਾਡੇ ਅੰਦਰ ਹੀ ਉਹ ਆਨੰਦ ਹੈ। ਪਰ ਜਿੰਨਾ ਬਿਹਤਰ ਬਣਾਉਂਦੇ ਜਾਓਗੇ ਉਨੀਆਂ ਉਹ ਰਹਿਮਤਾਂ ਤੁਹਾਨੂੰ ਮਿਲਦੀਆਂ ਜਾਣਗੀਆਂ। ਫਿਰ ਇੱਕ ਵਾਰ ਕਵਾਂਗੇ, ਗਾਂ ਦੁੱਧ ਦਿੰਦੀ ਨਹੀਂ ਹੈ, ਬਸ ਦੋਣਾ ਪੈਂਦਾ ਉਹਨੂੰ, ਕੋਸ਼ਿਸ਼ ਕਰਕੇ, ਮਿਹਨਤ ਕਰਕੇ ਲੈਣਾ ਪੈਂਦਾ ਹੈ। ਇਸੇ ਤਰ੍ਹਾਂ ਮਾਲਕ ਦੀ ਰਹਿਮਤ ਉਦੋਂ ਨਹੀਂ ਮਿਲਣੀ, ਇਹਦੇ ਵਾਸਤੇ ਵੀ ਮਿਹਨਤ ਕਰਕੇ ਉਹ ਰਹਿਮਤ ਨੂੰ ਲੈਣਾ ਪੈਣਾ ਹੈ, ਤਾਂ ਕਿ ਸਾਡਾ ਜੀਵਨ ਦਾ ਬਰਤਨ ਉਹਦੀਆਂ ਰਹਿਮਤਾਂ ਨਾਲ ਭਰ ਸਕੇ। ਬੋਲੋ ਸਮਝਦੇ ਹੋ ਕਿ ਨਹੀਂ?
ਔਰ ਜਿੱਦਾਂ ਕਿਹਾ ਨਾ 100 ਦਾ ਨੋਟ ਕਿਹਨੂੰ ਚਾਹੀਦਾ ਹੈ, ਤਾਂ ਸੋਚਣਾ ਨਹੀਂ ਹੈ ਮੈਨੂੰ ਚਾਹੀਦਾ ਹੈ, ਮੈਨੂੰ ਚਾਹੀਦਾ ਹੈ। ਆ ਕੇ ਲੈਣਾ ਪੈਣਾ ਹੈ, ਐਕਸ਼ਨ ਲੈਣਾ ਪੈਣਾ, ਕਰਮ ਕਰਨਾ ਪੈਣਾ ਹੈ, ਕਦਮ ਵਧਾਉਣਾ ਪੈਣਾ ਹੈ, ਫਿਰ ਉਹ ਮਾਲਿਕ ਦੀ ਰਹਿਮਤ ਮਿਲਣੀ ਹੈ, ਫਿਰ ਉਹ ਮਾਲਿਕ ਨੇ ਮਿਲਣਾ। ਸੋਚਣ ਨਾਲ, ਹੱਥ ਖੜੇ ਕਰਨ ਨਾਲ, ਬੋਲਣ ਨਾਲ ਨਹੀਂ ਮਿਲਣਾ, ਕਰਮ ਕਰਨਾ ਪੈਣਾ ਹੈ। ਸੋ ਅੱਜ ਤੋਂ ਇਹ ਕਹੋ ਕਿ ਆਪਣੇ ਮਾਲਿਕ ਦੀਆਂ ਰਹਿਮਤਾਂ ਨੂੰ ਹਾਸਲ ਕਰਨ ਵਾਸਤੇ, ਆਪਣੇ ਮਾਲਿਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨ ਵਾਸਤੇ, ਆਪਣੇ ਮਾਲਿਕ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਸੋਚਣਾ ਨਹੀਂ ਹੈ, ਮੈਂ ਕਰਮ ਕਰਨਾ ਹੈ। ਮੈਂ ਬਿਹਤਰ ਬਣਾਉਣਾ ਆਪਣੇ ਜੀਵਨ ਨੂੰ, ਉਹਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਕਰਮ ਕਰਨਾ ਹੈ। ਸਮਝਦੇ ਹੋ ਕਿ ਨਹੀਂ? ਫੇਰ ਹੀ ਮੇਰੇ ਜੀਵਨ ਦਾ ਖਾਲੀ ਬਰਤਨ ਮਾਲਿਕ ਦੀਆਂ ਰਹਿਮਤਾਂ ਨਾਲ ਭਰਪੂਰ ਹੋਏਗਾ। ਔਰ ਮੈਂ ਸਤਸੰਗ ਦੇ, ਸਿਮਰਨ ਦੇ, ਬੰਦਗੀ ਦੇ, ਸੇਵਾ ਦੇ ਪਲਾਂ ਨੂੰ ਸੰਭਾਲਣਾ ਹੈ। ਕੀਮਤੀ ਹੈ, ਇਹਨੂੰ ਚੱਕ ਕੇ ਜੇਬ 'ਚ ਪਾਣਾ, ਸੋਚਣਾ ਨਹੀਂ ਇਹਦੇ ਬਾਰੇ। ਚਲੋ ਸਮਝਦੇ ਹੋ ਕਿ ਨਹੀਂ? ਇਸ ਲਈ ਦੱਸ ਦਈਏ ਕਿ ਜਿੱਦਾਂ ਅੱਜ ਕਿੰਨੀ ਤਰੀਕ ਹੈ? 7 ਤਰੀਕ। ਅਗਲੇ ਐਤਵਾਰ ਕਿੰਨੀ ਤਰੀਕ ਹੈ? 14 ਨੂੰ ਕੀ ਹੈ? 11ਵੀਂ ਰੋਜ਼। ਹੁਣ ਇਹ ਸੋਚਣਾ ਨਹੀਂ ਕਿ 11ਵੀਂ ਤੇ ਪਹੁੰਚਣਾ ਕਿ ਨਹੀਂ, ਪਹੁੰਚਣਾ ਹੈ। ਕਿਉਂਕਿ ਉਹ ਹੀਰੇ ਹੈ ਗਿਆਨ ਦੇ, ਜਿਹਨਾਂ ਨੂੰ ਸੋਚਣਾ ਨਹੀਂ ਹੈ ਕਿ ਚੱਕਾਂ ਕਿ ਨਾ ਚੱਕਾਂ, ਬਲਕਿ ਚੱਕ ਕੇ ਸੰਭਾਲ ਲੈਣਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ 14 ਤਰੀਕ 11ਵੀਂ ਹੈ, ਕੋਸ਼ਿਸ਼ ਕਰੋ ਪਹੁੰਚਣ ਦੀ। ਫਿਰ ਉਸ ਤੋਂ ਬਾਅਦ ਜਿਹੜੀ 14 ਤੋਂ ਬਾਅਦ 7 ਆ ਗਈ 21, ਉਦੋਂ ਕਿੱਥੇ ਸਤਸੰਗ ਹੈ? ਖੁਸਰੋਪੁਰ, ਜਲੰਧਰ ਕੈਂਟ। ਹਿਮਾਚਲ ਦੇ ਚਲੋ ਦਰਬਾਰ ਤੇ ਪਹੁੰਚਣ 11ਵੀਂ ਨੂੰ, ਬਾਕੀ ਤਾਂ ਹੀ ਜਿਹੜੇ ਪੰਜਾਬ ਦੇ ਜੀਵਨ ਨੂੰ ਕਹਿ ਰਹੇ ਆ ਕਿ ਤੁਹਾਡੇ ਨਜ਼ਦੀਕ 21 ਤਰੀਕ ਜਲੰਧਰ, ਖੁਸਰੋਪੁਰ, ਜਲੰਧਰ ਕੈਂਟ ਵਿਖੇ ਸਤਸੰਗ ਹੈ, ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨੀ। ਔਰ ਫਿਰ 28 ਤਰੀਕ ਕਿੱਥੇ ਹੈ? ਸ਼ੇਖੇ, ਸ਼ੇਰਪੁਰ ਸ਼ੇਖਾ, ਜੋ ਲੰਮਾ ਪਿੰਡ ਤੋਂ ਜਦੋਂ ਜੰਡੂ ਸਿੰਘ ਨੂੰ ਆਉਂਦੇ ਨਾ ਰਸਤੇ 'ਚ, ਉਹ ਪਿੰਡ ਪੈਂਦਾ ਸ਼ੇਰਪੁਰ ਸ਼ੇਖੇ। ਉੱਥੇ 28 ਤਰੀਕ ਦਿਨ ਐਤਵਾਰ ਦਾ ਸਤਸੰਗ ਹੈ। ਔਰ 28 ਤੋਂ ਬਾਅਦ ਆ ਗਈ 5 ਦਸੰਬਰ। ਔਰ 5 ਦਸੰਬਰ ਨੂੰ ਪੰਡੋਗਾ ਨਿਚਲਾ ਵਿਖੇ ਸਾਲਾਨਾ ਸਤਸੰਗ ਹੈ, ਜੋ ਕਿ ਹਰ ਸਾਲ ਬੜੀ ਧੂਮਧਾਮ ਨਾਲ ਹੁੰਦਾ ਹੈ। ਇਸ ਲਈ ਹਿਮਾਚਲ ਵਾਲਿਆਂ ਨੇ ਵੀ, ਪੰਜਾਬ ਵਾਲਿਆਂ ਨੇ ਵੀ, ਕਿਉਂਕਿ ਪੰਡੋਗੇ ਦੀ ਕਮੇਟੀ ਨੇ ਸਪੈਸ਼ਲ ਬੇਨਤੀ ਕੀਤੀ ਕਿ ਮਾਲਕੋ ਸਾਰੇ ਮਾਲਕ ਦੇ ਨਾਲ ਜਿੰਨੇ ਪਿਆਰ ਕਰਨ ਵਾਲੇ, ਦੇਖੋ ਖੜ ਵੀ ਗਿਆ ਹੈ, ਇਹਨੇ ਐਕਸ਼ਨ ਲੈ ਲਿਆ, ਹੁਣ ਸੋਚਦਾ ਨਹੀਂ ਰਹਿ ਗਿਆ, ਇਦਾਂ ਐਕਸ਼ਨ ਲੈਣਾ ਪੈਂਦਾ ਹੈ। ਦੇਖੋ ਇਹਨੇ ਐਕਸ਼ਨ ਲੈ ਲਿਆ ਕਿ ਸਾਰਿਆਂ ਨੇ, ਪੰਜਾਬ ਵਾਲਿਆਂ ਨੇ ਵੀ ਔਰ ਹਿਮਾਚਲ ਵਾਲਿਆਂ ਨੇ ਵੀ। ਪੰਡੋਗਾ ਨਿਚਲਾ, ਪੰਡੋਗੇ ਦਾ ਪਤਾ ਨਾ ਤੁਹਾਨੂੰ ਸਾਰਿਆਂ ਨੂੰ ਹੈ? ਬਸ ਪੰਡੋਗਾ ਨਿਚਲਾ, ਇਹ ਹੁਸ਼ਿਆਰਪੁਰ ਤੋਂ ਉਨਾ ਰੋਡ ਤੇ, ਪਤਾ ਹੀ ਹੈ ਤੁਹਾਨੂੰ। ਉੱਥੇ ਪਹੁੰਚ ਕੇ ਸਤਸੰਗ ਦਾ ਵੀ ਆਨੰਦ ਲੈਣਾ ਹੈ, ਕਿਉਂਕਿ ਖਾਸ ਦਿਨ, ਖਾਸ ਘੜੀਆਂ ਹੈ, ਜਿੱਥੇ ਆਪਾਂ ਵਿਚਾਰ ਨਹੀਂ ਕਰਨਾ, ਕਿਉਂਕਿ ਸੋਚਣ ਵਾਲੇ ਸੋਚਦੇ ਰਹਿ ਜਾਂਦੇ ਆ, ਰਹਿਮਤਾਂ ਹੱਥੋਂ ਨਿਕਲ ਜਾਂਦੀਆਂ ਹੈ। ਤਾਂ ਜਿਹੜੇ ਰਹਿਮਤਾਂ ਲੈਣ ਵਾਲੇ ਉਹ ਸੋਚਦੇ ਨਹੀਂ, ਐਕਸ਼ਨ ਲੈਂਦੇ ਕਿ ਠੀਕ ਹੈ ਜਾਣਾ ਤਾਂ ਜਾਣਾ ਹੀ ਹੈ ਭਾਈ। ਹੁਣ ਚਾਹੇ ਜ਼ਮੀਨ ਆਸਮਾਨ, ਜਿੱਦਾਂ ਬੰਦਾ ਕਹਿੰਦਾ ਧਰਤੀ ਆਸਮਾਨ ਇੱਕ ਹੋ ਜਾਵੇ ਤਾਂ ਵੀ ਕੰਮ ਕਰਨਾ ਹੀ ਹੈ। ਇਸ ਲਈ ਯਾਦ ਰੱਖੋ, ਸੋ 11ਵੀਂ ਤੇ ਜ਼ਰੂਰ ਪਹੁੰਚਣਾ ਹੈ ਸਾਰਿਆਂ ਨੇ, ਆਨੰਦ ਲੈਣਾ ਹੈ। ਜਿੱਦਾਂ ਅੱਜ ਅਸੀਂ ਇਹ ਸਤਸੰਗ 'ਚ ਬਹਿ ਕੇ ਆਨੰਦ ਲਿਆ ਹੈ। ਔਰ ਇਸੇ ਤਰ੍ਹਾਂ 11ਵੀਂ ਨੂੰ, ਫਿਰ ਉਸ ਤੋਂ ਬਾਅਦ ਖੁਸਰੋਪੁਰ, ਉਸ ਤੋਂ ਬਾਅਦ ਸ਼ੇਖੇ, ਫਿਰ ਪੰਡੋਗੇ ਹਮ ਆ ਕੇ ਪਹੁੰਚਣਾ ਹੈ। ਕਿਉਂਕਿ ਰਹਿਮਤ ਦੇ ਪਲ ਹੁੰਦੇ ਹੈ, ਇਹ ਖੁਸ਼ੀਆਂ ਦੇ ਪਲ ਹੁੰਦੇ ਹੈ। ਔਰ ਜਿੱਦਾਂ ਹੀ ਦੱਸਿਆ ਹੈ, ਫਿਰ ਕਹਾਂਗੇ ਗਊ ਦੁੱਧ ਦਿੰਦੀ ਨਹੀਂ ਹੈ, ਚੋਣਾ ਪੈਂਦਾ ਹੈ। ਮਾਲਕ ਦੀਆਂ ਰਹਿਮਤਾਂ ਮਿਲਦੀਆਂ ਨਹੀਂ, ਉਹਦੇ ਵਾਸਤੇ ਐਕਸ਼ਨ, ਕਰਮ ਕਰਨਾ ਪੈਂਦਾ ਹੈ। ਬਸ ਇਹ ਸਤਸੰਗ ਕਰਨਾ, ਸੇਵਾ ਕਰਨਾ, ਸਿਮਰਨ ਕਰਨਾ, ਨੇਕੀਆਂ ਕਰਨੀਆਂ, ਉਹ ਕਰਮ ਹੈ ਜਿਹਦੇ ਨਾਲ ਮਾਲਕ ਦੀਆਂ ਰਹਿਮਤਾਂ ਸਾਨੂੰ ਮਿਲਣੀਆਂ ਹੈ। ਇਸ ਲਈ ਅੱਜ ਤੋਂ ਫੈਸਲਾ ਕਰ ਲਈਏ ਕਿ ਮੈਂ ਖੁਸ਼ੀ ਦੇ ਨਾਲ ਆਪਣੇ ਮਾਲਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨ ਵਾਸਤੇ ਕਰਮ ਕਰਨਾ, ਚਾਹੇ ਉਹਦੇ ਖਾਤਰ ਮੈਨੂੰ ਕੁਝ ਵੀ ਕਰਨਾ ਪਵੇ। ਮੈਂ ਐਕਸ਼ਨ ਲੈਣਾ ਤਾਂ ਕਿ ਮੇਰੇ ਮਾਲਕ ਦੀ ਰਹਿਮਤ, ਮੇਰਾ ਮਾਲਕ ਮੈਨੂੰ ਮਿਲੇ, ਕਿਉਂਕਿ ਪਤਾ ਉਹਦੀ ਰਹਿਮਤ ਮਿਲੇਗੀ, ਮਾਲਕ ਮਿਲੇਗਾ ਤਾਂ ਮੇਰਾ ਜੀਵਨ ਸਫਲ ਹੋ ਜਾਏਗਾ। ਇਸ ਲਈ ਆਓ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲ ਬਣਾਈਏ, ਮਾਲਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰੀਏ, ਆਪਣੇ ਮਾਲਕ ਦੇ ਬਚਨਾਂ ਅੰਦਰ ਚੱਲਦੇ ਹੋਏ, ਨੇਕ ਮਾਰਗ ਤੇ ਚੱਲਦਿਆਂ ਹੋਇਆਂ, ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦਾ ਅੱਜ ਤੋਂ ਪ੍ਰਣ ਕਰਦਿਆਂ ਹੋਇਆਂ ਅਸੀਂ ਨੇਕ ਕਰਮ ਕਰਨੇ ਹੈ, ਨੇਕ ਮਾਰਗ ਤੇ ਚੱਲਣਾ ਹੈ, ਤਾਂ ਕਿ ਸਾਡਾ ਜੀਵਨ, ਸਾਡਾ ਜਨਮ ਸਫਲ ਹੋ ਸਕੇ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਖੁਸ਼ੀਆਂ ਭਰੇ ਦਿਨ ਦੀਆਂ, ਨਿਸ਼ਾਨ ਸਾਹਿਬ ਦੀ ਚੜ੍ਹਾਈ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਔਰ ਇਹ ਵੀ ਦੱਸਣਾ ਚਾਹਾਂਗੇ ਜਿੰਨੇ ਜੀਵ ਆਏ, ਜਿੱਦਾਂ ਦੱਸਿਆ ਰਹਿਮਤਾਂ ਸਾਰਿਆਂ ਨੂੰ ਮਿਲਣੀਆਂ ਹੈ। ਜਿਸ ਲਈ ਜਦੋਂ ਜੀਵਨ ਨੇ ਆਉਣਾ ਹੈ ਤਾਂ ਇੱਧਰ ਵੀ ਸੇਵਾਦਾਰ ਖੜੇ ਹੋਣਗੇ, ਲੈਫਟ ਰਾਈਟ ਦੋਨਾਂ ਪਾਸੇ ਸੇਵਾਦਾਰ ਸਾਡੇ ਖੜੇ ਹੋਣਗੇ, ਜਿਨ੍ਹਾਂ ਕੋਲ ਰਹਿਮਤ ਹੋਏਗੀ। ਤੁਸੀਂ ਬੜੇ ਪਿਆਰ ਨਾਲ, ਧੱਕਾ ਮੁੱਕੀ ਨਹੀਂ ਕਰਨੀ, ਰਹਿਮਤ ਲੈ ਕੇ ਜਾਣਾ ਸਾਰਿਆਂ ਨੇ, ਕਿਉਂਕਿ ਰਹਿਮਤਾਂ ਦਾ ਦਿਨ ਹੈ। ਸੋ ਮਾਲਕ ਦੇ ਚਰਨਾਂ 'ਚ ਇਹੀ ਸਾਡੀ ਫਰਿਆਦ ਹੈ ਕਿ ਮਾਲਕ ਤੁਹਾਨੂੰ ਸਭ ਨੂੰ ਖੁਸ਼ੀਆਂ ਦੇ ਨਾਲ, ਰਹਿਮਤਾਂ ਦੇ ਨਾਲ, ਬਰਕਤਾਂ ਦੇ ਨਾਲ ਭਰਪੂਰ ਕਰਨ। ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਨਾਲੇ ਇੰਨੀ ਗੱਲ ਕਹਿ ਦਿਓ, ਮੈਨੂੰ ਆਪਣੇ ਮਾਲਕ ਨਾਲ ਬਹੁਤ ਪਿਆਰ ਹੈ, ਮੈਨੂੰ ਆਪਣੇ ਮਾਲਕ ਨਾਲ ਬਹੁਤ ਪਿਆਰ ਹੈ, ਮੈਨੂੰ ਆਪਣੇ ਮਾਲਕ ਨਾਲ ਬਹੁਤ ਪਿਆਰ ਹੈ, ਮੈਨੂੰ ਆਪਣੇ ਮਾਲਕ ਤੇ ਪੂਰਾ, ਮੈਨੂੰ ਆਪਣੇ ਮਾਲਕ ਤੇ ਪੂਰਾ, ਮੈਨੂੰ ਆਪਣੇ ਮਾਲਕ ਤੇ ਪੂਰਾ। ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ,
ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। तो मालिक हमेशा ही तुहाडे नाल है। खुशियां रहमतां बरकतां नाल मालिक तुहानूं भरपूर रखण। आने वाला समा तुहाडे सब दे वास्ते खुशियां कामयाबी सफलता भरिया होवे। और अज जिन्ने भी जी उस मालिक दे दरबार च पहुंचे है, मालिक तुहाडीआं सब दीआं हाज़रियां अपने चरणों च कबूल करन। और बहुत जीव अज ऐसे है जिहड़े मालिक दे नाम दीआं नियाज़ां भी लैके आए है। जे कोई अपनी तकलीफ दुख दी नियाज़ लैके आया है तो जिस भावना नाल वो जीव नियाज़ लैके आया है, मालिक उहदी नियाज़ नूं कबूल करन और वो जीव की बेनती नूं फरियाद नूं पूरा करन, उहदी झोली खुशियां ना भरन। और जिहड़े जीव अज खुशी दी नियाज़ां लैके आए है, मालिक उन्हां दी खुशी दी नियाज़ भी कबूल करन और उन्हां जीवां दी झोली च इन्नियां खुशियां पा देण कि कदी फरियादा करन दी लोड़ ही ना पवे। जिद्दां दस्सिया कि गाऊं दुੱਧ दिंदी नहीं, ਲੈਣਾ ਪੈਂਦਾ। इदां ही मालिक दी रहमत भी उन्हां नूं मिल जांदी जिहड़े खुशी दी नियाज़ां दिंदे है, मालिक दे नाम दी नियाज़ां दिंदे है या मालिक दे दर दी सेवा करदे है। सो जिन्नियां ने भी ये सेवा 'च योगदान पाया है, मालिक उन्हां ਦੀਆਂ कमाईਆਂ 'ਚ भी बरकतां देण, उन्हां नूं भी खुशियां रहमतां बरकतां नाल भरपूर करन। और आने वाला समा तुहाडे सब दे वास्ते खुशियां भरिया होवे, रहमतां बरकतां भरिया होवे। यही साडी उस मालिक दे चरणਾਂ 'ਚ अरदास बेनती है। और हुण अंत ਵਿੱਚ तुहाडे सब ਦੇ ਅੰਦਰ वास्ते उस मालिक ਨੂੰ ਅਸੀਂ प्रणाम ਕਰਦੇ ਹਾਂ। ਸਾਡਾ ਪ੍ਰਣਾਮ स्वीकार करो। जय मालिक। सब्सक्राइब कीजिए सर्व संजा दरबार कांटिया शरीफ चैनल को और बेल आइकन दबाइए मालिक जी की लेटेस्ट सत्संग की वीडियो को सबसे पहले देखने के लिए।